नमस्कार दोस्तों, स्वागत है आपका हमारे YouTube चैनल एग्जाम प्रेपरेशन पर। आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪਾਂ ਦੋ ਟੌਪਿਕ ਕਰਾਂਗੇ। ਪਹਿਲਾ ਟੌਪਿਕ ਹੈ ਜੀ 73ਵੀਂ ਸੋਧ 1992 ਜਿਹਦਾ ਸੰਬੰਧ ਹੈ ਗ੍ਰਾਮ ਪੰਚਾਇਤ, ਬਲਾਕ ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਾਲ। ਤੇ ਟੌਪਿਕ ਨੰਬਰ 2 74ਵੀਂ ਸੋਧ 1992 ਜਿਹਦਾ ਸੰਬੰਧ ਹੈ ਨਗਰ ਪੰਚਾਇਤ, ਨਗਰਪਾਲਿਕਾ ਤੇ ਨਗਰ ਨਿਗਮ ਨਾਲ। ਚੱਲਦੇ ਹਾਂ ਜੀ ਅੱਜ ਦੇ ਪਹਿਲੇ ਟੌਪਿਕ ਤੇ। ਪੰਚਾਇਤੀ ਰਾਜ ਕਿਸ ਸੂਚੀ ਦੇ ਵਿੱਚ ਸ਼ਾਮਲ ਹੈ? ਹਾਂਜੀ, ਇਹ ਰਾਜ ਸੂਚੀ ਦਾ ਵਿਸ਼ਾ ਜੀ। ਪੰਜਾਬ ਵਿੱਚ ਪੰਚਾਇਤ ਮੰਤਰੀ ਕੌਣ ਹੈ? ਹਾਂਜੀ, ਪੰਜਾਬ ਵਿੱਚ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੈ ਜੀ। ਆਪ ਗਵਰਨਮੈਂਟ ਦਾ ਇਹ ਮੰਤਰੀ ਹੈ ਜੀ, ਇਹਨੂੰ ਧਿਆਨ 'ਚ ਰੱਖ ਲੈਣਾ। ਕੇਂਦਰ ਸਰਕਾਰ ਦੇ ਵਿੱਚ ਪੰਚਾਇਤ ਮੰਤਰੀ ਕੌਣ ਹੈ ਜੀ? ਇਹ ਗਿਰੀਰਾਜ ਸਿੰਘ ਹੈ ਜੀ, ਇਹਨੂੰ ਵੀ ਧਿਆਨ 'ਚ ਰੱਖ ਲੈਣਾ ਜੀ। ਇਨ ਵਿੱਚ 5 ਈਅਰ ਪਲਾਨ ਦੀ ਪੰਚਾਇਤੀ ਰਾਜ ਸਿਸਟਮ ਵਾਜ਼ ਇੰਟਰੋਡਿਊਸਡ ਇਨ ਇੰਡੀਆ ਫਾਰ ਦੀ ਫਸਟ ਟਾਈਮ। ਪਹਿਲੀ ਵਾਰ ਕਿਸ 5 ਸਾਲਾ ਯੋਜਨਾ ਦੇ ਵਿੱਚ ਪੰਚਾਇਤੀ ਰਾਜ ਇੰਟਰੋਡਿਊਸ ਕੀਤਾ ਗਿਆ ਸੀ, ਸ਼ੁਰੂ ਕੀਤਾ ਗਿਆ ਸੀਗਾ? ਉਹ ਹੈ ਜੀ ਸੈਂਕੜ 5 ਈਅਰ ਪਲਾਨ। ਠੀਕ ਹੈ ਜੀ। ਜਿਹੜੀ ਫਸਟ 5 ਈਅਰ ਪਲਾਨ ਹੈ ਉਹਦਾ ਜਿਹੜਾ ਟਾਈਮ ਪੀਰੀਅਡ ਹੈ ਉਹ 1951 ਤੋਂ 1956 ਤੱਕ ਹੈ ਜੀ। ਤੇ ਜਿਹੜੀ ਸੈਂਕੜ ਈਅਰ 5 ਪਲਾਨ ਹੈ ਇਹਦਾ ਸਮਾਂ 1956 ਤੋਂ ਲੈ ਕੇ 1961 ਤੱਕ ਹੈ ਜੀ। ਠੀਕ ਹੈ, ਇਹ ਧਿਆਨ ਰੱਖ ਲੈਣਾ। ਤੇ ਜਿਹੜਾ ਆਪਣਾ ਪੰਚਾਇਤੀ ਰਾਜ ਜਿਹੜਾ ਸਿਸਟਮ ਸ਼ੁਰੂ ਹੁੰਦਾ ਹੈ ਉਹ ਸ਼ੁਰੂ ਹੁੰਦਾ ਹੈ ਸੈਂਕੜ ਅਕਤੂਬਰ, ਠੀਕ ਹੈ ਜੀ, 1959 ਦੇ ਵਿੱਚ ਇਹ ਸ਼ੁਰੂ ਹੁੰਦਾ ਜੀ। ਪਹਿਲੀ ਜਿਹੜੀ ਆਪਣੀ ਪੰਚਾਇਤ ਹੈ ਉਹ ਰਾਜਸਥਾਨ ਨਗੌਰ ਦੇ ਵਿੱਚ ਐਸਟੈਬਲਿਸ਼ ਹੁੰਦੀ ਹੈ। ਠੀਕ ਹੈ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਕੁਝ ਜ਼ਰੂਰੀ ਫੈਕਟ ਜਿਹੜੇ ਧਿਆਨ 'ਚ ਰੱਖਣੇ ਆ। ਪੰਚਾਇਤੀ ਰਾਜ ਸੰਸਥਾ, ਠੀਕ ਹੈ, ਜਿਹਨੂੰ ਪੰਚਾਇਤੀ ਰਾਜ ਇੰਸਟੀਟਿਊਸ਼ਨ PRI ਕਿਹਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ। ਠੀਕ ਹੈ, ਇਹ ਜਿਹੜੀ ਪੇਂਡੂ ਸਥਾਨਕ ਸਵੈ ਸ਼ਾਸਨ ਦੀ ਇੱਕ ਪ੍ਰਣਾਲੀ ਹੈ। ਠੀਕ ਹੈ, ਇਸ ਪ੍ਰਣਾਲੀ ਵਿੱਚ ਕੀ ਹੁੰਦਾ ਹੈ ਵੀ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ ਹੈ ਉਹ ਲੋਕਲ ਮਸਲਿਆਂ ਦਾ ਪ੍ਰਬੰਧ ਕਰਦੇ ਆ, ਹੱਲ ਕਰਦੇ ਆ। ਹਾਂਜੀ, ਵੈਦਿਕ ਯੁੱਗ ਰਿਗਵੇਦ ਦੇ ਵਿੱਚ ਸਭਾ, ਸੰਮਤੀ, ਵਿਦਥਾਨ ਆਦੀਆਂ 3 ਜਿਹੜੀਆਂ ਸਥਾਨਕ ਸਵੈ ਸ਼ਾਸਨ ਇਕਾਈਆਂ ਦਾ ਜ਼ਿਕਰ ਕੀਤਾ ਗਿਆ। ਇਹ ਜਿਹੜੀ ਪੰਚਾਇਤੀ ਰਾਜ ਦੇ ਵਿੱਚ ਜਿਹੜੀਆਂ ਸੰਸਥਾਵਾਂ ਇਹਦਾ ਜ਼ਿਕਰ ਪਹਿਲਾਂ ਹੀ ਮੁੱਢ ਕਦੀਮ ਤੋਂ ਹੋ ਰਿਹਾ, ਵੈਦਿਕ ਯੁੱਗ ਤੋਂ ਹੋ ਰਿਹਾ। ਮਹਾਕਾਵ ਯੁੱਗ ਜਿਹਦੇ ਵਿੱਚ ਰਾਮਾਇਣ ਤੇ ਮਹਾਭਾਰਤ ਆਉਂਦੇ ਆ, ਇਹਦੇ ਵਿੱਚ ਜਿਹੜਾ ਗ੍ਰਾਮੀ ਕਹਿ ਉਹਨੂੰ ਪਿੰਡ ਦਾ ਅਧਿਕਾਰੀ ਕਿਹਾ ਜਾਂਦਾ ਸੀ ਤੇ ਦਸ਼ਪ ਜਿਹੜਾ ਉਹ 10 ਪਿੰਡਾਂ ਦਾ ਮੁਖੀ ਹੁੰਦਾ ਸੀ। ਪ੍ਰਾਚੀਨ ਕਾਲ ਦੇ ਵਿੱਚ ਕੌਟਲਿਆ ਅਰਥ ਸ਼ਾਸਤਰ ਦੇ ਵਿੱਚ ਨਗਰ ਜਿਹੜਾ ਸੀ ਉਹਨੂੰ ਪੁਰ ਕਿਹਾ ਜਾਂਦਾ ਸੀ ਤੇ ਇਹਦੇ ਮੁਖੀ ਨੂੰ, ਨਗਰ ਦੇ ਮੁਖੀ ਨੂੰ ਨਾਗਰਿਕ ਕਿਹਾ ਜਾਂਦਾ ਸੀ। ਠੀਕ ਹੈ ਜੀ, ਇਹ ਕੁਝ ਇੰਪੋਰਟੈਂਟ ਫੈਕਟ ਹੈ, ਹਿਸਟਰੀ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖ ਲੈਣੇ। ਹਾਂਜੀ, ਕੁਝ ਹੋਰ ਜ਼ਰੂਰੀ ਜਿਹੜੇ ਫੈਕਟ ਤੁਸੀਂ ਧਿਆਨ 'ਚ ਰੱਖਣੇ ਆ ਜੀ। ਜਿਹੜਾ ਲਾਰਡ ਰਿਪਨ ਹੈ ਉਹਨੂੰ ਸਥਾਨਕ ਸਵੈ ਸ਼ਾਸਨ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਠੀਕ ਹੈ, 1982 ਦੇ ਵਿੱਚ ਸਥਾਨਕ ਸਵੈ ਸ਼ਾਸਨ ਦੀ ਜਿਹੜੀ ਸ਼ੁਰੂਆਤ ਹੈ ਉਹ ਲਾਰਡ ਰਿਪਨ ਨੇ ਕੀਤੀ ਸੀ। ਠੀਕ ਹੈ ਜੀ, ਲੋਕਲ ਸੈਲਫ ਗਵਰਨਮੈਂਟ ਹੈ ਉਹਦਾ ਜਿਹੜਾ ਫਾਦਰ ਹੈ ਉਹ ਲਾਰਡ ਰਿਪਨ ਨੂੰ ਕਿਹਾ ਜਾਂਦਾ ਹੈ। ਹਾਂਜੀ, ਰਾਇਲ ਕਮਿਸ਼ਨ ਦੀ ਸਥਾਪਨਾ ਹੁੰਦੀ ਹੈ 1907 ਦੇ ਵਿੱਚ। ਇਹਦੀ ਪ੍ਰਧਾਨਗੀ ਹੋਬ ਹਾਊਸ ਦੁਆਰਾ ਕੀਤੀ ਜਾਂਦੀ ਹੈ। ਇਹਦੇ ਨਾਲ ਜਿਹੜਾ ਲੋਕਲ ਸੈਲਫ ਗਵਰਨਮੈਂਟ ਹੈ ਉਹਨੂੰ ਬਹੁਤ ਜ਼ਿਆਦਾ ਹੁਲਾਰਾ ਮਿਲਦਾ ਹੈ ਕਿਉਂਕਿ ਇਸ ਕਮਿਸ਼ਨ ਨੇ ਪਿੰਡ ਪੱਧਰ ਤੇ ਪੰਚਾਇਤ ਦੀ ਮਹੱਤਤਾ ਨੂੰ ਪਛਾਣਿਆ ਸੀਗਾ। 1919 ਦਾ ਜਿਹੜਾ ਐਕਟ ਸੀਗਾ ਮੌਂਟੇਗੇਟ ਚੇਮਸਫੋਰਡ ਸੁਧਾਰ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ, ਉਹਦੇ ਵਿੱਚ ਜਿਹੜਾ ਸਥਾਨਕ ਸਰਕਾਰਾਂ ਦੇ ਵਿਸ਼ੇ ਨੂੰ ਪ੍ਰਾਂਤਾਂ ਦੇ ਅਧਿਕਾਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਸੰਵਿਧਾਨ ਲਾਗੂ ਹੋਇਆ ਤੇ ਧਾਰਾ 40 ਦੇ ਵਿੱਚ ਪੰਚਾਇਤਾਂ ਦੇ ਗਠਨ ਦਾ ਜ਼ਿਕਰ ਕੀਤਾ ਗਿਆ। ਠੀਕ ਹੈ ਜੀ, ਇਹਨੂੰ ਰਾਜਨੀਤੀ ਨਿਰਦੇਸ਼ਕ ਸਿਧਾਂਤ ਕਹਿੰਦੇ ਆ ਜੀ। ਠੀਕ ਹੈ, DPSP ਦੇ ਵਿੱਚ ਆਰਟੀਕਲ 40 ਜਿਹਦੇ ਵਿੱਚ ਰਾਜਨੀਤਿਕ ਨਿਰਦੇਸ਼ਕ ਸਿਧਾਂਤ ਦੇ ਵਿੱਚ ਆਰਟੀਕਲ 40 ਦੇ ਵਿੱਚ ਪੰਚਾਇਤਾਂ ਦੇ ਗਠਨ ਦੀ ਗੱਲ ਕਹੀ ਗਈ। ਅੱਛਾ, ਇਸ ਆਰਟੀਕਲ ਨੂੰ ਆਪਾਂ ਗਾਂਧੀਵਾਦੀ ਵਿਚਾਰਧਾਰਾ ਵੀ ਕਹਿੰਦੇ ਆ, ਇਹ ਧਿਆਨ 'ਚ ਰੱਖ ਲੈਣਾ ਜੀ। ਭਾਰਤ ਦੇ ਵਿੱਚ ਪੰਚਾਇਤੀ ਰਾਜ ਗਠਨ ਕਰਨਾ ਤੇ ਸ਼ਕਤੀਆਂ ਦਾ ਵਿਕੇਂਦਰੀਕਰਨ ਕਰਨਾ ਇਹ ਮਹਾਤਮਾ ਗਾਂਧੀ ਜੀ ਦਾ ਸੁਪਨਾ ਸੀ। ਹਾਂਜੀ, ਕੁਝ ਹੋਰ ਫੈਕਟ ਜਿਹੜੇ ਧਿਆਨ 'ਚ ਰੱਖਣੇ ਆ। ਪੰਚਾਇਤੀ ਰਾਜ ਨੂੰ ਰਾਜ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਰਾਜ ਸੂਚੀ ਦਾ ਵਿਸ਼ਾ ਹੈ ਕੁਲਦੀਪ ਸਿੰਘ ਧਾਲੀਵਾਲ ਵਰਤਮਾਨ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਹੈ ਤੇ ਗਿਰੀਰਾਜ ਸਿੰਘ ਵਰਤਮਾਨ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੇ ਪੰਚਾਇਤ ਮੰਤਰੀ ਹੈ। ਤੇ ਭਾਰਤ ਵਿੱਚ ਪੰਚਾਇਤੀ ਰਾਜ ਜਿਹੜੀਆਂ ਸੰਸਥਾਵਾਂ ਨੂੰ ਦੂਸਰੀ 5 ਸਾਲ ਯੋਜਨਾ ਦੇ ਵਿੱਚ ਲਾਗੂ ਕੀਤਾ ਗਿਆ। ਇਹ ਧਿਆਨ ਰੱਖ ਲੈਣਾ, ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਹੈ ਤੇ ਗਿਰੀਰਾਜ ਸਿੰਘ ਵਰਤਮਾਨ ਸਮੇਂ ਦੇ ਵਿੱਚ ਕੇਂਦਰ ਸਰਕਾਰ ਦੇ। ਇਹਨਾਂ ਸਾਰੇ ਫੈਕਟ ਨੂੰ ਤੁਸੀਂ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਪੰਚਾਇਤੀ ਰਾਜ ਪ੍ਰਣਾਲੀ ਕਿਸ ਤੇ ਆਧਾਰਿਤ ਹੈ? ਹਾਂਜੀ, ਇਹ ਸ਼ਕਤੀਆਂ ਦੇ ਵਿਕੇਂਦਰੀਕਰਨ ਤੇ ਆਧਾਰਿਤ ਹੈ, ਡੀਸੈਂਟਰਲਾਈਜੇਸ਼ਨ ਆਫ ਪਾਵਰ। ਠੀਕ ਹੈ ਜੀ, ਇਹਦਾ ਮੇਨ ਜਿਹੜਾ ਆਧਾਰ ਹੈ ਉਹ ਇਹ ਹੈ ਜੀ। ਹੂ ਇਜ਼ ਫਾਊਂਡਰ ਆਫ ਪੰਚਾਇਤੀ ਰਾਜ? ਪੰਚਾਇਤੀ ਰਾਜ ਦਾ ਫਾਊਂਡਰ ਕਿਹਨੂੰ ਮੰਨਿਆ ਜਾਂਦਾ ਹੈ? ਉਹ ਹੈ ਜੀ ਮਹਾਤਮਾ ਗਾਂਧੀ। ਧਿਆਨ 'ਚ ਰੱਖ ਲੈਣਾ। ਤੇ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ, ਠੀਕ ਹੈ ਜੀ, ਇਹ ਲਾਰਡ ਰਿਪਨ ਨੂੰ ਮੰਨਿਆ ਜਾਂਦਾ ਹੈ। ਠੀਕ ਹੈ, ਧਿਆਨ ਰੱਖ ਲੈਣਾ, ਇਹ ਲਾਰਡ ਰਿਪਨ ਨੂੰ ਇਹ ਕਿਹਾ ਜਾਂਦਾ ਹੈ। ਠੀਕ ਹੈ, ਹੂ ਇਜ਼ ਨੋਨ ਐਜ਼ ਫਾਦਰ ਆਫ ਸੈਲਫ ਗਵਰਨਮੈਂਟ, ਇਹ ਉਹੀ ਸਵਾਲ ਆ ਗਿਆ ਜੀ, ਲਾਰਡ ਰਿਪਨ। ਠੀਕ ਹੈ, ਹਾਂਜੀ, ਕੁਝ ਇੰਪੋਰਟੈਂਟ ਫੈਕਟ ਜਿਹੜੇ ਧਿਆਨ 'ਚ ਰੱਖਣੇ ਆ। 1957 ਦੇ ਵਿੱਚ ਨੈਸ਼ਨਲ ਡਿਵੈਲਪਮੈਂਟ ਕੌਂਸਲ ਨੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਕੰਮਕਾਜ ਨੂੰ ਦੇਖਣ ਲਈ ਬਲਵੰਤ ਰਾਏ ਮਹਿਤਾ ਦੀ ਅਗਵਾਈ ਵਿੱਚ ਕਮੇਟੀ ਬਣਾਈ। ਜਿਹੜੀ ਨੈਸ਼ਨਲ ਡਿਵੈਲਪਮੈਂਟ ਕੌਂਸਲ ਹੈ ਉਹਨੇ ਦੇਸ਼ ਦੇ ਵਿੱਚ ਜਿਹੜੇ ਵਿਕਾਸ ਦੇ ਕੰਮਾਂ ਨੂੰ ਸਹੀ ਤਰੀਕੇ ਦੇ ਨਾਲ ਪ੍ਰੋਗਰੈਸ ਉਹਦੀ ਵਧਾਉਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ, ਉਹ ਸੀ ਬਲਵੰਤ ਰਾਏ ਮਹਿਤਾ ਕਮੇਟੀ। ਤੇ ਇਸ ਕਮੇਟੀ ਨੇ ਲੋਕਤੰਤਰੀ ਵਿਕੇਂਦਰੀਕਰਨ ਦੀ ਸਿਫਾਰਿਸ਼ ਕੀਤੀ ਸੀ। ਠੀਕ ਹੈ ਜੀ, ਡੈਮੋਕ੍ਰੈਟਿਕ ਡੀਸੈਂਟਰਲਾਈਜੇਸ਼ਨ ਦੀ ਸਿਫਾਰਿਸ਼ ਕੀਤੀ ਸੀ ਜੋ ਬਾਅਦ ਵਿੱਚ ਪੰਚਾਇਤੀ ਰਾਜ ਵਜੋਂ ਜਿਸ ਨੂੰ ਜਾਣਿਆ ਗਿਆ। ਇਸ ਕਮੇਟੀ ਵੱਲੋਂ 3 ਪੱਧਰੀ ਪੰਚਾਇਤੀ ਰਾਜ ਦਾ ਸੁਝਾਅ ਦਿੱਤਾ ਗਿਆ।
ਪਿੰਡ ਪੱਧਰ ਤੇ ਗ੍ਰਾਮ ਪੰਚਾਇਤ ਦਾ ਸੁਝਾਅ ਦਿੱਤਾ ਗਿਆ, ਬਲਾਕ ਪੱਧਰ ਤੇ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪਰਿਸ਼ਦ। ਠੀਕ ਹੈ ਜੀ, ਇਹ ਕਿਹੜੀ ਕਮੇਟੀ ਸੀ? ਇਹ ਸੀ ਬਲਵੰਤ ਰਾਏ ਮਹਿਤਾ ਕਮੇਟੀ। ਠੀਕ ਹੈ ਜੀ, 1957। ਠੀਕ ਹੈ, ਧਿਆਨ ਰੱਖ ਲੈਣਾ ਹੈ। 3 ਟਾਇਰ ਜਿਹੜਾ ਦੱਸਿਆ ਸੀਗਾ ਵੀ 3 ਪੱਧਰੀ ਹੋਏਗੀ। ਠੀਕ ਹੈ, ਜਿਹੜੀ ਪੰਚਾਇਤੀ ਰਾਜ ਉਹ ਦੱਸਿਆ ਸੀ ਬਲਵੰਤ ਰਾਏ ਮਹਿਤਾ ਕਮੇਟੀ ਨੇ। ਪਰ ਇਸ ਕਮੇਟੀ ਦੇ ਨਤੀਜੇ ਵਜੋਂ ਪਹਿਲੀ ਪੰਚਾਇਤ ਰਾਜਸਥਾਨ ਦੇ ਵਿੱਚ 2 ਅਕਤੂਬਰ 1959 ਨੂੰ ਜਵਾਹਰ ਲਾਲ ਨਹਿਰੂ ਦੁਆਰਾ ਸ਼ੁਰੂ ਕੀਤੀ ਗਈ। ਤਰੀਕ ਯਾਦ ਕਰੋ, 2 ਅਕਤੂਬਰ। 2 ਅਕਤੂਬਰ ਕਿਉਂ? ਕਿਉਂਕਿ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੁੰਦਾ ਹੈ ਤੇ ਮਹਾਤਮਾ ਗਾਂਧੀ ਹੈ ਜਿਹੜੇ ਉਹ ਪੰਚਾਇਤੀ ਰਾਜ ਦੇ ਸਭ ਤੋਂ ਵੱਡੇ ਸਮਰਥਕ ਸੀਗੇ। ਠੀਕ ਹੈ ਜੀ, ਤੇ ਦੂਸਰੀ ਪੰਚਾਇਤ ਹੈ ਜਿਹੜੀ 1 ਨਵੰਬਰ 1959 ਨੂੰ ਆਂਧਰਾ ਪ੍ਰਦੇਸ਼ ਵਿੱਚ ਸ਼ੁਰੂ ਹੁੰਦੀ ਹੈ। ਸਵਾਲ ਇਹਦੇ ਵਿੱਚੋਂ ਬਹੁਤ ਵੈਰੀ ਇੰਪੋਰਟੈਂਟ ਹੈ, ਫੈਕਟ ਧਿਆਨ 'ਚ ਰੱਖ ਲੈਣੇ ਆ ਵੀ ਪਹਿਲੀ ਪੰਚਾਇਤ ਕਿੱਥੇ ਸ਼ੁਰੂ ਹੋਈ ਸੀਗੀ? ਨਗੌਰ ਦੇ ਵਿੱਚ, ਰਾਜਸਥਾਨ ਦੇ ਵਿੱਚ 2 ਅਕਤੂਬਰ 1959 ਦੇ ਵਿੱਚ। ਕਿਹਨੇ ਸ਼ੁਰੂ ਕੀਤੀ ਸੀ? ਪੰਡਿਤ ਜਵਾਹਰ ਲਾਲ ਨਹਿਰੂ ਨੇ। ਤੇ ਕਿਹੜੀ ਯੋਜਨਾ ਕਾਲ ਸੀ ਉਸ ਸਮੇਂ ਚੱਲ ਰਿਹਾ? ਉਦੋਂ ਯੋਜਨਾ ਕਾਲ ਚੱਲ ਰਿਹਾ ਸੀਗਾ ਸੈਂਟਰ 5 ਈਅਰ ਪਲਾਨ ਚੱਲ ਰਿਹਾ ਸੀ। ਤੇ ਦੂਸਰੀ ਜਿਹੜੀ ਪੰਚਾਇਤ ਹੈ 1 ਨਵੰਬਰ 1959 ਨੂੰ ਆਂਧਰਾ ਪ੍ਰਦੇਸ਼ ਵਿੱਚ ਹੋਈ ਸੀ। 20 ਸਾਲ ਦੇ ਵਕਫੇ ਬਾਅਦ ਲਗਭਗ 1977 ਦੇ ਵਿੱਚ, ਠੀਕ ਹੈ ਜੀ, ਅਸ਼ੋਕ ਮਹਿਤਾ ਕਮੇਟੀ ਦੀ ਨਿਯੁਕਤੀ ਨੇ ਪੰਚਾਇਤੀ ਰਾਜ ਦੇ ਸੰਕਲਪ ਤੇ ਅਭਿਆਸ ਦੇ ਵਿੱਚ ਨਵੀਂ ਸੋਚ ਲਿਆਂਦੀ। ਠੀਕ ਹੈ ਜੀ, ਇਸ ਕਮੇਟੀ ਨੇ 2 ਪੱਧਰੀ ਪੰਚਾਇਤੀ ਰਾਜ ਦੀ ਸਿਫਾਰਿਸ਼ ਕੀਤੀ। ਪਹਿਲੇ ਪੱਧਰ ਤੇ ਉਹ ਕਹਿੰਦੇ ਮੰਡਲ ਪੰਚਾਇਤ ਹੋਏਗੀ, ਫਿਰ ਜ਼ਿਲ੍ਹਾ ਪਰਿਸ਼ਦ ਹੋਏਗੀ। ਜ਼ਿਲ੍ਹਾ ਪਰਿਸ਼ਦ ਤੇ ਮੰਡਲ ਪੰਚਾਇਤ। ਉਹਨੇ ਜਿਹੜੇ ਅਸ਼ੋਕ ਮਹਿਤਾ ਹੈ ਕਮੇਟੀ ਹੈ ਇਹ 1977 ਦੇ ਵਿੱਚ ਬਣੀ ਸੀ। ਠੀਕ ਹੈ, 2 ਟਾਇਰ ਇਹਨੇ ਸੁਝਾਅ ਦਿੱਤਾ ਸੀਗਾ ਵੀ ਪੰਚਾਇਤੀ ਰਾਜ ਹੋਣਾ ਚਾਹੀਦਾ ਸਿਸਟਮ, ਜਿਹਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਮੰਡਲ ਪੰਚਾਇਤਾਂ ਹੋਣੀਆਂ ਚਾਹੀਦੀਆਂ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖ ਲੈਣਾ। ਹਾਂਜੀ, ਮੈਚਿੰਗ ਲਿਸਟ 1 ਤੇ 2 ਹੈ ਜਿਹੜਾ ਉਹਨਾਂ ਨੂੰ ਮੈਚ ਕਰਨਾ ਹੈ। 3 ਟਾਇਰ ਸਿਸਟਮ ਹੈ ਜਿਹੜਾ ਇਹ ਦਿੱਤਾ ਸੀਗਾ ਬਲਵੰਤ ਰਾਏ ਮਹਿਤਾ ਕਮੇਟੀ ਨੇ। ਠੀਕ ਹੈ ਜੀ, 1957 ਵਿੱਚ। ਨਗਰ ਪੰਚਾਇਤ ਹੈ ਜਿਹੜਾ ਇਹ 74ਵੀਂ ਅਮੈਂਡਮੈਂਟ ਹੋਈ ਸੀ 1992 ਦੇ ਵਿੱਚ। ਠੀਕ ਹੈ ਜੀ, ਪੰਚਾਇਤੀ ਰਾਜ ਇਲੈਕਸ਼ਨ। ਠੀਕ ਹੈ, ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਹੈ ਜਿਹੜਾ 2 ਟਾਇਰ ਸਿਸਟਮ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ 2 ਟਾਇਰ ਸਿਸਟਮ ਜਿਹੜਾ ਇਹ ਅਸ਼ੋਕ ਮਹਿਤਾ ਕਮੇਟੀ ਸੀ, ਇਹ ਬਣੀ ਸੀ 1977 ਵਿੱਚ। ਤੇ ਪੰਚਾਇਤੀ ਦੇ ਨਾਲ ਜਿਹੜੀ 73ਵੀਂ ਸੋਧ ਹੈ ਇਹ ਵੀ 1992 ਵਿੱਚ ਹੋਈ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ, ਸਾਰੇ ਇੰਪੋਰਟੈਂਟ ਫੈਕਟ ਹੈ ਜੀ। ਕਿਸ ਨੇ ਸੁਝਾਅ ਦਿੱਤਾ ਕਿ ਪੰਚਾਇਤੀ ਰਾਜ ਦੇ 2 ਪੱਧਰ ਹੋਣੇ ਚਾਹੀਦੇ ਆ? ਠੀਕ ਹੈ ਜੀ, ਇਹ ਅਸ਼ੋਕ ਮਹਿਤਾ ਕਮੇਟੀ ਸੀ, 1977 ਦੇ ਵਿੱਚ ਇਹ ਬਣੀ ਸੀ। ਠੀਕ ਹੈ ਜੀ, ਜਨਤਾ ਸਰਕਾਰ ਦੇ ਟਾਈਮ ਤੇ ਬਣੀ ਸੀ, ਇਹ ਯਾਦ ਰੱਖ ਲੈਣਾ। ਜਿਹੜੀ ਜਨਤਾ ਸਰਕਾਰ ਹੈ ਪਹਿਲੀ ਗੈਰ ਕਾਂਗਰਸੀ ਸਰਕਾਰ ਹੈ, ਧਿਆਨ ਇਹ 'ਚ ਵੀ ਧਿਆਨ ਰੱਖ ਲੈਣਾ। ਠੀਕ ਹੈ ਜੀ, ਇਸ ਤੋਂ ਪਹਿਲਾਂ 1970 ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਉਹ ਕਾਂਗਰਸ ਦੀਆਂ ਸਰਕਾਰਾਂ ਬਣੀਆਂ। ਵੈਨ ਵਾਸ ਦੀ ਪੰਚਾਇਤੀ ਰਾਜ ਸਿਸਟਮ ਇੰਟਰੋਡਿਊਸਡ? ਕਦੋਂ ਇੰਟਰੋਡਿਊਸ ਕੀਤਾ ਗਿਆ ਸੀ? 2 ਅਕਤੂਬਰ 1959 ਨੂੰ, ਜਦੋਂ ਨਾਗੌਰ ਰਾਜਸਥਾਨ ਦੇ ਵਿੱਚ ਪਹਿਲੀ ਪੰਚਾਇਤ ਦਾ ਗਠਨ ਕੀਤਾ ਗਿਆ। ਠੀਕ ਹੈ ਜੀ, ਕਿਹੜੀ ਕਮੇਟੀ ਨੇ ਭਾਰਤ ਵਿੱਚ 3 ਪੱਧਰੀ ਪੰਚਾਇਤੀ ਰਾਜ ਦੀ ਸਿਫਾਰਿਸ਼ ਕੀਤੀ? ਠੀਕ ਹੈ ਜੀ, ਇਹ ਅਸ਼ੋਕ ਮਹਿਤਾ ਸੀਗੇ 1957 ਦੇ ਵਿੱਚ, ਬਲਵੰਤ ਰਾਏ ਮਹਿਤਾ ਸੀਗੇ 3 ਟਾਇਰ ਦਾ 1957 ਦੇ ਵਿੱਚ, ਤੇ ਅਸ਼ੋਕ ਮਹਿਤਾ ਨੇ 2 ਟਾਇਰ ਦੀ ਗੱਲ ਕੀਤੀ ਸੀਗੀ 1977 ਦੇ ਵਿੱਚ। ਠੀਕ ਹੈ, ਇਹ ਧਿਆਨ 'ਚ ਰੱਖ ਲੈਣਾ। ਬਲਵੰਤ ਰਾਏ ਮਹਿਤਾ ਕਮੇਟੀ ਨੇ ਸੁਝਾਅ ਦਿੱਤਾ ਕਿ ਪੰਚਾਇਤੀ ਰਾਜ ਦੇ ਢਾਂਚੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਬਲਵੰਤ ਰਾਏ ਮਹਿਤਾ ਕਮੇਟੀ ਹੈ ਜਿਹੜੀ ਇਹ 1957 ਦੀ ਕਮੇਟੀ ਹੈ। 3 ਟਾਇਰ ਇਹਨੇ ਕਿਹਾ ਸੀ। ਇਹ 3 ਟਾਇਰ ਕਿਹੜੇ ਕਿਹਾ ਸੀਗਾ? ਪਿੰਡ ਲੈਵਲ ਤੇ ਪੰਚਾਇਤ, ਬਲਾਕ ਲੈਵਲ ਤੇ ਪੰਚਾਇਤ ਤੇ ਜ਼ਿਲ੍ਹਾ ਪੱਧਰ ਤੇ। ਠੀਕ ਹੈ ਜੀ, ਇਹ ਇਹਨੇ ਕਿਹਾ ਸੀਗਾ। ਬਲਾਕ ਲੈਵਲ ਤੇ ਬਲਾਕ ਪੰਚਾਇਤ ਤੇ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪਰਿਸ਼ਦ ਦੀ ਗੱਲ ਕੀਤੀ ਸੀ। ਹੇਠਾਂ ਵਿੱਚੋਂ ਕਿਹੜਾ ਭਾਰਤ ਦਾ ਪਹਿਲਾ ਰਾਜ ਹੈ ਜਿਸ ਵਿੱਚ ਪੰਚਾਇਤੀ ਰਾਜ ਸ਼ੁਰੂ ਹੋਇਆ? ਠੀਕ ਹੈ ਜੀ, ਉਹ ਰਾਜਸਥਾਨ ਹੈ, ਨਗੌਰ ਹੈ। 2 ਅਕਤੂਬਰ 1959 ਦੇ ਵਿੱਚ ਇਹ ਸ਼ੁਰੂ ਹੋਇਆ ਸੀ ਜੀ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਪੰਚਾਇਤੀ ਰਾਜ ਨਾਲ ਸੰਬੰਧਿਤ ਮਹੱਤਵਪੂਰਨ ਕਮੇਟੀਆਂ, ਇਹ ਸਾਰੀਆਂ ਕਮੇਟੀਆਂ ਮਹੱਤਵਪੂਰਨ ਹੈ, ਧਿਆਨ 'ਚ ਰੱਖਣੀਆਂ। ਪਹਿਲੀ ਜਿਹੜੀ ਕਮੇਟੀ ਹੈ 1900 ਤਾਂ ਪਹਿਲੀ ਕਮੇਟੀ ਬਣੀ ਸੀ 1957 ਦੇ ਵਿੱਚ, ਬਲਵੰਤ ਰਾਏ ਮਹਿਤਾ ਕਮੇਟੀ। ਉਸ ਤੋਂ ਅਗਲੀ ਜਿਹੜੀ ਕਮੇਟੀ ਬਣੀ ਸੀ 1977 ਦੇ ਵਿੱਚ, ਅਸ਼ੋਕ ਮਹਿਤਾ ਕਮੇਟੀ। ਠੀਕ ਹੈ ਜੀ, ਇਹ 3 ਟਾਇਰ ਨਾਲ ਸੰਬੰਧਿਤ ਹੈ, ਇਹ 2 ਟਾਇਰ ਨਾਲ ਸੰਬੰਧਿਤ ਹੈ, ਅਸ਼ੋਕ ਮਹਿਤਾ ਕਮੇਟੀ। ਉਸ ਤੋਂ ਬਾਅਦ 1983 ਦੇ ਵਿੱਚ ਹਨੂਮਤ ਰਾਓ ਕਮੇਟੀ। ਠੀਕ ਹੈ ਜੀ, ਇਹਨੂੰ ਆਪਾਂ HM ਰਾਓ ਕਮੇਟੀ ਵੀ ਕਹਿ ਦਿੰਦੇ ਹਾਂ, ਇਹ ਵੀ ਧਿਆਨ 'ਚ ਰੱਖ ਲਓ। HM ਰਾਓ ਕਮੇਟੀ 1983 ਦੇ ਵਿੱਚ ਬਣੀ। ਅੱਗੇ ਹੈ ਜੀ GVK ਰਾਓ ਕਮੇਟੀ 1985 ਦੇ ਵਿੱਚ ਬਣੀ ਹੈ। ਠੀਕ ਹੈ ਜੀ, 2 ਰਾਓ ਕਮੇਟੀਆਂ ਬਣੀਆਂ, ਇੱਕ 1983 'ਚ, ਇੱਕ 1985 ਦੇ ਵਿੱਚ। ਠੀਕ ਹੈ ਜੀ, HM ਰਾਓ ਕਮੇਟੀ, ਹਨੂਮਤ ਰਾਓ ਕਮੇਟੀ 1983 ਦੇ ਵਿੱਚ, GVK ਰਾਓ ਕਮੇਟੀ 1985 ਵਿੱਚ। ML ਸਿੰਘਵੀ ਕਮੇਟੀ ਬਹੁਤ ਜ਼ਿਆਦਾ ਇੰਪੋਰਟੈਂਟ ਕਮੇਟੀ ਹੈ, ਇਹ 1986 ਦੇ ਵਿੱਚ ਬਣੀ ਹੈ। ਠੀਕ ਹੈ, ਇਹ ਕਮੇਟੀ ਹੈ ਜਿਹੜੀ ਰਾਜੀਵ ਗਾਂਧੀ ਨੇ ਬਣਵਾਈ ਸੀ। ਠੀਕ ਹੈ ਜੀ, ਉਹਦੀ ਸਿਫਾਰਿਸ਼ ਤੇ ਬਣੀ ਸੀ ਰਾਜੀਵ ਗਾਂਧੀ ਦੀ। ਤੇ ਇਸੇ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਕਿ ਪੰਚਾਇਤੀ ਰਾਜ ਨੂੰ ਸੰਵਿਧਾਨਕ ਦਰਜਾ ਦੇਣਾ ਚਾਹੀਦਾ ਹੈ। ਤੇ ਫਿਰ 73ਵੀਂ ਸੋਧ 1992 ਵਿੱਚ ਇਹਦੀ ਸਿਫਾਰਿਸ਼ ਨੂੰ ਮੰਨ ਲਿਆ ਗਿਆ ਤੇ ਪੰਚਾਇਤੀ ਰਾਜ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ। ਠੀਕ ਹੈ, ਧਿਆਨ ਰੱਖ ਲਿਓ, ਬਹੁਤ ਵਾਰੀ ਪੁੱਛਿਆ ਜਾਂਦਾ ਵੀ ਕਿਹੜੀ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਵੀ ਸੰਵਿਧਾਨਕ ਦਰਜਾ ਦਿੱਤਾ ਜਾਵੇ, ਉਹ ਸੀ MLM ਸਿੰਘਵੀ ਕਮੇਟੀ। ਅੱਗੇ ਸਰਕਾਰੀ ਕਮਿਸ਼ਨ ਬਹੁਤ ਇੰਪੋਰਟੈਂਟ ਹੈ, ਇਸ ਤੇ ਆਪਾਂ ਇੱਕ ਪੂਰਾ ਲੈਸਨ ਲੈ ਕੇ ਆਵਾਂਗੇ। 1988 ਦੇ ਵਿੱਚ ਇਹ ਆਇਆ ਸੀ, ਕੇਂਦਰ ਰਾਜ ਸੰਬੰਧ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਵੀ ਪੰਚਾਇਤੀ ਰਾਜ ਬਾਰੇ ਜਿਹੜੀ ਗੱਲਬਾਤ ਕੀਤੀ ਗਈ ਸੀ। PK ਥੁੰਗਨ ਕਮੇਟੀ 1999 ਦੇ ਵਿੱਚ ਤੇ ਹਰੀ ਲਾਲ ਖਾਰਾ ਕਮੇਟੀ 1990 ਦੇ ਵਿੱਚ। 88, 99, 90 ਤਿੰਨਾਂ ਸਾਲਾਂ ਦੇ ਵਿੱਚ ਕਮੇਟੀਆਂ ਬਣੀਆਂ ਸੀਗੀਆਂ। ਸਰਕਾਰੀਆ ਕਮਿਸ਼ਨ 1988 ਦੇ ਵਿੱਚ, ਥੁੰਗਨ ਕਮੇਟੀ 1999 ਦੇ ਵਿੱਚ ਤੇ ਹਰਲਾਲ ਸਿੰਘ ਖਾਰਾ ਕਮੇਟੀ ਹੈ ਜਿਹੜਾ 1990 ਦੇ ਵਿੱਚ। ਹਾਂਜੀ, GVK ਰਾਓ ਕਮੇਟੀ 1985 ਦੇ ਵਿੱਚ। ਇਹਨੇ ਕੀ ਕਿਹਾ? ਕਹਿੰਦੇ ਜ਼ਿਲ੍ਹੇ ਨੂੰ ਯੋਜਨਾਬੰਦ ਦੀ ਮੁੱਢਲੀ ਇਕਾਈ ਬਣਾਉਣ ਦੀ ਸਿਫਾਰਿਸ਼ ਕੀਤੀ ਸੀ ਵੀ ਜਿਹੜੀ ਯੋਜਨਾ ਹੈ ਉਹ ਜ਼ਿਲ੍ਹੇ ਪੱਧਰ ਤੇ ਬਣਨੀ ਚਾਹੀਦੀ ਹੈ। ਠੀਕ ਹੈ ਜੀ, ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ML ਸਿੰਘਵੀ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ
ਨੇ ਪੰਚਾਇਤਾਂ ਨੂੰ ਮਜ਼ਬੂਤ ਕਰਨ ਦੇ ਲਈ ਹੋਰ ਵਿੱਤੀ ਸਰੋਤ ਤੇ ਸੰਵਿਧਾਨਿਕ ਦਰਜਾ ਮੁਹੱਈਆ ਕਰਾਉਣ ਦੀ ਸਿਫਾਰਿਸ਼ ਕੀਤੀ। ਇਸ ਕਮੇਟੀ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਗ੍ਰਾਸ ਵਿਦਾਊਟ ਰੂਟ ਕਿਹਾ। ਇਹ ਬਹੁਤ ਇੰਪੋਰਟੈਂਟ ਕਮੇਟੀ ਹੈ। ਸਭ ਤੋਂ ਪਹਿਲਾਂ ਯਾਦ ਰੱਖ ਲੈਣਾ ਹੈ ਵੀ ਇਹ 1986 ਵਿੱਚ ਆਈ ਹੈ ਸਿੰਗਵੀਂ ਕਮੇਟੀ, ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਹਦਾ ਗਠਨ ਕੀਤਾ ਸੀ ਤੇ ਇਹਨੇ ਕੀ ਕਿਹਾ ਇਸ ਕਮੇਟੀ ਨੇ? ਇਹ ਜ਼ੋਰ ਦਿੱਤਾ ਵੀ ਇੱਕ ਤਾਂ ਸੰਵਿਧਾਨਿਕ ਦਰਜਾ ਦੇਣਾ ਚਾਹੀਦਾ ਪੰਚਾਇਤੀ ਰਾਜ ਸੰਸਥਾਵਾਂ ਨੂੰ, ਦੂਸਰਾ ਇਹਨਾਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਇਹਨਾਂ ਕੋਲ ਵਿੱਤੀ ਸਾਧਨ ਹੋਰ ਦੇਣੇ ਚਾਹੀਦੇ ਆ। ਠੀਕ ਹੈ ਜੀ। ਇਹ ਇੱਕ ਹੋਰ ਇਹਨੇ ਕਿਹਾ ਸੀਗਾ ਕਮੇਟੀ ਬਾਰੇ ਗ੍ਰਾਸ ਵਿਦਾਊਟ ਰੂਟਸ, ਵੀ ਇਹ ਗ੍ਰਾਸ ਘਾਹ ਹੁੰਦਾ, ਰੂਟ ਜੜ੍ਹਾਂ ਹੁੰਦੀਆਂ ਵੀ ਬਿਨਾਂ ਜੜ੍ਹਾਂ ਤੋਂ ਘਾਹ, ਯਾਨੀ ਕਿ ਇਹਨਾਂ ਪੰਚਾਇਤੀ ਰਾਜ ਸੰਸਥਾਵਾਂ ਹੈ ਇਹਨਾਂ ਕੋਲ ਕੋਈ ਫਾਈਨੈਂਸ਼ੀਅਲ ਰਿਸੋਰਸਿਸ ਨਹੀਂ ਗੇ, ਤਾਂ ਕਰਕੇ ਇਹਨੇ ਕਿਹਾ ਸੀ ਗ੍ਰਾਸ ਵਿਦਾਊਟ ਰੂਟਸ। ਠੀਕ ਹੈ, ਇਹ ਇੰਪੋਰਟੈਂਟ ਫੈਕਟਰ ਸਾਰੇ ਧਿਆਨ 'ਚ ਰੱਖ ਲੈਣੇ। ਹਾਂਜੀ, ਹੁਣ ਕੰਸੀਡਰ ਕਰਨਾ ਹੈ ਸਟੇਟਮੈਂਟ ਨੂੰ, ਦੱਸਣਾ ਵੀ ਕਿਹੜੀਆਂ ਸਟੇਟਮੈਂਟਸ ਕਰੈਕਟ ਹੈ। ਬਲਵੰਤ ਰਾਏ ਮਹਿਤਾ ਕਮੇਟੀ 1957 'ਚ ਅਪਾਇੰਟ ਹੋਈ ਸੀ, ਬਿਲਕੁਲ ਸਹੀ ਹੈ। ਅਸ਼ੋਕ ਮਹਿਤਾ ਕਮੇਟੀ 1977 'ਚ ਹੋਈ ਵੀ ਬਿਲਕੁਲ ਸਹੀ ਹੈ। LM ਸਿੰਘਵੀਂ ਕਮੇਟੀ 1986 ਦੇ ਵਿੱਚ ਰਾਜੀਵ ਗਾਂਧੀ ਨੇ ਐਸਟੈਬਲਿਸ਼ ਕੀਤੀ ਸੀ, ਵੀ ਠੀਕ ਹੈ। GVK ਰਾਓ ਕਮੇਟੀ 1999 ਗਲਤ ਹੋ ਗਿਆ ਜੀ, 1985 ਦੇ ਵਿੱਚ ਬਣੀ ਸੀਗੀ। ਠੀਕ ਹੈ ਜੀ। ਤੇ ਇੱਕ HM ਰਾਓ ਕਮੇਟੀ ਬਣੀ ਸੀ, ਜਿਹਨੂੰ ਹਨੂਮਤ ਰਾਓ ਕਮੇਟੀ ਕਹਿੰਦੇ ਆ, 1983 'ਚ ਬਣੀ ਸੀਗੀ, ਧਿਆਨ ਰੱਖ ਲੈਣਾ। ਠੀਕ ਹੈ ਜੀ। ਹਾਂਜੀ ਵੀਰੇ, 1 2 3 ਠੀਕ ਹੈ, ਤੇ ਪਹਿਲਾ ਆਨਸਰ ਹਾਂਜੀ ਲਿਸਟ 1 ਤੇ ਲਿਸਟ 2 ਨੂੰ ਮੈਚ ਕਰਨਾ ਹੈ ਤੇ ਕਰੈਕਟ ਆਨਸਰ ਜਿਹੜਾ ਉਹ ਦੱਸਣਾ ਆਪਾਂ ਕੀ ਹੈ ਇਹ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲਿਸਟ 1 ਦੇ ਵਿੱਚ ਦਿੱਤਾ ਹੋਇਆ 73ਵੀਂ ਸੰਵਿਧਾਨਕ ਸੋਧ ਤੇ 74ਵੀਂ ਸੰਵਿਧਾਨਕ ਸੋਧ, GVK ਰਾਓ ਕਮੇਟੀ ਤੇ LM ਸਿੰਘਵੀਂ ਕਮੇਟੀ। ਤੇ ਲਿਸਟ 2 ਦੇ ਵਿੱਚ ਦਿੱਤਾ ਹੋਇਆ ਆਪਾਂ ਨੂੰ ਐਡਮਿਨਿਸਟ੍ਰੇਟਿਵ ਅਰੇਂਜਮੈਂਟ ਫਾਰ ਰੂਰਲ ਡਿਵੈਲਪਮੈਂਟ, ਸਟੇਟ ਫਾਈਨੈਂਸ ਕਮਿਸ਼ਨ ਦੀ ਗੱਲ ਕੀਤੀ ਗਈ ਹੈ, ਮਿਊਨਿਸਪਲ ਕੌਂਸਲ ਤੇ ਕਨਸਟੀਟਿਊਸ਼ਨਲ ਸਟੇਟਸ ਟੂ ਪੰਚਾਇਤੀ ਰਾਜ। ਠੀਕ ਹੈ ਜੀ। ਇਹਨਾਂ ਨੂੰ ਆਪਾਂ ਮੈਚ ਕਰਨਾ ਜੀ। ਹਾਂਜੀ, ਇਹਨਾਂ ਨੂੰ ਆਪਾਂ ਮੈਚ ਕਰਨਾ ਹੈ। ਮੈਚਿੰਗ ਕਰਦੇ ਹਾਂ ਜੀ ਆਪਾਂ। ਸਭ ਤੋਂ ਪਹਿਲਾਂ 74ਵੀਂ ਸੋਧ ਹੈ ਜਿਹੜੀ ਉਹ ਜਾਏਗੀ ਮਿਊਨਿਸਪਲ ਕੌਂਸਲ ਦੇ ਨਾਲ। ਠੀਕ ਹੈ ਜੀ। ਹਾਂਜੀ, ਸੰਵਿਧਾਨਕ ਦਰਜਾ ਦੇਣ ਦੀ ਪੰਚਾਇਤਾਂ ਨੂੰ ਜਿਹੜੀ ਗੱਲ ਕਹੀ ਗਈ ਹੈ ਉਹ ਸਿਫਾਰਿਸ਼ ਕੀਤੀ ਸੀਗੀ LM ਸਿੰਘਵੀਂ ਕਮੇਟੀ ਨੇ। ਠੀਕ ਹੈ ਜੀ, ਇਹਦੇ ਨਾਲ ਮੈਚ ਹੋ ਜਾਏਗਾ। GVK ਰਾਓ ਕਮੇਟੀ ਆ, ਉਹਨੇ ਗੱਲ ਕੀਤੀ ਸੀ ਵੀ ਜ਼ਿਲ੍ਹੇ ਪੱਧਰ ਤੇ ਜਿਹੜੀਆਂ ਯੋਜਨਾ ਹੋਣੀ ਚਾਹੀਦੀ ਹੈ। ਠੀਕ ਹੈ, ਸਾਰੇ ਐਡਮਿਨਿਸਟ੍ਰੇਟਿਵ ਪ੍ਰਬੰਧ ਹੈ ਜਿਹੜੇ ਜਾਂ ਕੋਈ ਪਲਾਨ ਹੈ ਉਹ ਜ਼ਿਲ੍ਹਾ ਪੱਧਰ ਤੇ ਹੋਵੇ ਰੂਰਲ ਡਿਵੈਲਪਮੈਂਟ ਦੇ ਲਈ। ਠੀਕ ਹੈ ਜੀ। ਇਹ GVK ਰਾਓ ਕਮੇਟੀ ਦੇ ਵਿੱਚ ਕਹੀ ਗਈ ਸੀ ਤੇ 73ਵੀਂ ਸੋਧ ਦੇ ਵਿੱਚ ਸਟੇਟ ਫਾਈਨੈਂਸ ਕਮਿਸ਼ਨ ਦੀ ਗੱਲ ਕੀਤੀ ਗਈ ਹੈ। ਠੀਕ ਹੈ ਜੀ, ਇਹ ਦੇਖ ਲੈਣਾ ਧਿਆਨ ਨਾਲ ਇਸ ਨੂੰ। ਰਾਜੀਵ ਗਾਂਧੀ ਦੁਆਰਾ 1986 ਦੇ ਵਿੱਚ ਪੰਚਾਇਤੀ ਰਾਜ ਇੰਸਟੀਟਿਊਸ਼ਨ ਫਾਰ ਡੈਮੋਕ੍ਰੇਸੀ ਐਂਡ ਡਿਵੈਲਪਮੈਂਟ ਪੁਨਰ ਸਰਜੀਤ ਦੇ ਲਈ ਨਿਯੁਕਤ ਕਮੇਟੀ ਕੀਤੀ ਸੀ ਰਾਜੀਵ ਗਾਂਧੀ ਨੇ 1986 ਦੇ ਵਿੱਚ। ਠੀਕ ਹੈ ਜੀ। ਇਹ ਸੀ LM ਸਿੰਘਵੀਂ ਕਮੇਟੀ। ਠੀਕ ਹੈ ਜੀ। ਇਸ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਵੀ ਜਿਹੜਾ ਪੰਚਾਇਤੀ ਰਾਜ ਨੂੰ ਸੰਵਿਧਾਨਕ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਤੇ ਹੋਰ ਜ਼ਿਆਦਾ ਜਿਹੜੇ ਫਾਈਨੈਂਸ਼ੀਅਲ ਰਿਸੋਰਸਿਸ ਪ੍ਰੋਵਾਈਡ ਕਰਵਾਏ ਜਾਣੇ ਚਾਹੀਦੇ ਹੈ। ਇਸੇ ਕਮੇਟੀ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਕਿਹਾ ਸੀਗਾ ਗ੍ਰਾਸ ਵਿਦਾਊਟ ਰੂਟਸ। ਠੀਕ ਹੈ, ਇਹ ਧਿਆਨ 'ਚ ਰੱਖ ਲੈਣਾ। ਦਸੰਬਰ 1992 ਦੇ ਵਿੱਚ ਸੰਸਦ ਦੁਆਰਾ 73ਵੀਂ ਤੇ 74ਵੀਂ ਸੋਧਾਂ ਪਾਸ ਕੀਤੀਆਂ ਗਈਆਂ। ਇਹ ਇੰਪੋਰਟੈਂਟ ਜਿਹੜੇ ਫੈਕਟ ਹੈ ਧਿਆਨ 'ਚ ਰੱਖ ਲੈਣੇ ਆ। ਠੀਕ ਹੈ, ਦਸੰਬਰ 1992 ਦੇ ਵਿੱਚ 73ਵੀਂ ਤੇ 74ਵੀਂ ਸੰਵਿਧਾਨਕ ਸੋਧ ਪਾਸ ਕੀਤੀ ਗਈ। 73ਵੀਂ ਸੋਧ ਦਾ ਜਿਹੜਾ ਸੰਬੰਧ ਸੀ ਉਹ ਪਿੰਡੂ ਦੇ ਨਾਲ ਸੀ ਤੇ 74ਵੀਂ ਦਾ ਸੰਬੰਧ ਸੀ ਸ਼ਹਿਰੀ। ਠੀਕ ਹੈ, ਇਹ ਲੋਕਲ ਸੈਲਫ ਗਵਰਨਮੈਂਟ ਦੀ ਸ਼ੁਰੂਆਤ ਹੋ ਗਈ ਸੀ 1992 ਦੇ ਵਿੱਚ। 73ਵੀਂ ਸੋਧ 1992 ਜਿਹੜੀ ਇਹ ਲਾਗੂ ਹੋਈ ਸੀ 24 ਅਪ੍ਰੈਲ 1993 ਦੇ ਵਿੱਚ, ਕਿਉਂਕਿ ਦਸੰਬਰ ਦੇ ਵਿੱਚ ਇਹ ਬਿੱਲ ਲਿਆਂਦਾ ਗਿਆ ਸੀ, ਪਾਸ ਹੋ ਗਿਆ ਸੀ ਤੇ ਲਾਗੂ ਕੀਤਾ ਗਿਆ ਸੀ ਅਗਲੇ ਸਾਲ 24 ਅਪ੍ਰੈਲ 1993 ਦੇ ਵਿੱਚ। ਤੇ ਇਸੇ ਦਿਨ ਨੂੰ ਪੰਚਾਇਤੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿਉਂਕਿ 73ਵੀਂ ਸੋਧ ਹੈ ਪੰਚਾਇਤੀ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਪੰਚਾਇਤਾਂ ਦੇ ਨਾਲ ਸੰਬੰਧਿਤ ਹੈ। ਕਲੀਅਰ ਹੋ ਗਿਆ। ਤੇ 74ਵੀਂ ਜਿਹੜੀ ਸੋਧ ਹੈ 1992 ਦੇ ਵਿੱਚ ਹੋਈ ਸੀ ਜਿਹੜੀ ਇਹ ਲਾਗੂ ਹੋਈ ਸੀ 1 ਜੂਨ 1993 ਦੇ ਵਿੱਚ। ਠੀਕ ਹੈ, ਇਹ ਦੋਨੋਂ ਡੇਟਾ ਯਾਦ ਕਰ ਲੈਣੀਆਂ ਐਗਜ਼ਾਮ ਦੇ ਵਿੱਚ। ਕਈ ਵਾਰ ਪੁੱਛਿਆ ਨਾ ਲਾਗੂ ਕਦੋਂ ਹੋਈ ਸੀ, ਇਨਫੋਰਸਮੈਂਟ ਕਦੋਂ ਹੋਈ ਸੀ। ਠੀਕ ਹੈ, ਇੰਪਲੀਮੈਂਟ ਕਦੋਂ ਹੋਈ ਸੀ। ਜਦੋਂ ਪੰਚਾਇਤੀ ਰਾਜ ਐਕਟ ਭਾਰਤ ਵਿੱਚ ਲਾਗੂ ਹੋਇਆ, ਕਦੋਂ ਲਾਗੂ ਹੋਇਆ ਪੰਚਾਇਤੀ ਰਾਜ ਬਾਰੇ ਦੱਸਣਾ ਹੈ। ਇਹ 24 ਅਪ੍ਰੈਲ 1993 ਨੂੰ ਲਾਗੂ ਹੋਇਆ ਸੀ। 24 ਅਪ੍ਰੈਲ ਨੂੰ ਆਪਾਂ ਪੰਚਾਇਤੀ ਜਿਹੜਾ ਦਿਵਸ ਉਹ ਮਨਾਇਆ ਜਾਂਦਾ ਜੀ। ਹਾਂਜੀ, ਪੰਚਾਇਤੀ ਰਾਜ ਦਿਵਸ ਕਦੋਂ ਮਨਾਇਆ ਜਾਂਦਾ ਜੀ? ਪੰਚਾਇਤੀ ਰਾਜ ਦਿਵਸ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹਰ ਸਾਲ। ਪੰਚਾਇਤੀ ਰਾਜ ਸੰਸਥਾਵਾਂ ਹੋਂਦ ਵਿੱਚ ਆਈਆਂ ਸੀ, ਦੱਸਣਾ ਹੈ ਕਿਹੜੀ ਸੋਧ ਦੁਆਰਾ? 73ਵੀਂ ਤੇ 74ਵੀਂ ਸੋਧ ਦੁਆਰਾ ਆਈਆਂ ਸੀ। ਭਾਰਤ ਦੇ ਸੰਵਿਧਾਨ ਵਿੱਚ ਲਿਖੀਆਂ ਸੋਧਾਂ ਵਿੱਚੋਂ ਕਿਹੜੀ ਪੰਚਾਇਤੀ ਰਾਜ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕਰਦੀ ਹੈ? ਹਾਂਜੀ, 73ਵੀਂ ਸੋਧ ਦੇ ਵਿੱਚ ਇਹ ਸੰਵਿਧਾਨਿਕ ਦਰਜਾ ਪੰਚਾਇਤੀ ਰਾਜ ਨੂੰ ਪ੍ਰਾਪਤ ਹੋ ਗਿਆ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਹੁਣ ਪੰਚਾਇਤੀ ਰਾਜ ਜਿਹੜੀਆਂ ਸੰਸਥਾਵਾਂ ਦੀ ਵਿਸ਼ੇਸ਼ਤਾਵਾਂ ਪੜਾਂਗੇ ਆਪਾਂ। ਹਾਂਜੀ, ਸਭ ਤੋਂ ਪਹਿਲੀ ਵਿਸ਼ੇਸ਼ਤਾ ਹੈ ਵੀ 1992 ਦੀ 73ਵੀਂ ਸੋਧ। ਠੀਕ ਹੈ ਜੀ, ਇਸੇ ਸੋਧ ਦੇ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਸੀ ਤੇ ਇਹ ਜਿਹੜੀ ਸੋਧ ਹੈ ਸੰਵਿਧਾਨ ਦੇ ਵਿੱਚ ਭਾਗ 9 ਨੂੰ ਜੋੜਦੀ ਹੈ ਤੇ ਜਿਸ ਦੇ ਵਿੱਚ ਆਰਟੀਕਲ 143A ਤੋਂ ਲੈ ਕੇ 143O ਤੱਕ ਦਾ ਪ੍ਰਬੰਧ ਕੀਤਾ ਗਿਆ। 243A ਤੋਂ ਲੈ ਕੇ 243O ਤੱਕ। ਠੀਕ ਹੈ ਜੀ, ਇਹਦਾ ਮਤਲਬ ਜਿਹੜੀ ਪੰਚਾਇਤੀ ਰਾਜ ਨਾਲ ਸੰਬੰਧਿਤ ਆਰਟੀਕਲ 243 ਹੈ। ਠੀਕ ਹੈ ਜੀ, A ਤੋਂ ਲੈ ਕੇ O ਤੱਕ। ਠੀਕ ਹੈ ਜੀ, ਲਗਭਗ ਇਹਦੇ ਵਿੱਚ ਸਮਝ ਲਓ 15 ਜਿਹੜੇ ਹੈਗੇ ਆਰਟੀਕਲ ਇਹਦੇ ਸ਼ਾਮਲ ਹੈ ਜੀ। ਠੀਕ ਹੈ, ਭਾਰਤੀ ਸੰਵਿਧਾਨ ਦੇ ਵਿੱਚ 11ਵੀਂ ਅਨੁਸੂਚੀ ਨੂੰ ਜੋੜਿਆ ਗਿਆ ਇਹਦੇ ਵਿੱਚ 73ਵੀਂ ਸੋਧ ਦੁਆਰਾ। ਟੋਟਲ 12 ਅਨੁਸੂਚੀਆਂ ਜੀ ਤੇ 11ਵੀਂ ਅਨੁਸੂਚੀ 73ਵੀਂ ਸੋਧ ਦੁਆਰਾ ਜੋੜੀ ਗਈ। ਹਾਂਜੀ, ਪੰਚਾਇਤਾਂ ਨੂੰ 29 ਕੰਮ ਦਿੱਤੇ ਗਏ। ਇਹਦਾ ਵਰਣਨ 243G ਦੇ ਵਿੱਚ ਕੀਤਾ ਗਿਆ। ਠੀਕ ਹੈ, ਆਰਟੀਕਲ 243G ਦੇ ਵਿੱਚ ਇਹਦਾ ਵਰਣਨ ਕੀਤਾ ਗਿਆ। ਕਹਿੰਦੇ ਇਸ ਐਕਟ ਨੇ ਸੰਵਿਧਾਨ ਦੀ ਧਾਰਾ 40 ਨੂੰ ਅਮਲੀ ਰੂਪ ਦਿੱਤਾ। ਠੀਕ ਹੈ ਜੀ, ਇਹ 40 ਹੈ ਜਿਹੜੀ DPSP ਦੀ ਹੈ, ਜਿਹਦੇ ਵਿੱਚ ਕਿਹਾ ਗਿਆ ਸੀ ਵੀ ਪੰਚਾਇਤੀ ਰਾਜ ਦਾ ਗਠਨ ਹੋਵੇਗਾ ਤੇ ਇਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਇਸ ਧਾਰਾ ਨੂੰ 73ਵੀਂ ਸੋਧ 1992 ਦੁਆਰਾ। ਸਾਰੇ ਫੈਕਟ ਇੰਪੋਰਟੈਂਟ ਹੈ ਜੀ, ਇਹਨਾਂ ਸਾਰੇ ਫੈਕਟਾਂ ਨੂੰ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਪੰਚਾਇਤੀ ਰਾਜ ਦਾ ਉਦੇਸ਼ ਕੀ ਸੀ? ਕਿਸ ਉਦੇਸ਼ ਦੇ ਨਾਲ ਗਠਨ ਹੋਇਆ ਸੀਗਾ? ਪ੍ਰਸ਼ਾਸਨ ਵਿੱਚ ਲੋਕਾਂ ਦੀ ਭਾਗੀਦਾਰੀ ਬਣਾਉਣਾ। ਹਾਂਜੀ, ਲੋਕਾਂ ਨੂੰ ਵੋਟਾਂ ਲਈ ਬਣਾਉਣ ਲਈ ਪ੍ਰੇਰਿਤ ਕਰਨਾ, ਇਹ ਵੀ ਗਲਤ ਹੈ। ਲੋਕਾਂ ਨੂੰ ਕੇਂਦਰੀ ਸਰਕਾਰ ਵਿੱਚ ਨਹੀਂ, ਇਹ ਤਾਂ ਰਾਜ ਸਰਕਾਰ ਦਾ ਵਿਸ਼ਾ ਹੈ। ਪ੍ਰਸ਼ਾਸਨ ਨੂੰ ਸਥਾਨਕ ਸੰਸਥਾਵਾਂ ਵਿੱਚ ਭਾਗੀਦਾਰੀ ਬਣਾਉਣਾ ਨਹੀਂ, ਪ੍ਰਸ਼ਾਸਨ ਵਿੱਚ ਲੋਕਾਂ ਦੀ ਭਾਗੀਦਾਰੀ ਬਣਾਉਣਾ ਇਹ ਇਹਦਾ ਮੁੱਖ ਉਦੇਸ਼ ਸੀ। ਠੀਕ ਹੈ ਜੀ। ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਪੰਚਾਇਤੀ ਰਾਜ। ਪੰਚਾਇਤੀ ਰਾਜ ਨਾਲ ਸੰਬੰਧਿਤ ਆਰਟੀਕਲ 243 ਹੈ। ਇਹ A ਤੋਂ ਸ਼ੁਰੂ ਹੁੰਦਾ ਹੈ ਤੇ O ਤੇ ਖਤਮ ਹੁੰਦਾ ਹੈ। ਇਹ ਧਿਆਨ ਰੱਖ ਲੈਣਾ, 243A ਤੋਂ ਲੈ ਕੇ 243O ਤੱਕ ਹੈ ਜੀ। ਠੀਕ ਹੈ ਜੀ। Which schedule was added to the constitution by the 73rd
ਕਿਹੜਾ ਸ਼ਡਿਊਲ ਐਡ ਕੀਤਾ ਗਿਆ ਦੱਸਣਾ 73ਵੀਂ ਸੋਧ ਦੁਆਰਾ ਕਨਸਟੀਟਿਊਸ਼ਨਲ ਅਮੈਂਡਮੈਂਟ ਦੁਆਰਾ ਇਹ 11ਵਾਂ ਜਿਹੜਾ ਸ਼ਡਿਊਲ ਹੈ ਉਹ ਐਡ ਕੀਤਾ ਗਿਆ ਸੀ, ਠੀਕ ਹੈ ਜੀ। ਵਿਚ ਪਾਰਟ ਆਫ ਦੀ ਕਨਸਟੀਟਿਊਸ਼ਨ ਆਫ ਡਿਸਕ੍ਰਾਈਬ ਦੀ ਪੰਚਾਇਤੀ ਰਾਜ ਸਿਸਟਮ, ਸੰਵਿਧਾਨ ਦਾ ਕਿਹੜਾ ਭਾਗ ਹੈ ਜਿਹੜਾ ਪੰਚਾਇਤੀ ਰਾਜ ਨੂੰ ਦਾ ਵਰਣਨ ਕਰਦਾ ਹੈ ਜੀ, ਉਹ ਭਾਗ ਹੈਗਾ ਜੀ 9ਵਾਂ ਭਾਗ 9। ਹਾਂਜੀ, ਵੱਖ-ਵੱਖ ਰਾਜਾਂ ਵਿੱਚ ਪੰਚਾਇਤੀ ਪੱਧਰ, ਦੂਸਰੀ ਵਿਸ਼ੇਸ਼ਤਾ ਤੇ ਚੱਲਦੇ ਹਾਂ। ਜਿਹੜੇ ਵੱਖ-ਵੱਖ ਰਾਜਾਂ ਦੇ ਵਿੱਚ ਪੰਚਾਇਤੀ ਦਾ ਪੱਧਰ ਅਲੱਗ-ਅਲੱਗ ਹੈ। ਇੱਕ ਪੱਧਰੀ ਕੇਵਲ ਗ੍ਰਾਮ ਪੰਚਾਇਤਾਂ ਹੀ ਹੈਗੀਆਂ, ਉਹ ਕਿੱਥੇ-ਕਿੱਥੇ ਹੈ? ਕੇਰਲ ਦੇ ਵਿੱਚ ਤ੍ਰਿਪੁਰਾ, ਸਿੱਕਮ, ਮਣੀਪੁਰ, ਜੰਮੂ ਤੇ ਕਸ਼ਮੀਰ, ਇਹਨਾਂ ਵਿੱਚ ਸਿਰਫ ਗ੍ਰਾਮ ਪੰਚਾਇਤਾਂ ਹੀ ਹੈ। ਦੋ ਪੱਧਰੀ ਜਿੱਥੇ ਗ੍ਰਾਮ ਪੰਚਾਇਤ ਤੇ ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ ਹੈ, ਉਹ ਅਸਮ, ਕਰਨਾਟਕਾ, ਉੜੀਸਾ, ਹਰਿਆਣਾ ਤੇ ਦਿੱਲੀ ਤੇ ਪੁਡੂਚੇਰੀ ਹੈ। ਤਿੰਨ ਪੱਧਰੀ ਗ੍ਰਾਮ ਪੰਚਾਇਤਾਂ ਦੀ ਗੱਲ ਕਰੀਏ ਜਿਹਦੇ ਵਿੱਚ ਗ੍ਰਾਮ ਪੰਚਾਇਤ, ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ, ਇਹ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰ ਪ੍ਰਦੇਸ਼, ਪੰਜਾਬ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਗੁਜਰਾਤ ਤੇ ਗੋਆ ਦੇ ਵਿੱਚ ਹੈ। 4 ਟੀਅਰ ਜਿਹਦੇ ਵਿੱਚ ਗ੍ਰਾਮ ਪੰਚਾਇਤ, ਅੰਚਲ ਪੰਚਾਇਤ, ਜ਼ੋਨਲ ਕੌਂਸਲ ਤੇ ਜ਼ਿਲ੍ਹਾ ਪਰਿਸ਼ਦ ਇੱਕੋ ਇੱਕ ਹੈ, ਵੈਸਟ ਬੰਗਾਲ, ਠੀਕ ਹੈ ਜੀ। ਤੇ ਨੋਟ ਕੀ ਕਰਨਾ ਹੈ, ਮੇਘਾਲਿਆ, ਨਾਗਾਲੈਂਡ, ਮਿਜ਼ੋਰਮ ਦੇ ਵਿੱਚ ਪੰਚਾਇਤੀ ਰਾਜ ਲਾਗੂ ਨਹੀਂ ਹੋਇਆ। ਇਹ ਵੈਰੀ ਇੰਪੋਰਟੈਂਟ ਹੈ, ਸਵਾਲ ਪੁੱਛਿਆ ਜਾਂਦਾ ਵੀ ਕਿੱਥੇ ਪੰਚਾਇਤੀ ਰਾਜ ਨਹੀਂ ਲਾਗੂ ਹੋਇਆ, ਤਾਂ ਯਾਦ ਰੱਖਣਾ ਮੇਘਾਲਿਆ, ਨਾਗਾਲੈਂਡ ਤੇ ਮਿਜ਼ੋਰਮ, ਠੀਕ ਹੈ। ਮੇਘਾਲਿਆ, ਨਾਗਾਲੈਂਡ ਤੇ ਮਿਜ਼ੋਰਮ ਇਹ ਤਿੰਨ ਅਜਿਹੇ ਸਟੇਟ ਹੈ ਜਿਹਦੇ ਵਿੱਚ ਪੰਚਾਇਤੀ ਰਾਜ ਲਾਗੂ ਨਹੀਂ ਹੋ ਸਕਿਆ। ਇੱਥੇ ਕਬਾਇਲੀ ਕੌਂਸਲ ਹੈ, ਧਿਆਨ ਰੱਖ ਲੈਣਾ, ਤਿੰਨਾਂ ਵਿੱਚ ਕੀ ਹੈ ਜੀ? ਕਬਾਇਲੀ ਕੌਂਸਲ ਹੈ। ਹਾਂ, ਜਿਹਦੇ ਵਿੱਚ ਜਿਹੜੇ ਇੰਪੋਰਟੈਂਟ ਫੈਕਟ ਜਿਹੜੇ ਤੁਸੀਂ ਧਿਆਨ 'ਚ ਰੱਖਣੇ ਆ, ਇੱਕ ਤਾਂ ਧਿਆਨ 'ਚ ਰੱਖਣਾ ਹੈ ਵੀ ਕਿੱਥੇ ਪੰਚਾਇਤੀ ਰਾਜ ਜਿਹੜਾ ਲਾਗੂ ਨਹੀਂ ਹੋਇਆ। ਇੱਕ ਯਾਦ ਰੱਖ ਲੈਣਾ 4 ਟੀਅਰ ਤੇ ਇੱਕ ਰੱਖ ਲੈਣਾ ਤੁਸੀਂ ਇੱਕ ਪੱਧਰੀ। ਇਹਨਾਂ ਪ੍ਰਾਂਤਾਂ ਨੂੰ ਤੁਸੀਂ ਯਾਦ ਕਰ ਲੈਣਾ। ਬਾਕੀ ਸਾਰੇ ਜਿਹੜੇ ਸੂਬੇ ਆ ਉਹ ਜਿਹੜੇ ਹੈਗੇ ਆ 3 ਪੱਧਰੀ ਤੇ 2 ਪੱਧਰੀ 'ਚ ਆਉਂਦੇ ਆ, ਠੀਕ ਹੈ ਜੀ। 2 ਪੱਧਰੀ ਵਾਲੇ ਵੀ ਦੇਖ ਲਿਓ, ਬਾਕੀ ਸਾਰੇ 3 ਪੱਧਰੀ 'ਚ ਆਉਣਗੇ, ਠੀਕ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਹੈ ਜੀ, ਇਹ ਧਿਆਨ ਰੱਖ ਲੈਣਾ ਵੀ ਕਿੱਥੇ ਪੰਚਾਇਤੀ ਰਾਜ ਲਾਗੂ ਨਹੀਂ ਹੋਇਆ। ਹਾਂਜੀ, 73ਵੀਂ ਜਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਡਸ ਨਾਟ ਅਪਲਾਈ ਟੂ ਵਿਚ ਆਫ ਦੀ ਫੋਲੋਇੰਗ ਸਟੇਟ, ਦੱਸਣਾ ਵੀ ਕਿੱਥੇ 73ਵੀਂ ਸੋਧ ਲਾਗੂ ਨਹੀਂ ਹੁੰਦੀ, ਠੀਕ ਹੈ ਜੀ। ਇਹ ਹੈਗਾ ਜੀ ਆਪਣੇ ਕੋਲ ਨਾਗਾਲੈਂਡ, ਠੀਕ ਹੈ ਜੀ। ਨਾਗਾਲੈਂਡ ਦੇ ਵਿੱਚ ਇਹ ਲਾਗੂ ਨਹੀਂ ਹੁੰਦੀ। ਨਾਗਾਲੈਂਡ ਦੇ ਨਾਲ ਹੈਗਾ ਜੀ ਆਪਣੇ ਕੋਲ ਮਿਜ਼ੋਰਮ, ਠੀਕ ਹੈ, ਮੇਘਾਲਿਆ, ਠੀਕ ਹੈ। ਇਹ ਧਿਆਨ ਰੱਖ ਲੈਣਾ, ਮਿਜ਼ੋਰਮ ਤੇ ਮੇਘਾਲਿਆ ਵਿੱਚ ਵੀ ਇਹ ਲਾਗੂ ਨਹੀਂ ਹੁੰਦੀ। ਪੰਜਾਬ ਦੇ ਵਿੱਚ ਆਪਾਂ ਪੜ੍ਹਿਆ 3 ਟਾਇਰ ਹੈ, ਉੱਤਰ ਪ੍ਰਦੇਸ਼ ਦੇ ਵਿੱਚ 3 ਟਾਇਰ ਹੈ, ਹਰਿਆਣੇ 'ਚ 2 ਟਾਇਰ ਹੈ, ਠੀਕ ਹੈ ਜੀ। ਧਿਆਨ 'ਚ ਰੱਖ ਲੈਣਾ ਜੀ। ਕਿਹੜੇ ਰਾਜਾਂ ਦੇ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਨਹੀਂ ਹੈ? ਮਿਜ਼ੋਰਮ 'ਚ ਹੈ ਨਹੀਂ, ਠੀਕ ਹੈ ਜੀ। ਮਿਜ਼ੋਰਮ ਦੇ ਵਿੱਚ ਹੈ ਨਹੀਂ, ਨਾਗਾਲੈਂਡ ਦੇ ਵਿੱਚ ਹੈ ਨਹੀਂ, ਤੇ ਇੱਕ ਆਪਾਂ ਪੜ੍ਹਿਆ ਹੋਇਆ ਮਿਜ਼ੋਰਮ, ਮੇਘਾਲਿਆ, ਠੀਕ ਹੈ ਜੀ। ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਕੁਝ ਇੰਪੋਰਟੈਂਟ ਜਿਹੜੇ ਆਰਟੀਕਲ ਹੈ ਉਹ ਧਿਆਨ 'ਚ ਰੱਖਣੇ ਆ ਜੀ। 243 ਇਹ ਆਰਟੀਕਲ ਗ੍ਰਾਮ ਸਭਾ ਬਾਰੇ ਗੱਲ ਕਰਦੀ ਹੈ। 243 ਬੀ ਦੇ ਵਿੱਚ ਪੰਚਾਇਤਾਂ ਦੇ ਗਠਨ ਦਾ ਗੱਲ ਕੀਤਾ ਗਿਆ ਹੈ। 243 ਦੇ ਵਿੱਚ ਪੰਚਾਇਤਾਂ ਦੀ ਕਿਸ ਤਰ੍ਹਾਂ ਰਚਨਾ ਹੋਏਗੀ ਉਹ ਦੱਸੀ ਗਈ ਹੈ। 243 ਡੀ ਰਾਖਵੇਂਕਰਨ ਦੇ ਨਾਲ ਸੰਬੰਧਿਤ ਹੈ। 243 ਐਫ ਮੈਂਬਰਾਂ ਦੀ ਯੋਗਤਾ ਤੇ ਅਯੋਗਤਾ ਦੇ ਨਾਲ ਸੰਬੰਧਿਤ ਹੈ। 243 ਜੀ ਦੇ ਵਿੱਚ ਪੰਚਾਇਤਾਂ ਦੇ ਕੰਮ ਤੇ ਜ਼ਿੰਮੇਵਾਰੀਆਂ ਦਾ ਵਰਣਨ ਕੀਤਾ ਗਿਆ ਹੈ। 243 ਈ ਦੇ ਵਿੱਚ ਪੰਚਾਇਤਾਂ ਦਾ ਕਾਰਜਕਾਲ ਕਿੰਨਾ ਹੋਵੇਗਾ ਇਹ ਦੱਸਿਆ ਗਿਆ ਹੈ। 243 ਐਚ ਦੇ ਵਿੱਚ ਪੰਚਾਇਤਾਂ ਦੀ ਜਿਹੜੀ ਧਨ ਨਾਲ ਸੰਬੰਧਿਤ ਜਿਹੜੀਆਂ ਸ਼ਕਤੀਆਂ ਦੱਸੀਆਂ ਗਈਆਂ ਵੀ ਕਿਹੜੇ ਟੈਕਸ ਉਹ ਲਗਾ ਸਕਦੇ ਆ, ਠੀਕ ਹੈ। ਇਹ ਸਾਰੇ ਇੰਪੋਰਟੈਂਟ ਹੈ, ਧਿਆਨ 'ਚ ਰੱਖ ਲੈਣੇ ਆ ਜੀ। ਇਹ ਆਪਾਂ ਦੁਬਾਰਾ ਰਿਪੀਟ ਵੀ ਕਰਦੇ ਰਵਾਂਗੇ ਅੱਗੇ। ਹਾਂਜੀ, ਪੰਚਾਇਤੀ ਰਾਜ ਸੰਸਥਾਵਾਂ ਦਾ ਗਠਨ, ਜਿਹੜਾ ਗਠਨ ਹੈ ਉਹ ਆਰਟੀਕਲ 243 ਬੀ ਦੇ ਵਿੱਚ ਕਿਹਾ ਗਿਆ। ਇਹਦੇ ਵਿੱਚ ਕਿਹਾ ਗਿਆ ਵੀ ਪਿੰਡ ਪੱਧਰ ਤੇ ਵਿਚਕਾਰਲਾ ਪੱਧਰ ਜਿਹਦੇ ਵਿੱਚ ਬਲਾਕ ਸਮਿਤੀ ਹੋਏਗੀ ਤੇ ਜ਼ਿਲ੍ਹਾ ਪੱਧਰ ਜਿਹਦੇ ਵਿੱਚ ਜ਼ਿਲ੍ਹਾ ਪਰਿਸ਼ਦ ਹੋਏਗੀ, ਗਠਨ ਦੀ ਵਿਵਸਥਾ ਕੀਤੀ ਗਈ ਹੈ, ਠੀਕ ਹੈ ਜੀ। ਆਰਟੀਕਲ 243 ਬੀ ਦੇ ਵਿੱਚ ਦੱਸਿਆ ਗਿਆ ਵੀ 3 ਪੱਧਰੀ ਜਿਹੜਾ ਪੰਚਾਇਤੀ ਗਠਨ ਹੋਏਗਾ, ਠੀਕ ਹੈ। ਪਰ ਇੱਕ ਦੇ ਵਿੱਚ ਕੁਝ 1-2 ਗੱਲਾਂ ਨੋਟ ਵੀ ਕਰਨੀਆਂ, ਉਹ ਕੀ ਹੈ ਵੀ ਉਹ ਅਜਿਹੇ ਰਾਜ ਜਿੱਥੇ ਆਬਾਦੀ 20 ਲੱਖ ਤੋਂ ਘੱਟ ਹੈ ਉੱਥੇ ਕਹਿੰਦੇ ਜਿਹੜਾ ਮਿਡਲ ਪੱਧਰ ਹੈ ਬਲਾਕ ਸਮਿਤੀ ਉਹਦਾ ਗਠਨ ਨਹੀਂ ਕੀਤਾ ਜਾਏਗਾ, ਇਹ ਗੱਲ ਕਹੀ ਗਈ ਹੈ। ਹੇਠਲੇ ਪੱਧਰ ਤੇ ਗ੍ਰਾਮ ਸਭਾ ਜਾਂ ਗ੍ਰਾਮ ਪੰਚਾਇਤ ਦਾ ਗਠਨ ਕੀਤਾ ਜਾਏਗਾ। ਵਿਚਕਾਰਲੇ ਪੱਧਰ ਤੇ ਬਲਾਕ ਸਮਿਤੀ ਦਾ ਹੋਏਗਾ ਤੇ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪਰਿਸ਼ਦ ਦਾ ਗਠਨ ਕੀਤਾ ਜਾਏਗਾ। ਇਹ ਆਰਟੀਕਲ 243 ਬੀ ਦੇ ਵਿੱਚ ਇਹਦਾ ਸਾਰਾ ਕੁਝ ਦੱਸਿਆ ਗਿਆ ਜੀ। A 3-tier ਪੰਚਾਇਤੀ is envisaged in 4 states having population above, ਇਹਨੇ 3 ਟਾਇਰ ਹੈ ਉਹ ਕਿੰਨਾ ਸਟੇਟਾਂ ਵਿੱਚ ਲੱਗੇਗੀ ਜਿਨ੍ਹਾਂ ਦੀ ਜਿਹੜੀ ਪਾਪੂਲੇਸ਼ਨ ਆ 20 ਲੱਖ ਤੋਂ ਜ਼ਿਆਦਾ ਹੈ, ਠੀਕ ਹੈ। ਕਿਸ ਤੋਂ ਜ਼ਿਆਦਾ ਜੀ? 20 ਲੱਖ ਤੋਂ ਜ਼ਿਆਦਾ ਹੈ ਜੀ। ਇਹ ਆਪਾਂ ਹੁਣੇ ਪੜ੍ਹ ਕੇ ਗਏ ਪਿੱਛੇ ਜੀ। The 3-tier system of local government does not include, 3-tier system ਜਿਹੜਾ ਲੋਕਲ ਗਵਰਨਮੈਂਟ ਦਾ ਉਹਦੇ ਵਿੱਚ ਕੀ ਨਹੀਂ ਸ਼ਾਮਲ? ਪੰਚਾਇਤੀ ਸਮਿਤੀ ਸ਼ਾਮਲ ਹੈ ਜੀ, ਇਹ 2 ਨੰਬਰ ਵਿਚਕਾਰ ਲਈ ਹੈ ਜੀ। ਵਿਲੇਜ ਕਮੇਟੀ, ਗ੍ਰਾਮ ਪੰਚਾਇਤ ਇਹ ਸਭ ਤੋਂ ਹੇਠਲੇ ਪੱਧਰ ਦੀ ਹੈ ਜੀ, ਤੇ ਜ਼ਿਲ੍ਹਾ ਪਰਿਸ਼ਦ ਇਹ ਸਭ ਤੋਂ ਟੌਪ ਦੀ ਹੈ ਜੀ, ਠੀਕ ਹੈ ਜੀ। ਇਹ ਧਿਆਨ ਰੱਖ ਲੈਣਾ ਹੈ ਤੇ ਫਿਰ ਇਹਦਾ ਰਾਈਟ ਆਨਸਰ ਬਣ ਜਾਏਗਾ ਵਿਲੇਜ ਕਮੇਟੀ ਉਹਦੇ ਵਿੱਚ ਸ਼ਾਮਲ ਨਹੀਂ ਹੈ ਜੀ। ਪੰਚਾਇਤੀ ਰਾਜ ਸੰਸਥਾਵਾਂ ਦੀ ਮਿਆਦ ਹੈ ਜਿਹੜੀ ਆਰਟੀਕਲ 243 ਈ ਦੇ ਵਿੱਚ ਦੱਸੀ ਗਈ ਹੈ ਜੀ। ਇਹਦੇ ਵਿੱਚ ਦੱਸਿਆ ਗਿਆ ਹਰ ਪੱਧਰ ਦਾ ਮਤਲਬ ਜ਼ਿਲ੍ਹਾ ਪੱਧਰ, ਬਲਾਕ ਪੱਧਰ ਤੇ ਪਿੰਡ ਪੱਧਰ ਤੇ ਜਿਹੜਾ ਕਾਰਜਕਾਲ ਹੈ ਉਹ 5 ਸਾਲ ਹੋਏਗਾ, ਠੀਕ ਹੈ ਜੀ। ਪਰ ਇਹਨਾਂ ਤਿੰਨਾਂ ਜਿਹੜੀਆਂ ਪੱਧਰਾਂ ਤੇ ਜਿਹੜੀ ਸੰਸਥਾਵਾਂ ਹੈ ਪੰਚਾਇਤੀ ਰਾਜ, ਉਹਨਾਂ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਹੈ। ਜੇਕਰ ਇਹਨਾਂ ਨੂੰ ਪਹਿਲਾਂ ਭੰਗ ਕਰ ਦਿੱਤਾ ਜਾਂਦਾ ਹੈ ਤਾਂ ਬਾਕੀ ਰਹਿੰਦੇ ਕਾਰਜਕਾਲ ਦੇ ਲਈ ਚੋਣਾਂ ਕਰਵਾਈਆਂ ਜਾਣਗੀਆਂ। ਕਹਿਣ ਦਾ ਮਤਲਬ ਵੀ 2 ਸਾਲ ਦਾ ਟੈਨਿਓਰ ਪੂਰਾ ਹੋ ਗਿਆ, ਭੰਗ ਕਰਤੀ, 3 ਸਾਲ ਦੇ ਟੈਨਿਓਰ ਦੇ ਲਈ ਨਵੀਂ ਜਿਹੜੀ ਪੰਚਾਇਤ ਉਹ ਚੁਣੀ ਜਾਏਗੀ, ਠੀਕ ਹੈ ਜੀ। ਤੇ ਜੇ 6 ਮਹੀਨਿਆਂ ਤੋਂ ਘੱਟ ਦਾ ਸਮਾਂ ਬਾਕੀ ਰਹਿ ਜਾਂਦਾ ਤਾਂ ਫਿਰ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ, ਠੀਕ ਹੈ। ਇਹ ਵੀ ਧਿਆਨ 'ਚ ਰੱਖ ਲੈਣਾ, ਸਾਰੇ ਫੈਕਟ ਇੰਪੋਰਟੈਂਟ ਹੈ। ਹਾਂਜੀ, ਨੈਕਸਟ ਹੈ ਜੀ ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰ ਤੇ ਚੇਅਰਪਰਸਨਾਂ ਦੀ ਚੋਣ। ਜਿਹੜੇ ਪੰਚਾਇਤੀ ਰਾਜ ਦੇ ਜਿਹੜੇ ਮੈਂਬਰਾਂ ਦੀ ਚੋਣ ਕਿਵੇਂ ਹੁੰਦੀ ਹੈ ਤੇ ਚੇਅਰਪਰਸਨਾਂ ਦੀ ਚੋਣ ਕਿਵੇਂ ਹੁੰਦੀ ਹੈ? ਪਿੰਡ ਵਿਚਕਾਰਲੇ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਪੰਚਾਇਤ ਦੇ ਸਾਰੇ ਮੈਂਬਰ ਸਿੱਧੇ ਲੋਕਾਂ ਦੁਆਰਾ ਚੁਣੇ ਜਾਣਗੇ, ਠੀਕ ਹੈ ਜੀ। ਪੰਜਾਬ ਦੇ ਵਿੱਚ ਇਹੀ ਫਾਰਮੂਲਾ ਲਾਗੂ ਹੈ ਜੀ। ਜਿਹੜੇ ਮੈਂਬਰ ਹੈ ਉਹ ਸਿੱਧੇ ਲੋਕਾਂ ਦੁਆਰਾ ਚੁਣੇ ਜਾਂਦੇ ਆ, ਚਾਹੇ ਉਹ ਬਲਾਕ ਸਮਿਤੀ ਹੈ, ਚਾਹੇ ਜ਼ਿਲ੍ਹਾ ਪਰਿਸ਼ਦ ਹੈ, ਚਾਹੇ ਉਹ ਗ੍ਰਾਮ ਪੰਚਾਇਤ ਹੈ। ਵਿਚਕਾਰਲੇ ਤੇ ਜ਼ਿਲ੍ਹਾ ਪੱਧਰ ਦੇ ਪੰਚਾਇਤਾਂ ਦੇ ਚੇਅਰਪਰਸਨਾਂ ਦੀ ਚੋਣ ਅਸਿੱਧੇ ਤੌਰ ਤੇ ਚੁਣੇ ਹੋਏ ਮੈਂਬਰਾਂ ਦੁਆਰਾ ਕੀਤੀ ਜਾਏਗੀ। ਬਲਾਕ ਸਮਿਤੀ ਹੈ ਜਿਹੜੀ ਉਹ ਆਪਣੇ ਚੇਅਰਪਰਸਨ ਦੀ ਚੋਣ ਕਰੇਗੀ। ਜਿਹੜੇ ਚੁਣ ਕੇ ਮੈਂਬਰ ਜਾਣਗੇ ਬਲਾਕ ਸਮਿਤੀ ਦੇ ਉਹ ਆਪਣੇ ਵਿੱਚੋਂ ਇੱਕ ਚੇਅਰਪਰਸਨ ਚੁਣਨਗੇ। ਇਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ ਮੈਂਬਰ ਜਾਣਗੇ ਉਹ ਆਪਣੇ ਵਿੱਚੋਂ ਇੱਕ ਚੇਅਰਪਰਸਨ ਦੀ ਚੋਣ ਕਰਨਗੇ, ਠੀਕ ਹੈ ਜੀ। ਇਹ ਮੈਂਬਰ ਤੇ ਲੋਕਾਂ ਦੁਆਰਾ ਨਹੀਂ ਹੋਏਗੀ, ਮੈਂਬਰਾਂ ਦੁਆਰਾ ਹੋ ਰਹੀ ਹੈ, ਇਸ ਕਰਕੇ ਅਸਿੱਧੇ ਰੂਪ ਵਿੱਚ ਚੋਣ ਹੋ ਰਹੀ ਹੈ। ਪਿੰਡ ਪੱਧਰ ਤੇ ਪੰਚਾਇਤ ਦਾ ਪ੍ਰਧਾਨ ਉਸ ਤਰੀਕੇ ਨਾਲ ਚੁਣਿਆ ਜਾਏਗਾ ਜਿਵੇਂ ਰਾਜ ਵਿਧਾਨ ਸਭਾ ਨਿਰਧਾਰਤ ਕਰਦੀ ਹੈ। ਪਹਿਲਾਂ ਕੀ ਹੁੰਦਾ ਸੀ ਪਹਿਲਾਂ ਆਪਾਂ ਜਿਹੜੇ ਲੋਕ ਵੋਟ ਪਾ ਕੇ ਮੈਂਬਰ ਚੁਣਦੇ ਸੀਗੇ, ਕੀ ਚੁਣਦੇ ਸੀਗੇ? ਮੈਂਬਰ।
ਤੇ ਮੈਂਬਰ ਆਪਣੇ ਵਿੱਚੋਂ ਹੀ ਇੱਕ ਜਿਹੜਾ ਹੈ ਸਰਪੰਚ ਚੁਣ ਲੈਂਦੇ ਸੀਗੇ। ਠੀਕ ਹੈ ਜੀ, ਕਲੀਅਰ ਹੋ ਗਿਆ। ਹੁਣ ਜਿਹੜਾ ਰਾਜ ਵਿਧਾਨ ਸਭਾ ਨੇ ਰੂਲ ਬਦਲਤੇ, ਹੁਣ ਸਰਪੰਚ ਦੀ ਚੋਣ ਸਿੱਧੇ ਲੋਕ ਕਰਦੇ, ਲੋਕ ਵੋਟਾਂ ਪਾਉਂਦੇ ਤੇ ਸਰਪੰਚ ਦੀ ਚੋਣ ਹੁੰਦੀ ਹੈ। ਇਸੇ ਤਰ੍ਹਾਂ ਕੇਸ ਲਈ ਕਿਹਾ ਵੀ ਜਿਵੇਂ ਰਾਜ ਵਿਧਾਨ ਸਭਾ ਨਿਰਧਾਰਿਤ ਕਰੇਗੀ ਉਵੇਂ ਸਰਪੰਚ ਦੀ ਚੋਣ ਹੋਏਗੀ, ਪਿੰਡ ਦੇ ਪੱਧਰ ਤੇ ਪੰਚਾਇਤ ਦਾ ਪ੍ਰਧਾਨ ਹੈ ਉਹਦੀ ਚੋਣ ਹੋਏਗੀ। ਠੀਕ ਹੈ, ਪੰਚਾਇਤ ਦੇ ਪ੍ਰਧਾਨ ਨੂੰ ਸਰਪੰਚ ਕਿਹਾ ਜਾਂਦਾ ਹੈ। ਇਹ ਗਲਤੀਆਂ ਰੱਖ ਲੈਣੀਆਂ, ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ ਚ ਰੱਖ ਲੈਣੇ ਜੀ। ਹਾਂਜੀ, ਉਸ ਤੋਂ ਬਾਅਦ ਹੈ ਜੀ ਪੰਚਾਇਤੀ ਰਾਜ ਦੀਆਂ ਸੀਟਾਂ ਦਾ ਰਾਖਵਾਂਕਰਨ। ਠੀਕ ਹੈ ਜੀ, ਆਰਟੀਕਲ 243D ਦੇ ਵਿੱਚ ਇਹਦਾ ਵਰਣਨ ਕੀਤਾ ਗਿਆ। ਇਹਦੇ ਵਿੱਚ ਕਿਹਾ ਗਿਆ ਹੈ ਵੀ ਜਿਹੜੇ ਐਸਸੀ ਜਾਤੀ ਜਿਹਨੂੰ ਸ਼ਡਿਊਲ ਕਾਸਟ ਕਹਿ ਦਿੰਦੇ ਆ ਤੇ ਅਨੁਸੂਚਿਤ ਕਬੀਲੇ ਜਿਹਨੂੰ ਐਸਟੀ ਕਹਿ ਦਿੰਦੇ ਆ, ਸ਼ਡਿਊਲ ਟ੍ਰਾਈਬ, ਉਹਨਾਂ ਲਈ ਸੀਟਾਂ ਦਾ ਰਾਖਵਾਂਕਰਨ ਪ੍ਰਦਾਨ ਕੀਤਾ ਗਿਆ। ਪਰ ਇਹ ਰਾਖਵਾਂਕਰਨ ਉਹਨਾਂ ਦੀ ਆਬਾਦੀ ਦੇ ਅਨੁਪਾਤ ਦੇ ਅਨੁਸਾਰ ਹੋਏਗਾ। ਜੇ ਉਹਨਾਂ ਦੀ ਆਬਾਦੀ ਦੇ ਅਨੁਸਾਰ ਐਸਸੀ ਤੇ ਐਸਟੀ ਦੀਆਂ ਸੀਟਾਂ ਰੱਖੀਆਂ ਜਾਣਗੀਆਂ। ਠੀਕ ਹੈ ਜੀ, ਧਿਆਨ ਰੱਖਣਾ। ਹਾਂਜੀ, ਰਾਜ ਵਿਧਾਨ ਸਭਾ ਜਿਹੜੀ ਆਪਣੀ ਪੰਜਾਬ ਦੀ ਚੰਡੀਗੜ੍ਹ ਦੇ ਵਿੱਚ ਹੈ। ਠੀਕ ਹੈ ਜੀ, ਕਹਿੰਦੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਲਈ ਪਿੰਡ ਜਾਂ ਕਿਸੇ ਹੋਰ ਪੱਧਰ ਤੇ ਚੇਅਰਪਰਸਨਾਂ ਦੇ ਦਫ਼ਤਰ ਦੀ ਵੀ ਰਾਖਵਾਂਕਰਨ ਦੀ ਵਿਵਸਥਾ ਰੱਖਦੀ ਹੈ। ਵੀ ਬਲਾਕ ਸੰਮਤੀ ਦਾ ਚੇਅਰਮੈਨ ਬਣਾਉਣਾ, ਉਹ ਐਸਸੀ ਵੀ ਬਣ ਸਕਦਾ ਹੈ, ਜਨਰਲ ਵੀ ਬਣ ਸਕਦਾ ਹੈ। ਇਹਦਾ ਰਾਖਵਾਂਕਰਨ ਜਿਹੜਾ ਉਹ ਕੌਣ ਨਿਰਧਾਰਿਤ ਕਰਦਾ ਹੈ? ਰਾਜ ਵਿਧਾਨ ਸਭਾ। ਇਹ ਧਿਆਨ ਚ ਰੱਖ ਲੈਣਾ। ਹਾਂਜੀ, ਜਿਹੜਾ ਇਹ ਐਕਟ ਹੈ ਪੰਚਾਇਤੀ ਰਾਜ ਜਿਹੜਾ 73ਵੀਂ ਸੋਧ ਹੋਈ ਇਸ ਐਕਟ ਦੇ ਵਿੱਚ ਔਰਤਾਂ ਦੇ ਲਈ 1/3 ਸੀਟਾਂ ਦਾ ਰਾਖਵਾਂਕਰਨ ਪ੍ਰਦਾਨ ਕੀਤਾ ਗਿਆ। ਠੀਕ ਹੈ ਜੀ, ਜੇ ਔਰਤਾਂ 1/3 ਤੋਂ ਜ਼ਿਆਦਾ ਚੁਣ ਕੇ ਆ ਸਕਦੀਆਂ ਪਰ 1/3 ਤੋਂ ਘੱਟ ਨਹੀਂ ਹੋ ਸਕਦੀਆਂ, ਧਿਆਨ ਰੱਖ ਲੈਣਾ। ਤੇ ਇਹ ਜਿਹੜੀਆਂ ਔਰਤਾਂ ਦਾ ਰਾਖਵਾਂਕਰਨ ਹੈ ਐਸਸੀ ਤੇ ਐਸਟੀ ਦੇ ਵਿੱਚ ਵੀ ਇਹਨੂੰ ਰੱਖਿਆ ਗਿਆ। ਇੱਕ ਗੱਲ ਧਿਆਨ ਰੱਖਣੀ ਹੈ, ਪੰਜਾਬ ਦੇ ਵਿੱਚ ਕੋਈ ਵੀ ਐਸਟੀ ਲੋਕ ਨਹੀਂ ਰਹਿੰਦਾ, ਜ਼ੀਰੋ ਹੈ, ਐਸਟੀ ਪਾਪੂਲੇਸ਼ਨ ਜ਼ੀਰੋ ਹੈ ਪੰਜਾਬ ਦੇ ਵਿੱਚ। ਫਿਰ ਆਪਾਂ ਕੱਲੀ ਐਸਸੀ ਦੀ ਗੱਲ ਕਰਾਂਗੇ। ਠੀਕ ਹੈ ਜੀ, ਜਿਹੜੇ ਐਸਸੀ ਹੈ ਉਹਦੇ ਵਿੱਚ ਵੀ ਜਿਹੜੀਆਂ ਔਰਤਾਂ ਉਹ 1/3 ਆਉਣਗੀਆਂ। ਮੰਨ ਲਓ ਐਸਸੀ ਹੈ ਜਿਹੜੇ ਉਹ 3 ਜਣੇ ਚੁਣ ਕੇ ਆ ਰਹੇ ਆ ਤਾਂ ਇੱਕ ਉਹਦੇ ਵਿੱਚੋਂ ਔਰਤ ਚੁਣ ਕੇ ਆਏਗੀ। ਠੀਕ ਹੈ ਜੀ, ਹਰੇਕ ਪੱਧਰ ਤੇ ਪੰਚਾਇਤ ਦੇ ਚੇਅਰਪਰਸਨ ਦੀ ਗਿਣਤੀ ਦਾ 1/3 ਤੋਂ ਘੱਟ ਔਰਤ ਰਾਖਵਾਂਕਰਨ ਨਹੀਂ ਹੋਏਗਾ। ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਦੋਂ ਚੇਅਰਪਰਸਨ ਦੀ ਚੋਣ ਹੋਏਗੀ, ਜੇ ਮੰਨ ਲਓ 6 ਚੇਅਰਪਰਸਨ ਲਗਾਉਣੇ ਤਾਂ ਇਹਦਾ ਮਤਲਬ 2 ਚੇਅਰਪਰਸਨ ਔਰਤਾਂ ਹੋਣਗੀਆਂ। ਠੀਕ ਹੈ ਜੀ, ਇਸ ਪੁਆਇੰਟ ਦਾ ਮਤਲਬ ਇਹ ਹੈ। ਹਾਂਜੀ, ਇਸ ਐਕਟ ਦੇ ਵਿੱਚ ਰਾਜ ਦੀ ਵਿਧਾਨ ਸਭਾ ਨੂੰ ਪਛੜੀਆਂ ਸ਼੍ਰੇਣੀਆਂ ਦੇ ਹੱਕ ਵਿੱਚ ਵੀ ਸੀਟਾਂ ਰਿਜ਼ਰਵ ਕਰਨ ਦਾ ਅਧਿਕਾਰ ਦਿੱਤਾ ਗਿਆ। ਜੇ ਰਾਜ ਵਿਧਾਨ ਸਭਾ ਕੋਲ ਹੱਕ ਹੈ, ਉਹ BC ਭਾਈਚਾਰੇ ਨੂੰ ਵੀ ਪ੍ਰਤੀਨਿਧਤਾ ਦੇ ਸਕਦੀ ਹੈ, ਉਹਨਾਂ ਦੀਆਂ ਸੀਟਾਂ ਵੀ ਰਾਖਵੀਂਕਰਨ ਵਿੱਚ ਰੱਖ ਸਕਦੀ ਹੈ। ਠੀਕ ਹੈ ਜੀ, BC ਕੈਟਾਗਰੀ ਦੇ। ਠੀਕ ਹੈ ਜੀ, ਇਹ ਸਾਰੇ ਵੈਰੀ ਇੰਪੋਰਟੈਂਟ ਫੈਕਟ ਹੈ, ਇਹਨਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਜੀ। ਹਾਂਜੀ, ਪੰਚਾਇਤੀ ਵਿੱਚ ਸਟੇਟ ਫਸਟ ਰਿਜ਼ਰਵ 50% ਸੀਟਸ ਫਾਰ ਵੋਮਨ। ਕਿਹੜਾ ਸਟੇਟ ਸੀ ਜਿਸ ਨੇ ਔਰਤਾਂ ਦੇ ਲਈ 50% ਸੀਟਾਂ ਰਿਜ਼ਰਵ ਕੀਤੀਆਂ ਸੀ? ਉਹ ਸੀ ਬਿਹਾਰ। ਬਿਹਾਰ ਪਹਿਲਾ ਸਟੇਟ ਬਣਿਆ ਜਿਹਨੇ 50% ਸੀਟਾਂ ਔਰਤਾਂ ਦੇ ਲਈ ਰਿਜ਼ਰਵ ਰੱਖੀਆਂ। ਠੀਕ ਹੈ ਜੀ, ਇਹ ਧਿਆਨ ਚ ਰੱਖ ਲੈਣਾ। ਹਾਂਜੀ, ਅੰਡਰ ਵਿਚ ਵਨ ਆਫ ਦੀ ਫੋਲੋਇੰਗ ਪ੍ਰੋਵੀਜ਼ਨ ਇਜ਼ ਦੀ ਰਿਜ਼ਰਵੇਸ਼ਨ ਫॉर ਦੀ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਇਨ ਐਵਰੀ ਪੰਚਾਇਤ ਮੇਟ। ਦੱਸਣਾ ਵੀ ਕਿਹੜਾ ਸੀਗਾ? ਉਹ ਸੀ ਆਰਟੀਕਲ 243D। 243D ਦੇ ਵਿੱਚ ਗੱਲ ਕਹੀ ਗਈ ਹੈ ਵੀ ਔਰਤਾਂ ਐਸਟੀ ਤੇ ਐਸਟੀ ਦੇ ਲਈ, ਐਸਸੀ ਐਸਟੀ ਤੇ ਔਰਤਾਂ ਦੇ ਲਈ ਰਾਖਵੇਂਕਰਨ ਦੀ ਗੱਲ ਕੀਤੀ ਗਈ ਹੈ 243D ਦੇ ਵਿੱਚ। ਇਹਦੇ ਵਿੱਚ ਜਿਹੜੀ ਗ੍ਰਾਮ ਸਭਾ ਦੀ ਗੱਲ ਕੀਤੀ ਗਈ ਹੈ। ਠੀਕ ਹੈ ਜੀ, ਗ੍ਰਾਮ ਸਭਾ ਦੀ ਗੱਲ ਕੀਤੀ ਗਈ ਹੈ। ਜਿਹੜਾ 2 ਹੈ ਇਹਦੇ ਵਿੱਚ ਪੰਚਾਇਤਾਂ ਦੇ ਗਠਨ ਦੀ ਗੱਲ ਕੀਤੀ ਗਈ, 3 ਪੱਧਰਾਂ ਦੇ ਪੰਚਾਇਤਾਂ ਦੇ ਗਠਨ ਦੀ ਗੱਲ ਕੀਤੀ ਗਈ ਹੈ। ਠੀਕ ਹੈ ਜੀ, ਪੰਚਾਇਤ ਦੇ ਗਠਨ ਦੀ ਗੱਲ ਕੀਤੀ ਗਈ ਹੈ। ਜਿਹੜਾ ਸੀ ਹੈ ਇਹਦੇ ਵਿੱਚ ਪੰਚਾਇਤ ਦਾ ਕੀ ਸਰੂਪ ਹੋਏਗਾ, ਰਚਨਾ ਕਿਵੇਂ ਹੋਏਗੀ, ਇਹ ਦੱਸਿਆ ਗਿਆ। ਬਈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਹਦੇ ਵਿੱਚ ਕੁਝ MLA MP ਵੀ ਉਹ ਮੈਂਬਰ ਬਣ ਜਾਂਦੇ ਆ, ਪੰਚਾਇਤਾਂ ਦੇ ਜਿਹੜੇ ਚੁਣੇ ਹੋਏ ਸਰਪੰਚ ਉਹ ਵੀ ਮੈਂਬਰ ਬਣ ਜਾਂਦੇ ਆ। ਇਹਦੀ ਗੱਲ ਆਰਟੀਕਲ 243C ਦੇ ਵਿੱਚ ਕੀਤੀ ਗਈ ਹੈ। ਹਾਂਜੀ, ਅੱਗੇ ਚੱਲਦੇ ਹਾਂ ਜੀ। ਰਾਜ ਚੋਣ ਕਮਿਸ਼ਨ, ਇਹਦੀ ਗੱਲ ਵੀ 73ਵੀਂ ਸੋਧ ਵਿੱਚ ਕੀਤੀ ਗਈ ਹੈ। ਠੀਕ ਹੈ ਜੀ, ਜਿਹੜਾ ਰਾਜ ਚੋਣ ਕਮਿਸ਼ਨ ਹੈ ਇਹਦੇ ਅਧਿਕਾਰ ਖੇਤਰ ਵਿੱਚ ਹੋਏਗਾ ਪੰਚਾਇਤੀ ਚੋਣਾਂ ਕਰਾਉਣਾ। ਠੀਕ ਹੈ ਜੀ, ਤੇ ਬਲਾਕ ਸੰਮਤੀ ਦੀਆਂ ਚੋਣਾਂ ਕਰਾਉਣਾ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਾਉਣਾ। ਠੀਕ ਹੈ, ਇਹਦਾ ਸਾਰੇ ਸੰਚਾਲਨ ਕਰਨਾ, ਵੋਟਾਂ ਦੀ ਸੂਚੀ ਤਿਆਰ ਕਰਨਾ। ਠੀਕ ਹੈ, ਇਹ ਸਾਰੀ ਜ਼ਿੰਮੇਵਾਰੀ ਹੋਏਗੀ ਰਾਜ ਚੋਣ ਕਮਿਸ਼ਨ ਦੀ। ਠੀਕ ਹੈ ਜੀ, ਇਸ ਵਿੱਚ ਇੱਕ ਰਾਜ ਚੋਣ ਕਮਿਸ਼ਨਰ ਹੁੰਦਾ ਹੈ ਤੇ ਇਹਦੀ ਨਿਯੁਕਤੀ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ, ਧਿਆਨ ਰੱਖ ਲੈਣਾ ਜੀ। ਹਾਂਜੀ, ਰਾਜ ਵਿੱਤ ਕਮਿਸ਼ਨ, ਇਹ ਵੀ ਇੱਕ ਜਿਹੜਾ ਸੰਵਿਧਾਨਕ ਬੋਡੀ ਹੈ ਤੇ ਆ ਵੀ ਇੱਕ ਸੰਵਿਧਾਨਕ ਬੋਡੀ ਹੈ ਕਿਉਂਕਿ ਦੋਵਾਂ ਦਾ ਸੰਵਿਧਾਨ ਦੇ ਵਿੱਚ ਇਹਦਾ ਵੇਰਵਾ ਦਰਜ ਕੀਤਾ ਗਿਆ। ਰਾਜ ਵਿਧਾਨ ਸਭਾ ਇੱਕ ਪੰਚਾਇਤ ਨੂੰ ਟੈਕਸ ਲਾਉਣ ਦੀ, ਫੀਸਾਂ ਲਗਾਉਣ ਦੀ, ਠੀਕ ਹੈ, ਇਹ ਅਧਿਕਾਰ ਪ੍ਰਦਾਨ ਕਰਦੀ ਹੈ। ਠੀਕ ਹੈ, ਰਾਜ ਦੁਆਰਾ ਜੋ ਟੈਕਸ, ਡਿਊਟੀਆਂ, ਟੋਲ, ਫੀਸਾਂ ਇਕੱਠੀਆਂ ਕੀਤੀਆਂ ਗਈਆਂ ਉਹਦੇ ਵਿੱਚੋਂ ਹਿੱਸੇ ਵੀ ਪੰਚਾਇਤਾਂ ਨੂੰ ਦਿੱਤੇ ਜਾਂਦੇ ਆ। ਉਹ ਕੰਮ ਵੀ ਕਿਹਦਾ? ਰਾਜ ਵਿੱਤ ਕਮਿਸ਼ਨ ਦਾ ਜੀ। ਠੀਕ ਹੈ, ਯਾਨੀ ਕਿ ਰਾਜ ਸਰਕਾਰ ਦੇ ਫੰਡਾਂ ਦੇ ਵਿੱਚੋਂ ਪੰਚਾਇਤਾਂ ਨੂੰ ਕੁਝ ਫੰਡ ਜਾਰੀ ਕੀਤੇ ਜਾਂਦੇ ਆ, ਉਹ ਵੀ ਰਾਜ ਵਿੱਤ ਕਮਿਸ਼ਨ ਦੁਆਰਾ ਕੀਤੇ ਜਾਂਦੇ ਆ। ਠੀਕ ਹੈ ਜੀ, ਪੰਚਾਇਤਾਂ ਦੀਆਂ ਲੋੜਾਂ ਦੀ ਪੂਰਤੀ ਦੇ ਲਈ ਉਹਨਾਂ ਦੇ ਫੰਡਾਂ ਦਾ ਵੀ ਗਠਨ ਕੀਤਾ ਜਾਂਦਾ ਹੈ। ਠੀਕ ਹੈ ਜੀ, ਇਹ ਗੱਲਾਂ ਦੋਵਾਂ ਨੂੰ ਧਿਆਨ 'ਚ ਰੱਖ ਲੈਣੀਆਂ ਜੀ। ਹਾਂਜੀ, ਪੰਚਾਇਤੀ ਰਾਜ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਕਿਹਦੀ ਹੈ? ਉਹ ਹੈ ਜੀ ਸਟੇਟ ਇਲੈਕਸ਼ਨ ਕਮਿਸ਼ਨ ਦੀ ਹੈ ਜੀ। ਠੀਕ ਹੈ ਜੀ, ਇਹ ਸੰਵਿਧਾਨਕ ਬੋਡੀ ਧਿਆਨ 'ਚ ਰੱਖਣਾ ਜੀ। ਰਾਜ ਵਿੱਤ ਕਮਿਸ਼ਨ, ਠੀਕ ਹੈ ਜੀ, ਇਹ ਕੀ ਹੈ? ਇਹ ਵੀ ਇੱਕ ਸੰਵਿਧਾਨਕ ਸੰਸਥਾ ਜੀ, ਇਹ ਵੀ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਗੱਲ ਚੱਲਦੇ ਹਾਂ ਜੀ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ। ਹਾਂਜੀ, ਪਿੰਡ ਦੀ ਪੰਚਾਇਤ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ 3 ਪੱਧਰੀ ਪੰਚਾਇਤੀ ਰਾਜ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਪਿੰਡ ਦੀ ਪੰਚਾਇਤ ਦਾ ਗਠਨ ਕੀਤਾ ਗਿਆ। 3 ਹਿੱਸਿਆਂ ਦੇ ਵਿੱਚ ਪਿੰਡ ਦੀ ਪੰਚਾਇਤ ਨੂੰ ਆਪਾਂ ਪੜ੍ਹ ਸਕਦੇ ਹਾਂ। ਪਹਿਲਾ ਹੈ ਗ੍ਰਾਮ ਸਭਾ, ਦੂਸਰਾ ਹੈ ਪੰਚਾਇਤ, ਤੀਸਰਾ ਹੈ ਨਿਆਇਕ ਪੰਚਾਇਤ। ਸਭ ਤੋਂ ਪਹਿਲਾਂ ਪੜ੍ਹਦੇ ਹਾਂ ਜੀ ਗ੍ਰਾਮ ਪੰਚਾਇਤ। ਜਿਹੜੀ ਗ੍ਰਾਮ ਪੰਚਾਇਤ ਹੈ ਉਹ ਪਿੰਡ ਦੀ ਹਰੇਕ ਪਿੰਡ ਦੇ ਵਿੱਚ ਇਹ ਬਣੀ ਹੁੰਦੀ ਹੈ ਜੀ। ਠੀਕ ਹੈ ਜੀ, ਇਹ ਪਿੰਡ ਦੀ ਇਹ ਜਿਹੜੀ ਸਭਾ ਹੈ ਵਿਧਾਨ ਪ੍ਰੀਸ਼ਦ ਦਾ ਕੰਮ ਕਰਦੀ ਹੈ। ਠੀਕ ਹੈ, ਇਹ ਇੱਕ ਸਥਾਈ ਸੰਸਥਾ ਹੈ। ਪਿੰਡ ਦਾ ਹਰ ਵਿਅਕਤੀ ਜਿਹਦੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ, ਜਿਹਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੈ, ਇਸ ਗ੍ਰਾਮ ਸਭਾ ਦਾ ਮੈਂਬਰ ਹੁੰਦਾ ਹੈ। ਠੀਕ ਹੈ ਜੀ, ਕਹਿਣ ਦਾ ਮਤਲਬ ਹੈ ਵੀ 18+ ਜਿੰਨੇ ਵੀ ਵਿਅਕਤੀ ਆ ਉਹ ਗ੍ਰਾਮ ਸਭਾ ਦੇ ਮੈਂਬਰ ਹੁੰਦੇ ਆ, ਪਰ ਉਹਨਾਂ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੋਣਾ ਚਾਹੀਦਾ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ ਜੀ। ਹਾਂਜੀ, ਗ੍ਰਾਮ ਸਭਾ ਬਾਰੇ ਕੁਝ ਹੋਰ ਇੰਪੋਰਟੈਂਟ ਫੈਕਟ ਜਿਹੜੇ ਧਿਆਨ 'ਚ ਰੱਖਣੇ ਆ। ਇੱਕ ਅਜਿਹੀ ਸੰਸਥਾ ਹੈ ਜਿਸ ਵਿੱਚ ਪਿੰਡ ਦੇ ਵੋਟਰ ਸੂਚੀ, ਠੀਕ ਹੈ ਜੀ, ਪਿੰਡ ਦੀ ਵੋਟਰ ਸੂਚੀ ਦੇ ਵਿੱਚ ਜਿੰਨੇ ਵੀ ਲੋਕ ਸ਼ਾਮਲ ਹੈ ਉਹ ਇਹ ਗ੍ਰਾਮ ਸਭਾ ਦੇ ਮੈਂਬਰ ਹੁੰਦੇ ਆ। ਠੀਕ ਹੈ ਜੀ, ਪਿੰਡ ਦੇ ਸਮੂਹ ਲੋਕ ਇਹਦੇ ਵਿੱਚ ਸ਼ਾਮਲ ਹੁੰਦੇ ਆ, ਇਹ ਤਾਂ ਕਹਿਣ ਦਾ ਮਤਲਬ ਹੈ। ਠੀਕ ਹੈ ਜੀ, ਗ੍ਰਾਮ ਸਭਾ ਪੰਚਾਇਤੀ ਰਾਜ ਦੀ ਮੁੱਢਲੀ ਇਕਾਈ ਹੈ। ਗ੍ਰਾਮ ਸਭਾ ਹਰੇਕ ਪਿੰਡ ਵਿੱਚ ਤਿਆਰ ਕੀਤੀ ਜਾਂਦੀ ਹੈ ਜਿਸ ਵਿੱਚ ਪਿੰਡ ਦੇ ਬਾਲਗ ਵੋਟਰ ਸ਼ਾਮਲ ਹੁੰਦੇ ਆ। ਠੀਕ ਹੈ, 18+ ਜਿਹੜੇ ਲੋਕ ਹੈ ਉਹ ਇਹਦੇ ਵਿੱਚ ਸ਼ਾਮਲ ਹੁੰਦੇ ਆ। ਇਹਦੀ ਰਚਨਾ ਦੀ ਗੱਲ ਕਰਦੇ ਹਾਂ। ਗ੍ਰਾਮ ਸਭਾ ਬਾਰੇ ਆਰਟੀਕਲ 243 ਇਹ ਹੈ ਕਿ ਗ੍ਰਾਮ ਸਭਾ ਦੀ ਵਿਵਸਥਾ ਕੀਤੀ ਜਾਂਦੀ ਹੈ। ਹਰ ਉਹ ਪਿੰਡ ਜਿਹਦੇ ਵਿੱਚ 200 ਜਾਂ 200 ਤੋਂ ਵੱਧ ਲੋਕ ਰਹਿੰਦੇ ਆ 18+, ਉੱਥੇ ਗ੍ਰਾਮ ਸਭਾ ਦਾ ਗਠਨ ਕੀਤਾ ਜਾਂਦਾ ਹੈ। ਠੀਕ ਹੈ ਜੀ, ਇਹ ਗੱਲ ਧਿਆਨ ਰੱਖ ਲੈਣੀ ਹੈ।
ਹਰੇਕ ਗ੍ਰਾਮ ਸਭਾ ਦਾ ਪ੍ਰਧਾਨ ਹੁੰਦਾ ਹੈ, ਉਹ ਜਿਹੜਾ ਪ੍ਰਧਾਨ ਹੈ ਉਹਨੂੰ ਸਰਪੰਚ ਜਾਂ ਮੁਖੀਆ ਕਿਹਾ ਜਾਂਦਾ ਹੈ। ਠੀਕ ਹੈ ਜੀ, ਕਲੀਅਰ ਹੋ ਗਿਆ। ਹਾਂਜੀ, ਗ੍ਰਾਮ ਸਭਾ ਦੀਆਂ ਸ਼ਕਤੀਆਂ ਦੇ ਕਾਰਜ, ਠੀਕ ਹੈ, ਰਾਜ ਦੇ ਕਾਨੂੰਨ ਕਿਸ ਅਨੁਛੇਦ ਦੇ ਵਿੱਚ ਵਰਣਨ ਕੀਤਾ ਗਿਆ। ਠੀਕ ਹੈ ਜੀ, ਇਹ 243 ਜੀ ਦੇ ਵਿੱਚ ਗ੍ਰਾਮ ਸਭਾ, ਚਾਹੇ ਉਹ ਗ੍ਰਾਮ ਸਭਾ ਹੈ, ਚਾਹੇ ਉਹ ਬਲਾਕ ਸੰਮਤੀ ਹੈ ਜਾਂ ਜ਼ਿਲ੍ਹਾ ਪ੍ਰੀਸ਼ਦ ਹੈ, ਉਹਨਾਂ ਸਭ ਦੇ ਕਾਰਜ ਤੇ ਸ਼ਕਤੀਆਂ ਦਾ ਵਰਣਨ 243 ਜੀ ਦੇ ਵਿੱਚ ਕੀਤਾ ਗਿਆ। ਇਹ ਧਿਆਨ ਰੱਖ ਲੈਣਾ ਜੀ। 243 ਇਹ ਹੈ, ਇੱਕ ਇਕੱਲੀ ਗ੍ਰਾਮ ਸਭਾ ਦੇ ਨਾਲ ਸੰਬੰਧਿਤ ਹੈ, ਇਹ ਵੀ ਧਿਆਨ ਰੱਖ ਲੈਣਾ ਜੀ। ਠੀਕ ਹੈ ਜੀ, ਇਹ ਜਿਹੜੀ ਹੈ ਰਚਨਾ ਦੇ ਨਾਲ ਸੰਬੰਧਿਤ ਹੈ, ਕਿਵੇਂ ਕੀ ਸਰੂਪ ਹੋਏਗਾ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਜਾਂ ਪਿੰਡ ਦੀ ਪੰਚਾਇਤ ਦਾ। ਠੀਕ ਹੈ, ਇਹ ਸਾਰੇ ਧਿਆਨ 'ਚ ਰੱਖ ਲੈਣੇ। ਗ੍ਰਾਮ ਸਭਾ ਦੀ ਮੀਟਿੰਗ ਦੀ ਗੱਲ ਕਰਦੇ ਹਾਂ ਜੀ। ਸਾਲ ਵਿੱਚ 2 ਵਾਰ ਇਹਦੀ ਮੀਟਿੰਗ ਹੋਣੀ ਜ਼ਰੂਰੀ ਹੈ। ਠੀਕ ਹੈ ਜੀ, ਜਦੋਂ ਵੀ ਇਸ ਦੇ ਮੈਂਬਰਾਂ ਦੀ ਮੀਟਿੰਗ ਲਾਉਣੀ ਹੈ ਤਾਂ 15 ਦਿਨ ਪਹਿਲਾਂ ਨੋਟਿਸ ਦਿੱਤਾ ਜਾਵੇਗਾ। ਠੀਕ ਹੈ ਜੀ, ਗ੍ਰਾਮ ਸਭਾ ਦਾ ਇੱਕ ਸਕੱਤਰ ਹੁੰਦਾ ਹੈ। ਠੀਕ ਹੈ, ਉਹ ਇਹ ਸਕੱਤਰ ਜਿਹੜਾ ਗ੍ਰਾਮ ਪੰਚਾਇਤ ਦਾ ਵੀ ਸਕੱਤਰ ਹੁੰਦਾ, ਸੇਮ ਹੀ ਹੁੰਦਾ ਗ੍ਰਾਮ ਸਭਾ ਦਾ ਤੇ ਗ੍ਰਾਮ ਪੰਚਾਇਤ ਦਾ। ਇਹ ਵਿਅਕਤੀ ਲੋਕਾਂ ਦੁਆਰਾ ਨਹੀਂ ਚੁਣਿਆ ਜਾਂਦਾ, ਸਰਕਾਰ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਤੇ ਸਕੱਤਰ ਹੈ ਜਿਹੜਾ ਗ੍ਰਾਮ ਸਭਾ ਦਾ ਜਾਂ ਗ੍ਰਾਮ ਪੰਚਾਇਤ ਦਾ, ਮੀਟਿੰਗ ਬੁਲਾਉਣ ਤੇ ਉਸ ਮੀਟਿੰਗ ਦੀ ਕਾਰਵਾਈ ਦਾ ਰਿਕਾਰਡ ਰੱਖਣ ਦੇ ਲਈ ਜ਼ਿੰਮੇਵਾਰ ਹੈ। ਠੀਕ ਹੈ, ਇਹ ਧਿਆਨ ਰੱਖ ਲੈਣਾ ਜੀ। ਸਾਲ ਵਿੱਚ 2 ਮੀਟਿੰਗਾਂ ਹੁੰਦੀਆਂ। ਇੱਕ ਮੀਟਿੰਗ ਜਿਹੜੀ ਹੈ ਸੌਣੀ ਦੀ ਫਸਲ ਕਟਾਈ ਤੋਂ ਬਾਅਦ ਤੇ ਦੂਜੀ ਹਾੜੀ ਦੀ ਫਸਲ ਦੀ ਕਟਾਈ ਤੋਂ ਤੁਰੰਤ ਬਾਅਦ 2 ਮੀਟਿੰਗਾਂ ਗ੍ਰਾਮ ਸਭਾ ਦੀਆਂ ਹੁੰਦੀਆਂ। ਠੀਕ ਹੈ ਜੀ, ਗ੍ਰਾਮ ਸਭਾ ਦੀ ਜਿਹੜੀ ਪ੍ਰਧਾਨਗੀ ਹੈ, ਠੀਕ ਹੈ, ਉਹ ਸਰਪੰਚ ਦੁਆਰਾ ਕੀਤੀ ਜਾਂਦੀ। ਜੇ ਸਰਪੰਚ ਗੈਰ ਹਾਜ਼ਰ ਹੈ ਤਾਂ ਉਪ ਪ੍ਰਧਾਨ ਦੁਆਰਾ ਕੀਤੀ ਜਾਏਗੀ। ਗ੍ਰਾਮ ਸਭਾ ਦੀ ਮੀਟਿੰਗ ਦੇ ਲਈ ਜਿਹੜੀ ਕੁੱਲ ਮੈਂਬਰਾਂ ਦਾ 5ਵਾਂ ਹਿੱਸਾ 20% ਹਾਜ਼ਰੀ ਜ਼ਰੂਰੀ ਹੈ। ਜੇ ਇਹ 20% ਕੋਰਮ ਪੂਰਾ ਨਹੀਂ ਹੁੰਦਾ ਤਾਂ ਮੀਟਿੰਗ ਦੁਬਾਰਾ ਬੁਲਾਈ ਜਾਏਗੀ। ਠੀਕ ਹੈ ਜੀ, ਇਹ ਕੁਝ ਇੰਪੋਰਟੈਂਟ ਫੈਕਟ ਗ੍ਰਾਮ ਸਭਾ ਬਾਰੇ ਨੋਟ ਕਰ ਲੈਣਾ। ਗ੍ਰਾਮ ਸਭਾ ਦੀ ਮੀਟਿੰਗ ਬੁਲਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਜੀ? ਇਹ ਜੀ ਗ੍ਰਾਮ ਸਭਾ ਦੇ ਸਕੱਤਰ ਦੀ ਹੈ ਜੀ। ਉਹ ਮੀਟਿੰਗ ਵੀ ਬੁਲਾਏਗਾ ਤੇ ਉਸ ਮੀਟਿੰਗ ਦਾ ਰਿਕਾਰਡ ਵੀ ਰੱਖੇਗਾ। ਹੁਣ ਗੱਲ ਕਰਦੇ ਹਾਂ ਗ੍ਰਾਮ ਸਭਾ ਦੇ ਕੰਮ ਕੀ ਹੈ। ਸਭ ਤੋਂ ਪਹਿਲਾ ਕੰਮ ਹੈ ਪਿੰਡ ਦੇ ਨਾਲ ਸੰਬੰਧਿਤ ਜਿਹੜੀਆਂ ਨੀਤੀਆਂ ਬਣਾਉਂਦੀ ਹੈ। ਠੀਕ ਹੈ, ਵਿਕਾਸ ਸੰਬੰਧੀ ਯੋਜਨਾਵਾਂ ਤਿਆਰ ਕਰਦੀ ਹੈ। ਤੇ ਇਸ ਤੋਂ ਜ਼ਰੂਰੀ ਕੰਮ ਜਿਹੜੀ ਗ੍ਰਾਮ ਸਭਾ ਹੈ ਉਹ ਗ੍ਰਾਮ ਪੰਚਾਇਤ ਚੁਣੀ ਜਾਂਦੀ ਹੈ। ਗ੍ਰਾਮ ਪੰਚਾਇਤ ਕਿਹਦੇ ਦੁਆਰਾ ਚੁਣੀ ਜਾਂਦੀ ਹੈ? ਗ੍ਰਾਮ ਸਭਾ ਦੁਆਰਾ ਚੁਣੀ ਜਾਂਦੀ ਹੈ, ਕਿਉਂਕਿ ਗ੍ਰਾਮ ਸਭਾ ਦੇ ਵਿੱਚ ਹੀ 18+ ਜਿਹੜੇ ਸਾਰੇ ਲੋਕ ਸ਼ਾਮਲ ਹੁੰਦੇ ਤੇ ਇਹਨਾਂ ਨੂੰ ਵੋਟ ਪਾਉਣ ਦਾ ਰਾਈਟ ਹੁੰਦਾ ਹੈ। ਵੋਟ ਪਾ ਕੇ ਪਿੰਡ ਦੀ ਪੰਚਾਇਤ ਦੀ ਚੋਣ ਕਰਦੇ ਆ। ਹੁਣ ਗੱਲ ਕਰਦੇ ਹਾਂ ਪੰਚਾਇਤ ਦਾ ਗਠਨ। ਪੰਚਾਇਤ ਦੇ ਮੁਖੀ ਸਿੱਧੇ ਤੌਰ ਤੇ ਗ੍ਰਾਮ ਸਭਾ ਦੇ ਮੈਂਬਰਾਂ ਦੁਆਰਾ, ਪਿੰਡ ਦੇ ਲੋਕਾਂ ਦੁਆਰਾ ਚੁਣੇ ਜਾਂਦੇ ਆ। ਠੀਕ ਹੈ ਜੀ, ਪਿੰਡ ਦੇ ਮੁਖੀ ਨੂੰ ਸਰਪੰਚ ਕਿਹਾ ਜਾਂਦਾ ਹੈ ਜਾਂ ਪ੍ਰਧਾਨ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਠੀਕ ਹੈ, ਮੁਖੀ ਤੋਂ ਇਲਾਵਾ ਕੁਝ ਪੰਚ ਵੀ ਇਹਦੇ ਨਾਲ ਹੁੰਦੇ ਆ ਜੀ। ਠੀਕ ਹੈ, ਇਹਨਾਂ ਪੰਚਾਂ ਦੀ ਗਿਣਤੀ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਹੈ। ਠੀਕ ਹੈ ਜੀ, ਪੰਜਾਬ ਦੇ ਵਿੱਚ ਇਸ ਸਮੇਂ 13,241 ਜਿਹੜੀਆਂ ਗ੍ਰਾਮ ਪੰਚਾਇਤਾਂ ਜਿਹੜਾ ਉਹ ਬਣੀਆਂ ਹੋਈਆਂ। ਠੀਕ ਹੈ ਜੀ, ਇਹ ਲੇਟੈਸਟ ਡੇਟਾ ਜਿਹੜਾ, ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ ਜੀ। ਵਿਚ ਆਫ ਦੀ ਫੋਲੋਇੰਗ ਸਿਸਟਮ ਇਜ਼ ਐਸਟੈਬਲਿਸ਼ਡ ਔਨ ਦੀ ਬੇਸਿਸ ਆਫ ਦੀ ਡਾਇਰੈਕਟ ਇਲੈਕਸ਼ਨ। ਦੱਸਣਾ ਹੈ ਵੀ ਸਿੱਧੀ ਚੋਣ ਦੁਆਰਾ ਇਹਨਾਂ ਵਿੱਚੋਂ ਕਿਹੜੇ ਦੀ ਚੋਣ ਹੁੰਦੀ ਹੈ? ਉਹ ਹੈ ਜੀ ਇਕੱਲਾ ਗ੍ਰਾਮ ਪੰਚਾਇਤ। ਜਿਹੜੇ ਬਲਾਕ ਕਮੇਟੀ ਇਹਦੇ ਵਿੱਚ ਜਿਹੜੇ ਮੈਂਬਰ ਹੈ, ਕੁਝ ਮੈਂਬਰ ਤਾਂ ਲੋਕ ਸਿੱਧੇ ਚੁਣਦੇ ਆ, ਪਰ MP ਤੇ MLA, ਠੀਕ ਹੈ ਜੀ, ਇਹ ਵੀ ਇਹਦੇ ਮੈਂਬਰ ਬਣ ਜਾਂਦੇ ਆ। ਬਲਾਕ ਸੰਮਤੀ ਦੀਆਂ ਜਦੋਂ ਵੋਟਾਂ ਪੈਂਦੀਆਂ ਉਦੋਂ MP MLA ਨੂੰ ਨਹੀਂ ਚਾਹੁੰਦੇ ਲੋਕ, ਪਰ ਇਹ ਵੀ ਇਹਦੇ ਮੈਂਬਰ ਬਣ ਜਾਂਦੇ ਆ। ਉਹ ਫਿਰ ਕਿਵੇਂ ਬਣ ਜਾਂਦੇ? ਅਸਿੱਧੇ ਰੂਪ ਵਿੱਚ ਬਣ ਜਾਂਦੇ ਆ। ਠੀਕ ਹੈ ਜੀ, ਪਰ ਇੱਥੇ ਪੁੱਛਿਆ ਡਾਇਰੈਕਟ ਇਲੈਕਸ਼ਨ ਨਾਲ ਚੁਣੇ ਜਾਂਦੇ। ਇਹ ਡਾਇਰੈਕਟ ਇਲੈਕਸ਼ਨ ਨਾਲ ਨਹੀਂ ਚੁਣੇ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਹੁੰਦੇ ਆ ਮੈਂਬਰ। ਇਸ ਕਰਕੇ ਰਾਈਟ ਆਨਸਰ ਬਣੇਗਾ ਇਕੱਲੀ ਗ੍ਰਾਮ ਪੰਚਾਇਤ ਦੇ ਸਾਰੇ ਮੈਂਬਰ, ਚਾਹੇ ਉਹ ਪੰਚ ਹੈ ਚਾਹੇ ਸਰਪੰਚ ਹੈ, ਸਿੱਧਾ ਲੋਕਾਂ ਦੁਆਰਾ ਚੁਣੇ ਜਾਂਦੇ ਆ। ਠੀਕ ਹੈ ਜੀ, ਹਾਂਜੀ, ਪੰਚਾਇਤਾਂ ਦੇ ਕਾਰਜਕਾਲ ਦਾ ਜਿਹੜਾ 243 ਦੇ ਵਿੱਚ ਵਰਣਨ ਕੀਤਾ ਗਿਆ। ਇਹਦੇ ਵਿੱਚ ਦੱਸਿਆ ਗਿਆ ਵੀ ਜਿਹੜੀ ਪੰਚਾਇਤ ਹੈ ਤਿੰਨੇ ਪੱਧਰਾਂ ਤੇ, ਠੀਕ ਹੈ ਜੀ, 5 ਸਾਲ ਹੋਏਗੀ, ਪਰ 5 ਸਾਲ ਦੇ ਸਮੇਂ ਤੋਂ ਪਹਿਲਾਂ ਵੀ ਇਹਨਾਂ ਨੂੰ ਭੰਗ ਕੀਤਾ ਜਾ ਸਕਦਾ ਹੈ। ਠੀਕ ਹੈ ਜੀ, ਜੇ 5 ਸਾਲ ਤੋਂ ਪਹਿਲਾਂ ਭੰਗ ਕੀਤਾ ਜਾਂਦਾ ਹੈ ਤਾਂ ਵੋਟਾਂ ਕਰਾਈਆਂ ਜਾਣਗੀਆਂ ਬਾਕੀ ਰਹਿੰਦੇ ਕਾਰਜਕਾਲ ਦੇ ਲਈ। ਜੇ 6 ਮਹੀਨੇ ਤੋਂ ਘੱਟ ਦਾ ਸਮਾਂ ਰਹਿੰਦਾ ਤਾਂ ਚੋਣਾਂ ਨਹੀਂ ਕਰਾਈਆਂ ਜਾਣਗੀਆਂ। ਸਰਪੰਚ ਦਾ ਕਾਰਜਕਾਲ 5 ਸਾਲ ਹੁੰਦਾ ਹੈ। ਜੇ ਦੁਰਵਿਵਹਾਰ, ਅਸਮਰਥਤਾ, ਡਿਊਟੀ ਵਿੱਚ ਅਣਗਹਿਲੀ ਲਈ ਸਰਕਾਰ ਦੁਆਰਾ ਹਟਾਇਆ ਜਾ ਸਕਦਾ ਹੈ। ਠੀਕ ਹੈ ਜੀ, ਜੇ ਪੰਚ 2/3 ਬਹੁਮਤ ਦੇ ਨਾਲ ਉਹਦੇ ਵਿਰੁੱਧ ਬੇਭਰੋਸਗੀ ਦਾ ਮਤਾ ਪਾਸ ਕਰਦੇ ਆ ਤਾਂ ਸਰਕਾਰ ਸਰਪੰਚ ਨੂੰ ਉਹਦੇ ਅਹੁਦੇ ਤੋਂ ਹਟਾ ਸਕਦੀ ਹੈ। ਕਲੀਅਰ ਹੋ ਗਿਆ ਜੀ? 2/3 ਦਾ ਮਤਲਬ 66% ਮੈਂਬਰ ਜੇ ਸਰਪੰਚ ਦੇ ਖਿਲਾਫ ਭੁਗਤ ਜਾਂਦੇ ਆ ਤਾਂ ਸਰਕਾਰ ਉਹਨੂੰ, ਸਰਪੰਚ ਨੂੰ ਉਹਦੇ ਤੋਂ ਹਟਾ ਸਕਦੀ ਹੈ। ਇਹ ਸਾਰੇ ਇੰਪੋਰਟੈਂਟ ਫੈਕਟ ਧਿਆਨ 'ਚ ਰੱਖ ਲੈਣੇ ਜੀ। ਜੇਕਰ ਪੰਚਾਇਤ ਭੰਗ ਹੋ ਜਾਂਦੀ ਹੈ ਤਾਂ ਚੋਣਾਂ ਕਿੰਨੇ ਸਮੇਂ ਦੇ ਅੰਦਰ ਹੋਣਗੀਆਂ? ਭੰਗ ਹੋਣ ਦੀ ਮਿਤੀ ਤੋਂ 6 ਮਹੀਨੇ ਦੇ ਵਿੱਚ ਹੋਣਗੀਆਂ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ, 6 ਮਹੀਨੇ ਦੇ ਵਿੱਚ। ਹਾਂਜੀ, ਯੋਗਤਾਵਾਂ ਦੀ ਗੱਲ ਕਰਦੇ ਹਾਂ। 243F ਦੇ ਵਿੱਚ ਦੱਸੀਆਂ ਗਈਆਂ ਕੀ ਯੋਗਤਾਵਾਂ ਹੋਣਗੀਆਂ। ਕਹਿੰਦੇ ਇਹ ਵਿਅਕਤੀ, ਕੋਈ ਵੀ ਵਿਅਕਤੀ ਪੰਚਾਇਤ ਦਾ ਮੈਂਬਰ ਚੁਣਿਆ ਜਾ ਸਕਦਾ ਹੈ ਜੇ ਉਹ ਰਾਜ ਵਿਧਾਨ ਮੰਡਲ ਦਾ ਮੈਂਬਰ ਚੁਣੇ ਜਾਣ ਦੇ ਯੋਗ ਹੈ, ਯਾਨੀ ਕਿ ਜੇ ਉਹ MLA ਬਣਨ ਦੇ ਯੋਗ ਹੈ। ਪਰ ਇੱਕ ਗੱਲ ਧਿਆਨ ਰੱਖਣੀ ਹੈ, MLA ਬਣਨ ਦੇ ਲਈ 25 ਸਾਲ ਉਮਰ ਚਾਹੀਦੀ ਹੈ, ਪਰ ਜੇ ਪੰਚਾਇਤ ਦਾ ਮੈਂਬਰ ਚੁਣਿਆ ਜਾਣਾ ਤਾਂ 21 ਸਾਲ ਤੋਂ ਘੱਟ ਨਾ ਹੋਵੇ ਉਮਰ। ਬਸ ਉਮਰ ਦੇ ਵਿੱਚ ਫਰਕ ਹੈ, ਬਾਕੀ ਸਾਰੀਆਂ ਯੋਗਤਾਵਾਂ MLA ਬਣਨ ਵਾਲੀਆਂ ਜੀ। ਪੰਚਾਇਤ ਦੀ ਸ਼ਕਤੀ ਤੇ ਅਧਿਕਾਰ ਦੀ ਗੱਲ ਕਰਦੇ ਹਾਂ। ਇਹ 243G ਦੇ ਵਿੱਚ ਇਹਦਾ ਵਰਣਨ ਕੀਤਾ ਗਿਆ, ਸ਼ਕਤੀਆਂ ਤੇ ਅਧਿਕਾਰਾਂ ਦਾ। ਇਹ ਧਿਆਨ 'ਚ ਰੱਖ ਲੈਣਾ। ਵਿਧਾਨ ਮੰਡਲ ਵਿਧੀ ਦੁਆਰਾ ਪੰਚਾਇਤਾਂ ਨੂੰ ਸ਼ਕਤੀਆਂ ਪ੍ਰਦਾਨ ਕੀਤੀਆਂ ਗਈਆਂ, ਯਾਨੀ ਕਿ ਵਿਧਾਨ ਮੰਡਲ ਦੁਆਰਾ, ਠੀਕ ਹੈ, ਤਾਂ ਜੋ ਆਪਣੇ ਸਵੈ ਸ਼ਾਸਨ ਦੇ ਰੂਪ ਵਿੱਚ ਕਾਰਜ ਵਧੀਆ ਤਰੀਕੇ ਨਾਲ ਕਰ ਸਕਣ, ਆਪਣੇ ਆਰਥਿਕ ਵਿਕਾਸ ਤੇ ਸਮਾਜਿਕ ਨਿਆਂ ਨਾਲ ਸੰਬੰਧਿਤ ਯੋਜਨਾਵਾਂ ਬਣਾ ਸਕਣ। 11ਵੀਂ ਸੂਚੀ ਦੇ ਵਿੱਚ 29 ਕੰਮਾਂ ਦਾ ਵਰਣਨ ਕੀਤਾ ਗਿਆ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। 29 ਕੰਮ ਜਿਹੜੇ 243G ਦੇ ਵਿੱਚ ਹੀ ਇਹਦਾ ਵਰਣਨ ਕੀਤਾ ਗਿਆ, ਜਿਹੜੇ ਕਿ ਇਹਨਾਂ ਨੇ ਕਰਨੇ ਆ। ਹਾਂਜੀ, ਹੁਣ ਪੰਚਾਇਤੀ ਚੋਣਾਂ ਦੇ ਲਈ ਉਮੀਦਵਾਰ ਦੀ ਕਿੰਨੀ ਉਮਰ ਹੋਣੀ ਚਾਹੀਦੀ ਹੈ? ਘੱਟੋ ਘੱਟ 21 ਸਾਲ ਉਮਰ ਹੋਣੀ ਚਾਹੀਦੀ ਹੈ। ਇਹ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਪੰਚਾਇਤਾਂ ਦੇ ਜਿਹੜੇ ਜ਼ਰੂਰੀ ਕੰਮ ਜਿਹੜੇ ਕਰਨੇ ਆ ਜਦੋਂ ਪੰਚਾਇਤ ਦਾ ਗਠਨ ਹੋ ਜਾਂਦਾ ਉਸ ਤੋਂ ਬਾਅਦ ਪੰਚਾਇਤ ਦੀ ਜ਼ਿੰਮੇਵਾਰੀ ਹੈ। ਜਲ ਦੀ ਵਿਵਸਥਾ ਕਰਨੀ, ਪਾਣੀ ਦੀ, ਪ੍ਰਾਇਮਰੀ ਤੇ ਜਿਹੜੇ ਮਿਡਲ ਸਕੂਲ ਹੈ ਉਹਨਾਂ ਦਾ ਪ੍ਰਬੰਧ ਦੇਖਣਾ, ਹਸਪੀਟਲ, ਸਿਹਤ ਸੁਵਿਧਾਵਾਂ ਦੇ ਇਲਾਜ ਦੀ ਵਿਵਸਥਾ ਕਰਨਾ, ਸੜਕਾਂ ਨਾਲੀਆਂ ਬਣਵਾਉਣਾ, ਬਾਜ਼ਾਰਾਂ ਦਾ ਪ੍ਰਬੰਧ ਕਰਨਾ, ਮਹਿਲਾ ਬਾਲ ਭਲਾਈ ਦੇ ਕਾਰਜਾਂ ਦਾ ਪ੍ਰਬੰਧ ਕਰਨਾ, ਲੋਕ ਪ੍ਰਬੰਧ ਸਰਕਾਰ ਨੂੰ ਸਹਾਇਤਾ ਪ੍ਰਦਾਨ ਕਰਨਾ, ਖੇਤੀ ਤੇ ਭੂਮੀ ਵਿਕਾਸ, ਪਿੰਡੂ ਵਿਕਾਸ ਕਾਰਜਾਂ ਨੂੰ ਸਹਾਇਤਾ ਪ੍ਰਦਾਨ ਕਰਨਾ। ਇਹ ਸਾਰੇ ਜਿਹੜੇ ਜ਼ਰੂਰੀ ਕੰਮ ਹੈ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣੇ ਜੀ। ਇਹ ਲਿਖਿਆਂ ਵਿੱਚੋਂ ਕਿਹੜਾ ਗ੍ਰਾਮ ਪੰਚਾਇਤ ਦਾ ਕੰਮ ਨਹੀਂ ਹੈ? ਹਾਂਜੀ, ਬਾਜ਼ਾਰ ਦੀ ਸਥਾਪਨਾ ਤੇ ਰੱਖ ਰਖਾਵ ਵੀ ਹੈਗਾ, ਛੂਆਛਾਤ ਹਸਪੀਟਲ ਸਿਹਤ ਸੰਬੰਧੀ ਹੈਗਾ, ਗਲੀਆਂ ਰੋਸ਼ਨੀਆਂ ਦੀ ਕਰਨਾ ਇਹ ਵੀ ਹੈਗਾ, ਆਵਾਜਾਈ ਦੀ ਸਹੂਲਤ ਇਹ ਉਹਦਾ ਕੰਮ ਨਹੀਂ ਹੈਗਾ। ਠੀਕ ਹੈ, ਇਹਦਾ ਰਾਈਟ ਆਨਸਰ ਹੋਏਗਾ B। ਹਾਂਜੀ, ਪੰਚਾਇਤ ਦੇ ਕੁਝ ਸਵੈ ਇੱਛੁਕ ਕਾਰਜ ਉਹ ਕੀ ਹੈ? ਕਿਤਾਬਾਂ ਤੇ ਪਾਠਸ਼ਾਲਾ ਦੀ ਸਥਾਪਨਾ ਕਰਨਾ, ਠੀਕ ਹੈ, ਪਿੰਡ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਕਰ ਸਕਦੀ ਹੈ, ਸੜਕਾਂ ਦੇ ਕਿਨਾਰੇ ਤੇ ਦਰਖਤ ਲਗਾਉਣਾ, ਮਨੋਰੰਜਨ ਦੇ ਸਾਧਨਾਂ ਦਾ ਪ੍ਰਬੰਧ ਕਰਨਾ, ਪਾਰਕ ਬਣਾ ਦੇਣੇ ਜਿਵੇਂ,
ਕੁਦਰਤੀ ਆਪਦਾਂ ਦੇ ਸਮੇਂ ਮਦਦ ਕਰਨਾ, ਜਿਵੇਂ ਕੋਵਿਡ ਕੋਈ ਆਇਆ ਸੀ ਉਸ ਸਮੇਂ ਗਰੀਬ ਲੋਕਾਂ ਦੀ ਮਦਦ ਕਰਨਾ, ਰੋਟੀ ਪਾਣੀ ਦਾ ਪ੍ਰਬੰਧ ਕਰਨਾ, ਰੋਜ਼ਗਾਰ ਕਾਰਜਾਂ ਦਾ ਪ੍ਰਬੰਧ ਕਰਨਾ। ਠੀਕ ਹੈ ਜੀ, ਇਹ ਸਾਰੇ ਇਹਦੇ ਸਵੈਚ ਕਾਰਜ ਹੈ ਪੰਚਾਇਤਾਂ ਦੇ। ਹਾਂਜੀ, ਵਿਕਾਸਸ਼ੀਲ ਕਾਰਜ। ਹਾਂਜੀ, ਇਹ 11ਵੀਂ ਅਨੁਸੂਚੀ ਦੇ ਵਿੱਚ ਜਿਹੜੇ ਪੰਚਾਇਤਾਂ ਦੇ ਆਰਥਿਕ ਵਿਕਾਸ ਦੇ ਕਾਰਜਾਂ ਨੂੰ ਸ਼ਾਮਲ ਕੀਤਾ ਗਿਆ। ਠੀਕ ਹੈ ਜੀ, 243 ਜੀ ਦੇ ਵਿੱਚ ਇਹਦਾ ਵਰਣਨ ਕੀਤਾ ਗਿਆ। ਹਾਂਜੀ, ਭੂਮੀ ਸੁਧਾਰ ਕਾਨੂੰਨ ਦਾ ਹੱਲ ਕਰਨਾ, ਭੂਮੀ ਸੁਧਾਰ ਨਾਲ ਸੰਬੰਧਿਤ ਸਿੰਚਾਈ ਦਾ ਪ੍ਰਬੰਧ ਕਰਨਾ, ਜਨਤਕ ਵੰਡ ਪ੍ਰਣਾਲੀ ਜਿਹਨੂੰ ਆਪਾਂ ਡਿਪੂ ਕਹਿੰਦੇ ਨੇ, ਜਿਸ 'ਚ ਰਾਸ਼ਨ ਵੰਡਿਆ ਜਾਂਦਾ, ਉਹਦੇ ਵਿੱਚ ਸਹਾਇਤਾ ਕਰਨੀ, ਲਘੂ ਕੁਟੀਰ ਉਦਯੋਗਾਂ ਦਾ ਵਿਕਾਸ ਕਰਨਾ ਤੇ ਤਕਨੀਕੀ ਸਿਖਲਾਈ ਤੇ ਵਪਾਰਿਕ ਸਿੱਖਿਆ ਦਾ ਪ੍ਰਬੰਧ ਕਰਨਾ। ਠੀਕ ਹੈ ਜੀ, ਇਹ ਕੁਝ ਪੰਚਾਇਤਾਂ ਦੇ ਵਿਕਾਸਸ਼ੀਲ ਕਾਰਜ ਹੈ, ਇਹ ਧਿਆਨ 'ਚ ਰੱਖ ਲੈਣੇ ਜੀ। ਹਾਂਜੀ, ਆਮਦਨ ਕਿੱਥੋਂ ਹੁੰਦੀ ਪੰਚਾਇਤਾਂ ਨੂੰ? ਸਿੱਧੇ ਜਾਂ ਸਿੱਧੇ ਰੂਪ ਵਿੱਚ ਟੈਕਸ ਲਗਾ ਕੇ ਹੁੰਦੀ ਹੈ। ਹਾਊਸ ਟੈਕਸ ਤੋਂ ਹੁੰਦੀ ਹੈ, ਚੁੰਗੀ ਟੈਕਸ ਹੋ ਗਿਆ, ਵਾਹਨਾਂ ਤੇ ਟੈਕਸ ਹੋ ਗਿਆ, ਜਾਨਵਰਾਂ ਦੀ ਖਰੀਦ ਵਿਕਰੀ ਤੇ ਟੈਕਸ ਹੋ ਗਿਆ। ਠੀਕ ਹੈ ਜੀ, ਇਹ ਇੱਥੋਂ ਵੀ ਆਮਦਨ ਹੁੰਦੀ ਹੈ। ਪੰਚਾਇਤੀ ਇਮਾਰਤਾਂ ਤੋਂ ਕਿਰਾਏ ਤੇ ਦਿੱਤੀਆਂ, ਛੱਪੜਾਂ ਤੋਂ, ਜ਼ਮੀਨਾਂ ਜਿਹੜੀਆਂ ਠੇਕੇ ਤੇ ਦਿੱਤੀਆਂ, ਉਹ ਤੋਂ ਵੀ ਆਮਦਨ ਹੁੰਦੀ ਹੈ ਜੀ। ਹਾਂਜੀ, ਰਾਜ ਸਰਕਾਰ ਤੇ ਕੇਂਦਰ ਸਰਕਾਰਾਂ ਤੋਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਗ੍ਰਾਂਟਾਂ ਮਿਲਦੀਆਂ, ਉੱਥੋਂ ਵੀ ਸਰਕਾਰ ਪੰਚਾਇਤ ਦੀ ਜਿਹੜੀ ਆਮਦਨ ਹੁੰਦੀ ਹੈ ਜੀ। ਠੀਕ ਹੈ ਜੀ, ਇਹ ਆਮਦਨ ਦੇ ਸਰੋਤ ਹੈ। ਹਾਂਜੀ, ਇਹ ਸੀਗਾ ਪਹਿਲਾਂ ਆਪਾਂ ਪੜ੍ਹ ਕੇ ਗਏ ਹਾਂ ਜੀ ਗ੍ਰਾਮ ਸਭਾ, ਫਿਰ ਪੜ੍ਹ ਕੇ ਗਏ ਪੰਚਾਇਤ। ਤੀਸਰਾ ਪਾਰਟ ਹੈ ਜੀ ਨਿਆਇਕ ਪੰਚਾਇਤ। ਠੀਕ ਹੈ ਜੀ, ਨਿਆਇਕ ਪੰਚਾਇਤ ਦੀ ਗੱਲ ਕਰਦੇ ਹਾਂ। ਜਿਹੜੀ ਇਹਦਾ ਕੰਮ ਹੈ ਅਪਰਾਧਾਂ ਦੀ ਸਮੱਸਿਆਵਾਂ ਦੇ ਨਿਪਟਾਰੇ ਲਈ। ਠੀਕ ਹੈ ਜੀ, ਲੋਕਲ ਪੱਧਰ ਤੇ ਪ੍ਰਬੰਧ ਕਰਨਾ। ਜਿਹੜਾ ਨਿਆਇਕ ਪੰਚਾਇਤ ਦਾ ਜਿਹੜਾ ਗਠਨ ਹੈ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੁਆਰਾ ਕੀਤਾ ਜਾਂਦਾ ਹੈ। ਨਿਆਇਕ ਪੰਚਾਇਤ ਦੇ ਕੰਮ ਤੇ ਅਧਿਕਾਰਾਂ ਦੀ ਗੱਲ ਕਰਦੇ ਹਾਂ। ਸਥਾਨਕ ਪੱਧਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਮੁੱਖ ਕੰਮ ਹੈ। ਇਹ 500 ਤੱਕ ਦਾ ਜੁਰਮਾਨਾ ਵੀ ਲਗਾ ਸਕਦੀ ਹੈ, ਪਰ ਇਹ ਕੈਦ ਦੀ ਸਜ਼ਾ ਨਹੀਂ ਦੇ ਸਕਦੀ। ਜੇ ਕੋਈ ਵੀ ਮੰਨ ਲਓ 2 ਧਿਰਾਂ ਲੜ ਪੈਂਦੀਆਂ ਤਾਂ ਕਿਸੇ ਇੱਕ ਧਿਰ ਨੂੰ 500 ਰੁਪਏ ਤੱਕ ਦਾ ਜੁਰਮਾਨਾ ਲਗਾ ਸਕਦੀ ਹੈ। ਠੀਕ ਹੈ ਜੀ, ਇਸ ਦੇ ਫੈਸਲੇ ਦੇ ਖਿਲਾਫ ਕੋਈ ਵੀ ਅਪੀਲ ਨਹੀਂ ਹੁੰਦੀ, ਪਰ ਇਸ ਨੂੰ ਅਧੀਨ ਅਦਾਲਤਾਂ ਦੇ ਵਿੱਚ ਅਪੀਲ ਦੇ ਲਈ ਪੇਸ਼ ਕੀਤਾ ਜਾ ਸਕਦਾ ਹੈ। ਕਹਿੰਦੇ ਨਿਆਇਕ ਪੰਚਾਇਤ ਹੈ ਜਿਹੜੀ ਪਿੰਡ ਦੇ ਛੋਟੇ ਸਿਵਲ ਤੇ ਫੌਜਦਾਰੀ ਕੇਸਾਂ ਦੇ ਵਿੱਚ ਫੈਸਲਾ ਦੇਣ ਦਾ ਅਧਿਕਾਰ ਹੈ। ਵੀ ਮਾਮੂਲੀ ਕੋਈ 2 ਘਰ ਲੜ ਪਏ, ਫੌਜਦਾਰੀ ਮੁਕੱਦਮਾ ਹੋ ਗਿਆ, ਜਾਂ ਕਿਸੇ 2 ਪਰਿਵਾਰਾਂ ਦਾ ਆਪਸ ਵਿੱਚ ਪੈਸੇ ਤੇ ਲੈਦਾ ਹੈ, ਤਾਂ ਉਹ ਪਿੰਡ ਦੇ ਜਿਹੜੇ ਸਰਪੰਚ ਪੰਚ ਹੈ ਜਿਹੜੇ ਉਹ ਮਿਲ ਕੇ ਉਹਨੂੰ ਸੁਲਝਾਉਂਦੇ ਆ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਨਿਆਇਕ ਪੰਚਾਇਤ ਵਿੱਚ ਕਿਸੇ ਵੀ ਵਕੀਲ ਦੀ ਲੋੜ ਨਹੀਂ ਹੁੰਦੀ। ਇਹ ਜਿਹੜੇ ਫੈਕਟ ਹੈ ਇਹਨਾਂ ਨੂੰ ਧਿਆਨ 'ਚ ਪੜ੍ਹ ਲੈਣੇ ਕਰੀ। ਹਾਂਜੀ, ਕਹਿੰਦੇ ਇਹਨਾਂ 'ਚੋਂ ਪੰਚਾਇਤੀ ਰਾਜ ਸੰਸਥਾ ਨਹੀਂ ਹੈ, ਉਹ ਦੱਸਣਾ ਜੀ ਕਿਹੜੀ ਨਹੀਂ ਹੈ। ਹਾਂਜੀ, ਗ੍ਰਾਮ ਸਭਾ ਵੀ ਹੈ, ਗ੍ਰਾਮ ਪੰਚਾਇਤ ਵੀ ਹੈ ਤੇ ਨਿਆਇਕ ਪੰਚਾਇਤ ਵੀ ਹੈ, ਤੇ ਗ੍ਰਾਮ ਸਹਿਕਾਰੀ ਸਭਾ ਨਹੀਂ ਹੈ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਹਾਂਜੀ, ਅਗਲਾ ਪਾਰਟ ਹੈ ਜੀ ਬਲਾਕ ਸਮਿਤੀ। ਬਲਾਕ ਸਮਿਤੀ ਹੈ ਜਿਹੜੀ ਪੰਚਾਇਤੀ ਰਾਜ 3 ਪੱਧਰੀ ਢਾਂਚੇ ਦੇ ਵਿੱਚ ਵਿਚਕਾਰਲੇ ਪੱਧਰ ਤੇ ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ ਹੁੰਦੀ ਹੈ। ਠੀਕ ਹੈ, ਇਹਨੂੰ ਖੇਤਰੀ ਸਮਿਤੀ ਵੀ ਕਿਹਾ ਜਾਂਦਾ, ਬਲਾਕ ਸਮਿਤੀ ਵਜੋਂ ਵੀ ਜਾਣਿਆ ਜਾਂਦਾ। ਗਠਨ ਦੀ ਗੱਲ ਕਰਦੇ ਹਾਂ, ਬਲਾਕ ਸਮਿਤੀ ਦੇ ਮੈਂਬਰ ਦੇ ਜਿਹੜੇ ਲੋਕਾਂ ਦੁਆਰਾ ਚੁਣੇ ਜਾਂਦੇ ਲੋਕ। ਠੀਕ ਹੈ ਜੀ, ਤੇ 2002 ਤੋਂ ਪਹਿਲਾਂ 30% ਜਿਹੜੇ ਮੈਂਬਰ ਲੋਕਾਂ ਦੁਆਰਾ ਚੁਣੇ ਜਾਂਦੇ, 70% ਜਿਹੜੇ ਉਹ ਸਰਪੰਚਾਂ ਦੁਆਰਾ ਚੁਣੇ ਜਾਂਦੇ ਸੀ। ਪਰ ਅੱਜ ਸਾਰੇ ਦੇ ਸਾਰੇ ਜਿਹੜੇ ਮੈਂਬਰ ਹੈ ਉਹ ਲੋਕਾਂ ਦੁਆਰਾ ਚੁਣੇ ਜਾਂਦੇ। ਧਿਆਨ ਰੱਖ ਲੈਣਾ। ਪੰਚਾਇਤ ਸਮਿਤੀ ਦੀ ਪ੍ਰਧਾਨਗੀ ਦੇ ਲਈ ਜਿਹੜਾ ਪ੍ਰਧਾਨ ਹੈ ਉਹ ਚੁਣਿਆ ਜਾਂਦਾ ਹੈ, ਤੇ ਬਲਾਕ ਸਮਿਤੀ ਦੇ ਪ੍ਰਧਾਨ ਨੂੰ ਚੇਅਰਮੈਨ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਧਿਆਨ ਰੱਖ ਲੈਣਾ। ਹਾਂਜੀ, ਬਲਾਕ ਪੰਚਾਇਤ ਇਜ਼ ਆਲਸੋ ਨੋਨ ਐਜ਼, ਬਲਾਕ ਪੰਚਾਇਤ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਇਸ ਨੂੰ ਪੰਚਾਇਤ ਸਮਿਤੀ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਧਿਆਨ ਰੱਖਣਾ। ਹਾਂਜੀ, ਹੁਣ ਸਥਾਪਨਾ ਦੀ ਗੱਲ ਕਰਦੇ ਹਾਂ। ਹਰੇਕ ਜ਼ਿਲ੍ਹੇ ਦੇ ਪੇਂਡੂ ਖੇਤਰ ਨੂੰ ਬਲਾਕਾਂ ਦੇ ਵਿੱਚ ਵੰਡਿਆ ਹੁੰਦਾ ਹੈ। ਹਰੇਕ ਬਲਾਕ ਦੀ ਇੱਕ ਪੰਚਾਇਤ ਸਮਿਤੀ ਹੁੰਦੀ ਹੈ। ਪੰਜਾਬ ਦੇ ਵਿੱਚ ਇਸ ਸਮੇਂ 153 ਬਲਾਕ ਸਮਿਤੀਆਂ। ਠੀਕ ਹੈ ਜੀ, ਇਹ ਡੇਟਾ ਧਿਆਨ 'ਚ ਰੱਖ ਲੈਣਾ ਜੀ। ਹੁਣ ਬੰਦਰ ਦੀ ਗੱਲ ਕਰਦੇ ਹਾਂ। 1994 ਐਕਟ ਪੰਜਾਬ ਨਾਲ ਸੰਬੰਧਿਤ ਜੀ ਐਕਟ, ਇਹਦੇ ਵਿੱਚ ਦੱਸਿਆ ਗਿਆ ਵੀ 15,000 ਦੀ ਜਨਸੰਖਿਆ ਪਿੱਛੇ ਇੱਕ ਮੈਂਬਰ ਚੁਣਿਆ ਜਾਏਗਾ ਤੇ ਉਸ ਦੇ ਲੋਕਾਂ ਦੁਆਰਾ ਚੁਣਿਆ ਜਾਏਗਾ। ਠੀਕ ਹੈ ਜੀ, ਜੇ 30,000 ਜਨਸੰਖਿਆ ਦਾ 2 ਮੈਂਬਰ ਚੁਣੇ ਜਾਣਗੇ, ਜੇ 90,000 ਆਬਾਦੀ ਦਾ 6 ਮੈਂਬਰ ਚੁਣੇ ਜਾਣਗੇ, ਜੇ 1.5 ਲੱਖ ਦੀ ਆਬਾਦੀ ਦਾ 10 ਚੁਣੇ ਜਾਣਗੇ। ਠੀਕ ਹੈ ਜੀ, ਇਹ ਬਲਾਕ ਸਮਿਤੀ ਦੇ ਮੈਂਬਰ ਜਿਹੜੇ ਉਹ 6 ਤੋਂ 10 ਤੱਕ ਚੁਣੇ ਜਾਂਦੇ ਆ। ਕਹਿਣ ਦਾ ਮਤਲਬ ਹੈ ਵੀ ਘੱਟੋ ਘੱਟ 90,000 ਦੀ ਪਾਪੂਲੇਸ਼ਨ ਹੋਏਗੀ ਤੇ ਵੱਧ ਤੋਂ ਵੱਧ ਜਿਹੜੀ 1.5 ਲੱਖ ਦੀ ਪਾਪੂਲੇਸ਼ਨ ਹੋਏਗੀ। ਹਾਂਜੀ, MLA ਜਿਹੜਾ ਕਿ ਇਸ ਹਲਕੇ ਦਾ ਸੰਬੰਧਿਤ ਹੈ ਉਹ ਵੀ ਪੰਚਾਇਤ ਸਮਿਤੀ ਦਾ ਮੈਂਬਰ ਹੋਏਗਾ। ਠੀਕ ਹੈ, ਕਲੀਅਰ ਹੋ ਗਿਆ ਜੀ ਇਹ। ਹੁਣ ਇਹਦੇ ਵਿੱਚ ਧਿਆਨ ਰੱਖਣਾ ਹੈ ਵੀ ਕੁਝ ਮੈਂਬਰ ਇਹ 'ਚ ਸਿੱਧੇ ਚੁਣੇ ਜਾਂਦੇ ਆ, ਜ਼ਿਆਦਾਤਰ ਮੈਂਬਰ ਸਿੱਧੇ ਚੁਣੇ ਜਾਂਦੇ, ਪਰ MLA ਉਹ ਅਸਿੱਧੇ ਰੂਪ ਦੇ ਵਿੱਚ ਇਹਦੇ ਵਿੱਚ ਚੁਣਿਆ ਜਾਂਦਾ। ਠੀਕ ਹੈ ਜੀ, ਅੱਗੇ ਜੀ ਰਾਖਵਾਂਕਰਨ ਦੀ ਨੀਤੀ। ਠੀਕ ਹੈ, ਰਾਖਵਾਂਕਰਨ ਦੀ ਨੀਤੀ ਹੈ 243B ਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਜੀ। ਠੀਕ ਹੈ, 1994 ਦੇ ਜਿਹੜੇ ਪੰਜਾਬ ਰਾਜ ਐਕਟ ਦੇ ਤਹਿਤ ਹਰ ਪੰਚਾਇਤ ਸਮਿਤੀ ਦੇ ਵਿੱਚ SC ST ਪਛੜੀਆਂ ਸ਼੍ਰੇਣੀਆਂ ਦੇ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ। ਠੀਕ ਹੈ ਜੀ, ਤੇ ਅਨੁਸੂਚਿਤ ਜਾਤੀਆਂ ਦੀ ਰਾਖਵੀਆਂ ਸੀਟਾਂ ਦੇ ਵਿੱਚ 1/3 ਸੀਟਾਂ ਔਰਤਾਂ ਦੇ ਲਈ ਵੀ ਰਾਖਵੀਆਂ ਰੱਖੀਆਂ ਗਈਆਂ। ਤੇ ਇਹ ਸੀਟਾਂ ਵੱਖ-ਵੱਖ ਖੇਤਰਾਂ ਦੇ ਵਿੱਚ ਵਾਰ-ਵਾਰ ਬਦਲਦੀਆਂ ਰਹਿੰਦੀਆਂ। ਇਹ ਨਹੀਂਗਾ ਵੀ ਹਰ ਵਾਰ SC ਕੀ ਜਿਹੜੀ ਹੈ ਮਹਿਲਾ ਹੈ ਉਸ ਖੇਤਰ ਦੇ ਵਿੱਚ ਬਣੇਗੀ, ਉਹਦਾ ਖੇਤਰ ਬਦਲ ਦਿੱਤਾ ਜਾਂਦਾ। ਪਛੜੀਆਂ ਸ਼੍ਰੇਣੀਆਂ ਦੀ ਪੰਚਾਇਤ ਸਮਿਤੀ ਹੋਵੇਗੀ, ਉਹ ਕਿੱਥੇ ਹੋਏਗੀ ਪੰਚਾਇਤ ਸਮਿਤੀ? ਜਿੱਥੇ ਜਨਸੰਖਿਆ ਦਾ 20% ਤੋਂ ਘੱਟ ਨਹੀਂ ਹੈ। BC ਕੈਟਾਗਰੀ ਦੇ ਲੋਕ ਜਿੱਥੇ 20% ਤੋਂ ਵੱਧ ਹੈ, ਉੱਥੇ ਹੀ ਇੱਥੇ ਇਹਨਾਂ ਨੂੰ ਕੋਈ ਸੀਟ ਹੈ ਜਿਹੜੀ ਉਹ ਮਿਲੇਗੀ। ਠੀਕ ਹੈ ਜੀ, ਉਹ ਇੱਕ ਸੀਟ ਪਛੜੀ ਸ਼੍ਰੇਣੀਆਂ ਦੇ ਲਈ ਹੋਏਗੀ ਜਿੱਥੇ 20% ਤੋਂ ਵੱਧ ਪਾਪੂਲੇਸ਼ਨ ਹੈ। ਪੰਚਾਇਤ ਸਮਿਤੀ ਦਾ ਇੱਕ ਚੇਅਰਮੈਨ ਤੇ ਇੱਕ ਉਪ ਚੇਅਰਮੈਨ ਹੁੰਦਾ ਹੈ। ਠੀਕ ਹੈ, ਇਸ ਵਿੱਚ ਵੀ ਰਾਖਵਾਂਕਰਨ ਦੀ ਸਹੂਲਤ ਹੈ ਵੀ ਜਿਹੜਾ ਚੇਅਰਮੈਨ ਤੇ ਜਿਹੜਾ ਉਪ ਚੇਅਰਮੈਨ ਹੈ ਇਹ ਵੀ SC BC ਜਾਂ ਔਰਤ ਹੋ ਸਕਦੀ ਹੈ। ਇਹਦਾ ਕਾਰਜਕਾਲ ਹੈ ਜਿਹੜਾ ਉਹ ਵੀ 5 ਸਾਲ ਹੁੰਦਾ ਹੈ, ਜਿੰਨਾ ਬਲਾਕ ਸਮਿਤੀ ਦਾ ਹੁੰਦਾ ਹੈ। ਠੀਕ ਹੈ ਜੀ, ਤੇ ਇਹ ਚੇਅਰਮੈਨ ਤੇ ਉਪ ਚੇਅਰਮੈਨ ਰਾਜ ਸਰਕਾਰ ਨੂੰ ਲਿਖ ਕੇ ਆਪਣਾ ਅਸਤੀਫਾ ਸਮੇਂ ਤੋਂ ਪਹਿਲਾਂ ਵੀ ਦੇ ਸਕਦੇ ਆ। ਠੀਕ ਹੈ ਜੀ, ਇੰਪੋਰਟੈਂਟ ਫੈਕਟਰ ਸਾਰੇ ਧਿਆਨ 'ਚ ਰੱਖ ਲੈਣੇ। ਪੰਚਾਇਤ ਸਮਿਤੀ ਦਾ ਜਿਹੜਾ ਕਾਰਜਕਾਲ 5 ਸਾਲ ਹੁੰਦਾ ਹੈ। ਜੇਕਰ ਕਿਸੇ ਕਾਰਨ ਪੰਚਾਇਤ ਸਮਿਤੀ ਦਾ ਕਾਰਜਕਾਲ ਸਮੇਂ ਤੋਂ ਪਹਿਲਾਂ ਭੰਗ ਹੋ ਜਾਵੇ ਤਾਂ 6 ਮਹੀਨੇ ਦੇ ਅੰਦਰ ਚੋਣਾਂ ਕਰਾਉਣੀਆਂ ਪੈਂਦੀਆਂ। ਹਾਂਜੀ, ਬਲਾਕ ਸਮਿਤੀ ਦੇ ਅਧਿਕਾਰੀ ਦੀ ਗੱਲ ਕਰਦੇ ਹਾਂ। ਇਹਦਾ ਅਧਿਕਾਰੀ ਬਲਾਕ ਵਿਕਾਸ ਅਫਸਰ BDO ਹੁੰਦਾ ਹੈ, ਬਲਾਕ ਡਿਵੈਲਪਮੈਂਟ ਆਫੀਸਰ ਹੁੰਦਾ ਹੈ। ਇਹ ਕਾਰਜਕਾਰੀ ਅਫਸਰ ਹੁੰਦਾ, ਸਾਰੇ ਕੰਮ ਇਸ ਨੇ ਕਰਨੇ ਹੁੰਦੇ ਆ। ਸਾਰੀਆਂ ਮੀਟਿੰਗਾਂ ਦਾ ਲਿਖਤੀ ਰਿਕਾਰਡ ਇਹ ਰੱਖਦਾ ਹੈ, ਮੀਟਿੰਗਾਂ ਇਸੇ ਦੁਆਰਾ ਬੁਲਾਈਆਂ ਜਾਂਦੀਆਂ। ਬਾਕੀ ਸਾਰੇ ਕਰਮਚਾਰੀਆਂ ਤੇ ਕੰਟਰੋਲ ਇਹਦਾ ਹੁੰਦਾ ਹੈ। ਠੀਕ ਹੈ, ਆਮ ਤੌਰ ਤੇ ਬਲਾਕਾਂ ਵਿੱਚ ਕੰਮਾਂ ਦੇ ਆਧਾਰ ਤੇ ਵੀ ਬਲਾਕ ਵਿਕਾਸ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਆ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ ਵੀ ਜੇ ਕੰਮ ਜ਼ਿਆਦਾ ਹੈ ਤਾਂ ਉਹ ਜ਼ਿਆਦਾ ਹੁੰਦੇ ਆ ਜੀ ਬਲਾਕ ਵਿਕਾਸ ਅਧਿਕਾਰੀ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣੇ ਸਾਰੇ ਫੈਕਟ। ਹਾਂਜੀ, ਪੰਚਾਇਤੀ ਸਮਿਤੀ ਦਾ ਮੁੱਖ ਅਫਸਰ ਕੌਣ ਹੈ ਜੀ? ਠੀਕ ਹੈ ਜੀ, ਇਹ ਬਲਾਕ ਅਫਸਰ ਅਧਿਕਾਰੀ ਹੁੰਦਾ ਜੀ, ਧਿਆਨ 'ਚ ਰੱਖ ਲੈਣਾ। ਹਾਂਜੀ, ਬਲਾਕ ਸਮਿਤੀ ਨੂੰ ਬਲਾਕ ਦੇ ਵਿਕਾਸ, ਸਰਕਾਰੀ ਸਕੀਮਾਂ ਨੂੰ ਲਾਗੂ ਕਰਨ, ਪਿੰਡੂ ਮਕਾਨ ਉਸਾਰੀ, ਪੀਣ ਵਾਲੇ ਪਾਣੀ ਦੀ ਸੁਵਿਧਾ ਦੇਣਾ, ਸੜਕ ਦੇ ਨਿਰਮਾਣ, ਇਸਤਰੀ ਆਦਿ ਅਧਿਕਾਰ ਦਿੱਤੇ ਗਏ। ਇਹ ਸਾਰੇ ਕੰਮ ਇਹਨੇ ਕਰਨੇ ਹੁੰਦੇ ਆ ਜੀ। ਠੀਕ ਹੈ ਜੀ, ਇਹ ਕੰਮਾਂ ਦਾ ਵਰਣਨ 243G ਦੇ ਵਿੱਚ ਕੀਤਾ ਗਿਆ। ਠੀਕ ਹੈ ਜੀ, ਬਲਾਕ ਸਮਿਤੀ ਦੇ ਮੁੱਖ ਕਾਰਜਕਾਰੀ ਅਫਸਰ ਵਜੋਂ ਬਲਾਕ ਵਿਕਾਸ ਅਫਸਰ, ਠੀਕ ਹੈ ਜੀ, BDO ਹੁੰਦਾ ਜੀ,
ਤੇ ਉਹਦੀ ਹੇਠਾਂ ਜਿਹੜੇ ਕਰਨ ਵਾਲੇ ਸਕੱਤਰ ਹੋ ਗਏ, ਗ੍ਰਾਮ ਸੇਵਕਾਂ ਦੀ ਟੀਮ ਹੁੰਦੀ ਹੈ ਜੀ ਇੱਕ, ਠੀਕ ਹੈ। ਪੰਚਾਇਤ ਸਮਿਤੀ ਫੰਡ ਵੀ ਬਣਿਆ ਹੁੰਦਾ ਹੈ, ਠੀਕ ਹੈ। ਤੇ ਇਸ ਵਿੱਚ ਪੰਚਾਇਤ ਦੇ ਲਗਾਨ ਵਿੱਚੋਂ ਹਿੱਸਾ ਮਿਲਦਾ ਹੈ, ਸਰਕਾਰੀ ਗ੍ਰਾਂਟਾਂ, ਟੈਕਸ ਆਦਿ ਸ਼ਾਮਲ ਹੁੰਦੇ ਆ, ਠੀਕ ਹੈ ਜੀ। ਇੱਥੋਂ ਇਹਨਾਂ ਨੂੰ ਇਨਕਮ ਹੁੰਦੀ ਹੈ ਜੀ। ਹਾਂਜੀ, ਕੰਮ ਦੀ ਗੱਲ ਕਰਦੇ ਹਾਂ ਜੀ। ਬਲਾਕ ਪੰਚਾਇਤ ਸਮਿਤੀ ਦੇ ਖੇਤੀਬਾੜੀ ਦਾ ਵਿਕਾਸ ਕਰਨਾ, ਜ਼ਮੀਨਾਂ ਦੀ ਸਾਂਭ ਸੰਭਾਲ, ਸੜਕ ਤੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਨਾ, ਠੀਕ ਹੈ ਜੀ। ਵਣਾਂ ਤੇ ਦਰਖਤਾਂ ਦੀ ਸਾਂਭ ਸੰਭਾਲ, ਪ੍ਰਾਇਮਰੀ ਸੈਕੰਡਰੀ ਸਿੱਖਿਆ ਤੇ ਧਿਆਨ ਦੇਣਾ, ਕਮਜ਼ੋਰ ਵਰਗ ਖਾਸ ਤੌਰ ਤੇ ਐਸਸੀ ਤੇ ਪੱਛਮੀ ਸ਼੍ਰੇਣੀਆਂ ਦੇ ਲਈ ਵਿਕਾਸਕਾਰੀ ਕੰਮ ਕਰਨੇ, ਤੇ ਤਕਨੀਕੀ ਸਿੱਖਿਆ ਨੂੰ ਪ੍ਰੋਤਸਾਹਨ ਦੇਣਾ, ਇਸਤਰੀ ਦੇ ਬੱਚਿਆਂ ਦੇ ਲਈ ਵਿਕਾਸਕਾਰੀ ਕੰਮ ਕਰਨੇ, ਸਮਾਜਿਕ ਭਲਾਈ ਦੇ ਕੰਮ ਕਰਨੇ, ਤੇ ਸੱਭਿਆਚਾਰਕ ਸਰਗਰਮੀਆਂ ਤੇ ਮੇਲੇ ਆਦਿ ਸਾਰੇ ਕੰਮ ਜਿਹੜੇ ਪੰਚਾਇਤ ਸਮਿਤੀ ਦੇ ਕੰਮ ਤੇ ਸ਼ਕਤੀਆਂ ਹਨ। ਇਹਦਾ ਵਰਣਨ 243 ਜੀ ਦੇ ਵਿੱਚ ਕੀਤਾ ਗਿਆ, ਠੀਕ ਹੈ ਜੀ। ਹੁਣ ਅਗਲੀ ਹੈ ਜੀ ਜ਼ਿਲ੍ਹਾ ਪਰਿਸ਼ਦ। ਜ਼ਿਲ੍ਹਾ ਪਰਿਸ਼ਦ ਹੈ ਜਿਹੜੀ ਉਹ ਸਭ ਤੋਂ ਉੱਪਰਲਾ ਪੱਧਰ ਹੈ ਜੀ, ਠੀਕ ਹੈ ਜੀ। ਇਹਦਾ ਗਠਨ ਜ਼ਿਲ੍ਹੇ ਦੇ ਵਿੱਚ ਕੀਤਾ ਜਾਂਦਾ ਜੀ। ਅੱਜ ਪੰਜਾਬ ਵਿੱਚ 23 ਜ਼ਿਲ੍ਹੇ, ਇਸ ਕਰਕੇ 23 ਜ਼ਿਲ੍ਹਾ ਪਰਿਸ਼ਦਾਂ ਹਨ। ਸਭ ਤੋਂ ਜਿਹੜੀ ਲੇਟੈਸਟ ਹੈ ਜਿਹੜੀ ਉਹ ਮਲੇਰਕੋਟਲਾ ਜ਼ਿਲ੍ਹਾ ਪਰਿਸ਼ਦ ਬਣੀ ਹੈ। ਇਹਦੇ ਜਿਹੜੇ ਜ਼ਿਲ੍ਹੇ ਦੇ ਜਿਹੜੇ 10 ਤੋਂ 15 ਇਹਦੇ ਮੈਂਬਰ ਹੁੰਦੇ ਜ਼ਿਲ੍ਹਾ ਪਰਿਸ਼ਦ ਦੇ ਵਿੱਚ। ਹਰੇਕ ਇੱਕ ਚੋਣ ਹਲਕੇ 'ਚੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ। 50,000 ਦੀ ਜਿੱਥੇ ਜਨਸੰਖਿਆ ਉੱਥੇ ਇੱਕ ਚੋਣ ਹਲਕਾ ਬਣਦਾ ਹੈ। ਜੇ ਲੱਖ ਹੈ ਤਾਂ 2 ਬਣਨਗੇ, ਜੇ 1.5 ਲੱਖ ਹੈ ਤਾਂ 3 ਬਣਨਗੇ, ਠੀਕ ਹੈ ਜੀ। ਜਿਹੜੇ ਪੰਚਾਇਤ ਸਮਿਤੀਆਂ ਦੇ ਚੇਅਰਮੈਨ ਆ ਉਹ ਇਹਦੇ ਮੈਂਬਰ ਹੁੰਦੇ ਆ, ਜ਼ਿਲ੍ਹੇ ਦੇ MP ਤੇ MLA ਵੀ ਇਹਦੇ ਮੈਂਬਰ ਹੁੰਦੇ ਆ। ਹੁਣ ਦੇਖੋ ਜੀ ਕੀ ਹੈ ਵੀ ਕੁਝ ਮੈਂਬਰ ਤਾਂ ਸਿੱਧੇ ਚੁਣੇ ਜਾਂਦੇ, ਸਿੱਧੇ ਲੋਕਾਂ ਦੁਆਰਾ, ਠੀਕ ਹੈ, ਜ਼ਿਆਦਾ ਮੈਂਬਰ ਤਾਂ, ਪਰ MP MLA ਤੇ ਪੰਚਾਇਤ ਸਮਿਤੀਆਂ ਦੇ ਚੇਅਰਮੈਨ ਉਹ ਅਸਿੱਧੇ ਰੂਪ ਦੇ ਵਿੱਚ ਇਹਦੇ ਮੈਂਬਰ ਬਣ ਜਾਂਦੇ ਆ ਜ਼ਿਲ੍ਹਾ ਪਰਿਸ਼ਦ ਦੇ। ਹਾਂਜੀ, ਸੀਟਾਂ ਦਾ ਰਾਖਵਾਂਕਰਨ 243D ਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਜੀ, ਠੀਕ ਹੈ ਜੀ। ਵੀ SC ਜਾਤੀਆਂ, ਪਛੜੀਆਂ ਜਾਤੀਆਂ, ਅਨੁਸੂਚਿਤ ਜਾਤੀਆਂ ਦੇ ਲਈ 1/3 ਸੀਟਾਂ ਦਾ ਰਾਖਵੀਕਰਨ ਕਿਹਾ ਗਿਆ। ਚੇਅਰਮੈਨ ਤੇ ਉਪ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਦੀ ਮੀਟਿੰਗ ਦੇ ਵਿੱਚ ਇੱਕ ਚੇਅਰਮੈਨ ਤੇ ਉਪ ਚੇਅਰਮੈਨ ਦੀ ਪਹਿਲੀ ਮੀਟਿੰਗ ਦੇ ਵਿੱਚ ਚੋਣ ਕੀਤੀ ਜਾਂਦੀ ਹੈ, ਠੀਕ ਹੈ ਜੀ। ਇਹਦੇ ਵਿੱਚ ਵੀ ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਹੈ। ਕਾਰਜਕਾਲ 5 ਸਾਲ ਹੈ। ਚੇਅਰਮੈਨ ਤੇ ਉਪ ਚੇਅਰਮੈਨ ਦਾ ਕਾਰਜਕਾਲ ਵੀ 5 ਸਾਲ ਹੈ, ਪਰ 5 ਸਾਲ ਤੋਂ ਪਹਿਲਾਂ ਵੀ ਚੇਅਰਮੈਨ ਤੇ ਉਪ ਚੇਅਰਮੈਨ ਨੂੰ ਆਪਣਾ ਅਸਤੀਫਾ ਦੇ ਸਕਦੇ ਆ, ਠੀਕ ਹੈ ਜੀ। ਜਾਂ ਇਹਨਾਂ ਨੂੰ ਮਤਾ ਪਾ ਕੇ ਵੀ ਹਟਾਇਆ ਜਾ ਸਕਦਾ, 2/3 ਮੈਂਬਰ ਬਹੁਮਤ ਦੇ ਨਾਲ ਇਹਨਾਂ ਨੂੰ ਉਹਦੇ ਤੋਂ ਹਟਾਇਆ ਜਾ ਸਕਦਾ ਜੀ, ਠੀਕ ਹੈ, ਸਰਕਾਰ ਦੁਆਰਾ। ਜ਼ਿਲ੍ਹਾ ਪਰਿਸ਼ਦ ਦੀਆਂ ਸ਼ਕਤੀਆਂ ਦੇ ਕੰਮਾਂ ਦਾ ਦੇਖਦੇ ਹਾਂ ਜੀ। ਖੇਤੀਬਾੜੀ ਨੂੰ ਵਿਕਸਿਤ ਕਰਨਾ, ਸਿੰਚਾਈ ਸਹੂਲਤਾਂ ਦਾ ਵਿਕਾਸ ਕਰਨਾ, ਅੰਕੜੇ ਇਕੱਠੇ ਕਰਨਾ, ਪਸ਼ੂ ਪਾਲਣ, ਡੇਅਰੀ ਸੰਬੰਧੀ ਕੰਮ, ਘਰੇਲੂ ਉਦਯੋਗਾਂ ਨਾਲ ਸੰਬੰਧਿਤ ਵਿਕਾਸ ਕੰਮ, ਸਿਹਤ ਸਫਾਈ ਤੇ ਸਹੂਲਤਾਂ ਸੰਬੰਧੀ ਕੰਮ, ਪੇਂਡੂ ਸੜਕਾਂ ਦੀ ਉਸਾਰੀ ਸਾਂਭ ਸੰਭਾਲ ਸੰਬੰਧੀ ਕੰਮ, ਤੇ ਪੇਂਡੂ ਬਿਜਲੀਕਰਨ, ਸਿੱਖਿਆ ਦਾ ਪ੍ਰਸਾਰ ਤੇ ਸਮਾਜ ਭਲਾਈ ਸੰਬੰਧੀ ਸਾਰੇ ਕੰਮ ਇੱਕ ਵਾਰੀ ਨੂੰ ਧਿਆਨ 'ਚ ਰੱਖ ਲੈਣਾ ਹੈ। ਜ਼ਿਲ੍ਹਾ ਪਰਿਸ਼ਦ ਦੀ ਆਮਦਨ, ਹਾਂਜੀ, ਕੁਝ ਫੰਡ ਮਿਲ ਜਾਂਦੇ ਸਰਕਾਰ ਤੋਂ, ਉਹਦੇ ਤਹਿਤ ਇਹਨਾਂ ਨੂੰ ਆਮਦਨ ਹੋ ਜਾਂਦੀ ਹੈ। ਭੂਮੀ ਲਗਾਨ ਮਿਲ ਜਾਂਦਾ ਹੈ, ਠੀਕ ਹੈ, ਕਰਾਂ ਤੋਂ ਮਿਲ ਜਾਂਦੀ ਹੈ ਆਮਦਨ। ਜਿਹੜੀ ਜ਼ਿਲ੍ਹਾ ਪਰਿਸ਼ਦ ਦੀ ਜਿਹੜੀ ਪ੍ਰਾਪਰਟੀ ਉਸ ਤੋਂ ਆਮਦਨ ਹੋ ਜਾਂਦੀ ਹੈ, ਠੀਕ ਹੈ। ਸ਼ਹਿਰ ਵਿੱਚ ਕਈ ਵਾਰ ਇਹਨਾਂ ਦੀ ਦੁਕਾਨਾਂ ਹੁੰਦੀਆਂ, ਸਰਕਾਰ ਵੱਲੋਂ ਗ੍ਰਾਂਟਾਂ ਆ ਜਾਂਦੀਆਂ, ਜਨਤਾ ਵੱਲੋਂ ਕੋਈ ਚੰਦੇ ਆ ਜਾਂਦੇ ਆ, ਪੰਚਾਇਤ ਸਮਿਤੀਆਂ ਵੱਲੋਂ ਵੀ ਕੁਝ ਰਕਮ ਮਿਲ ਜਾਂਦੀ ਹੈ ਇਹਨਾਂ ਨੂੰ, ਸਰਬ ਭਾਰਤੀ ਸੰਸਥਾਵਾਂ ਵੱਲੋਂ ਵੀ ਗ੍ਰਾਂਟਾਂ ਪ੍ਰਾਪਤ ਹੋ ਜਾਂਦੀਆਂ, ਠੀਕ ਹੈ ਜੀ। ਇਹ ਇਹਨਾਂ ਦੀ ਆਮਦਨ ਦੇ ਸਾਧਨ ਹੈ। ਹਾਂਜੀ, ਕੌਣ ਭੰਗ ਕਰ ਸਕਦਾ ਜ਼ਿਲ੍ਹਾ ਪਰਿਸ਼ਦ? ਰਾਜ ਸਰਕਾਰ ਭੰਗ ਕਰ ਸਕਦੀ ਹੈ, ਠੀਕ ਹੈ ਜੀ। ਕਦੋਂ? ਜਦੋਂ 2/3 ਮੈਂਬਰ, ਠੀਕ ਹੈ, ਮਤਾ ਪਾ ਦੇਣ ਤਾਂ ਭੰਗ ਕਰ ਸਕਦੀ ਹੈ, ਜਾਂ ਕਿਸੇ ਨੂੰ ਸਪਸ਼ਟ ਬਹੁਮਤ ਨਾ ਮਿਲੇ, ਠੀਕ ਹੈ, ਉਦੋਂ ਵੀ ਇਹਨੂੰ ਭੰਗ ਕੀਤਾ ਜਾ ਸਕਦਾ। ਹਾਂਜੀ, ਅੱਗੇ ਹੈ ਸ਼ਹਿਰੀ ਸੰਸਥਾਵਾਂ। ਸਭ ਤੋਂ ਪਹਿਲਾਂ ਪੜ੍ਹਦੇ ਨਗਰ ਪੰਚਾਇਤ। 74ਵੀਂ ਸੋਧ 1992 ਵਿੱਚ ਹੋਈ ਸੀ, ਜਿਹਦੇ ਵਿੱਚ ਇੱਕ ਨਵਾਂ ਭਾਗ 9A, ਠੀਕ ਹੈ ਜੀ, 9A ਜੋੜਿਆ ਗਿਆ ਸੀਗਾ। ਤੇ ਆਰਟੀਕਲ 243P ਤੋਂ ਲੈ ਕੇ 243ZG, ਠੀਕ ਹੈ, 243P ਤੋਂ ਲੈ ਕੇ 243ZG, ਤੇ ਟੋਟਲ ਇਹਦੇ ਵਿੱਚ ਜਿਹੜੇ ਆਰਟੀਕਲ 18 ਆ ਜਾਣਗੇ ਜੀ, ਠੀਕ ਹੈ। ਧਿਆਨ ਦਿਓ ਕਿਵੇਂ ਹੋਣਗੇ। P ਤੋਂ Z ਤੱਕ ਆਰਟੀਕਲ ਹੈ ਜਿਹੜੇ ਉਹ ਲਗਭਗ 11 ਆਰਟੀਕਲ ਬਣਦੇ ਆ, ਠੀਕ ਹੈ ਜੀ। ਤੇ G ਤੱਕ ਜਿਹੜੇ ਗਾਂ G ਤੱਕ ਫਿਰ ABC ਸ਼ੁਰੂ ਹੋ ਜਾਂਦੀ ਹੈ, ਉਹ 7 ਆਰਟੀਕਲ ਬਣ ਜਾਂਦੇ, ਟੋਟਲ 18 ਆਰਟੀਕਲ ਹੈ ਜੀ, ਠੀਕ ਹੈ, ਇਹ ਧਿਆਨ ਰੱਖ ਲੈਣਾ। ਤੇ ਇਸ ਨੂੰ ਆਪਾਂ ਨਗਰਪਾਲਿਕਾ ਐਕਟ ਵੀ ਕਿਹਾ ਜਾਂਦਾ ਹੈ। 1 ਜੂਨ 1993 ਨੂੰ ਲਾਗੂ ਹੋਇਆ, ਧਿਆਨ ਰੱਖ ਲੈਣਾ। ਨਗਰਪਾਲਿਕਾ ਐਕਟ 1 ਜੂਨ 1993 ਨੂੰ ਲਾਗੂ ਹੋਇਆ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਨਗਰਪਾਲਿਕਾ ਪਰ ਪੜ੍ਹਦੇ ਹਾਂ ਜੀ, ਠੀਕ ਹੈ ਜੀ। 1994 ਦੀ ਜਿਹੜੇ 74ਵੀਂ ਸੋਧ ਹੋਈ ਹੈ ਉਹਦੇ ਤਹਿਤ ਇਹਦੀ ਸਥਾਪਨਾ ਕੀਤੀ ਗਈ ਹੈ। ਜਿਨ੍ਹਾਂ ਨਗਰਾਂ ਦੀ ਆਬਾਦੀ 20,000 ਤੋਂ ਵੱਧ ਹੈ ਉੱਥੇ ਨਗਰਪਾਲਿਕਾ ਸਥਾਪਿਤ ਕੀਤੀ ਜਾਏਗੀ। ਤੇ ਇਹ ਜਿਹੜੀ ਨਗਰ ਪੰਚਾਇਤ ਹੈ, ਜਿਹੜੀ ਆਪਾਂ ਨਗਰ ਪੰਚਾਇਤ ਪੜ੍ਹਨਾ ਸੀ, ਸੋਰੀ, ਇੱਥੇ ਨਗਰ ਪੰਚਾਇਤ ਆਏਗਾ। ਨਗਰ ਪੰਚਾਇਤ ਹੈ ਜਿਹੜਾ ਇਹਦਾ ਗਠਨ ਉਹਨਾਂ ਖੇਤਰਾਂ 'ਚ ਹੋਏਗਾ ਜਿੱਥੇ ਆਬਾਦੀ 20,000 ਤੋਂ ਵੱਧ ਹੈ। ਨਗਰ ਪੰਚਾਇਤ ਹੈ ਜਿਹੜੀ ਇਹ ਪੇਂਡੂ ਖੇਤਰ ਤੋਂ ਸ਼ਹਿਰੀ ਖੇਤਰ ਵੱਲ ਤਬਦੀਲ ਹੁੰਦਾ ਹੋਇਆ ਏਰੀਆ ਵੀ ਅਜਿਹਾ ਪੇਂਡੂ ਖੇਤਰ ਜਿੱਥੇ ਪਾਪੂਲੇਸ਼ਨ 20,000 ਤੋਂ ਵੱਧ ਹੈ, ਸਾਰੀਆਂ ਫੈਸਿਲਿਟੀਆਂ ਸ਼ਹਿਰ ਵਾਲੀਆਂ ਉੱਥੇ ਮਿਲ ਰਹੀਆਂ, ਤੇ ਉੱਥੇ ਇਹਦਾ ਗਠਨ ਕੀਤਾ ਜਾਂਦਾ ਹੈ, ਠੀਕ ਹੈ ਜੀ। 32 ਨਗਰ ਪੰਚਾਇਤਾਂ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਵਿੱਚ ਹੈਗੀਆਂ। ਇੰਦਰਬੀਰ ਸਿੰਘ ਨਿੱਜਰ, ਠੀਕ ਹੈ, ਪੰਜਾਬ ਵਿੱਚ ਸਥਾਨਕ ਸਰਕਾਰਾਂ ਦਾ ਮੰਤਰੀ ਹੈ, ਯਾਦ ਰੱਖਣਾ ਹੈ, ਠੀਕ ਹੈ, ਇਹ ਇੰਪੋਰਟੈਂਟ ਹੈ ਜੀ, ਫੈਕਟ ਧਿਆਨ 'ਚ ਰੱਖਣਾ ਜੀ। ਹਾਂਜੀ, ਪੰਜਾਬ ਵਿੱਚ ਸਥਾਨਕ ਸਰਕਾਰਾਂ ਦਾ ਮੰਤਰੀ ਕੌਣ ਹੈ ਜੀ, ਠੀਕ ਹੈ ਜੀ। ਸਥਾਨਕ ਸਰਕਾਰਾਂ ਦਾ ਮੰਤਰੀ ਹੈ ਜੀ ਇੰਦਰਬੀਰ ਸਿੰਘ ਨਿੱਜਰ। ਜੇ ਪੰਚਾਇਤ ਮੰਤਰੀ ਪੁੱਛ ਲੈਣ ਤਾਂ ਕੌਣ ਹੈ ਜੀ? ਕੁਲਦੀਪ ਸਿੰਘ ਧਾਲੀਵਾਲ ਹੈ ਜੀ, ਠੀਕ ਹੈ ਜੀ। ਲਾਲਜੀਤ ਸਿੰਘ ਭੁੱਲਰ ਹੈ, ਇਹ ਟਰਾਂਸਪੋਰਟ ਮੰਤਰੀ ਹੈ। ਹਰਜੋਤ ਸਿੰਘ ਬੈਂਸ ਅੱਜ ਦੇ ਸਮੇਂ ਐਜੂਕੇਸ਼ਨ ਮਿਨਿਸਟਰ ਹੈ ਜੀ, ਠੀਕ ਹੈ ਜੀ। ਇਹ ਵੀ ਕੁਝ ਧਿਆਨ 'ਚ ਰੱਖ ਲਿਓ, ਠੀਕ ਹੈ ਜੀ, ਟਰਾਂਸਪੋਰਟ ਮਿਨਿਸਟਰ ਹੈ। ਹਾਂਜੀ, ਵਿਚ ਅਮੰਗ ਦੀ ਫੋਲੋਇੰਗ ਪਾਰਟ ਆਫ ਦੀ ਕਨਸਟੀਟਿਊਸ਼ਨ ਡੀਲਸ ਵਿਦ ਮਿਊਨਿਸਪੈਲਿਟੀਜ਼। ਦੱਸਣਾ ਹੈ ਕਿਹਦੇ ਨਾਲ ਸੰਬੰਧਿਤ ਹੈ। 9A ਹੈ ਜਿਹੜਾ ਉਹ ਸੰਵਿਧਾਨ ਦਾ ਨਗਰ ਕੌਂਸਲ ਜਾਂ ਨਗਰਪਾਲਿਕਾ ਦੇ ਨਾਲ ਸੰਬੰਧਿਤ ਹੈ। ਇਹ ਪੰਚਾਇਤਾਂ ਦੇ ਨਾਲ ਸੰਬੰਧਿਤ ਹੈ, ਭਾਗ 9, ਠੀਕ ਹੈ ਜੀ। What is the number of the item of 12th schedule added by the 74th amendment of the constitution? ਜਿਹੜੀ 74ਵੀਂ ਸੋਧ ਉਹਦੇ ਦੁਆਰਾ 12ਵਾਂ ਸ਼ਡਿਊਲ ਹੈ ਜਿਹੜਾ ਜੋੜਿਆ ਗਿਆ, ਤੇ 73ਵੀਂ ਸੋਧ ਦੁਆਰਾ ਜਿਹੜਾ 11ਵਾਂ ਸ਼ਡਿਊਲ ਜੋੜਿਆ ਗਿਆ ਸੀਗਾ। ਹੁਣ ਇਹਦੇ ਵਿੱਚ ਕਿੰਨੇ ਆਰਟੀਕਲ ਆ ਜੀ? ਉਹ 18 ਹੈ, ਉਹ ਆਪਾਂ ਦੱਸਿਆ ਮੈਂ ਤੁਹਾਨੂੰ। ਉਹ 243P ਤੋਂ ਸ਼ੁਰੂ ਹੁੰਦੇ ਆ ਜੀ, ਤੇ 243ZG ਤੱਕ ਚੱਲਦੇ ਆ ਜੀ, ਠੀਕ ਹੈ ਜੀ। ਹਾਂਜੀ, ਬਣਤਰ ਦੀ ਗੱਲ ਕਰਦੇ ਹਾਂ। ਨਗਰ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਸਰਕਾਰ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਹੈ, ਠੀਕ ਹੈ ਜੀ। ਤੇ ਇੱਕ ਵਾਰਡ ਦੇ ਵਿੱਚੋਂ ਇੱਕ ਮੈਂਬਰ ਹੀ ਚੁਣਿਆ ਜਾਂਦਾ ਹੈ, ਠੀਕ ਹੈ, ਧਿਆਨ ਰੱਖ ਲੈਣਾ। ਤੇ ਇਹ ਮੈਂਬਰਾਂ ਦੀ ਚੋਣ ਹੈ ਜਿਹੜੀ ਉਹ ਬਾਲਗ ਮਤ ਸਿਸਟਮ ਦੇ ਤਹਿਤ ਹੁੰਦੀ ਹੈ। ਆਹ ਗੱਲ ਧਿਆਨ 'ਚ ਰੱਖਣੀ ਹੈ। ਜੂਨ 2017 ਦੇ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ, ਤੇ ਨਗਰ ਪੰਚਾਇਤਾਂ ਦੇ ਵਿੱਚ ਇਸਤਰੀਆਂ ਦੀ 50% ਸੀਟਾਂ ਰੱਖੇ ਜਾਣ ਦੀ ਵਿਵਸਥਾ ਕੀਤੀ ਗਈ, ਠੀਕ ਹੈ ਜੀ। ਅੱਜ ਨਗਰ ਪੰਚਾਇਤਾਂ ਦੇ ਵਿੱਚ 50% ਔਰਤਾਂ ਜਿਹੜੀਆਂ ਉਹਨਾਂ ਦੇ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ, ਠੀਕ ਹੈ। ਇਹ ਇੰਪੋਰਟੈਂਟ ਫੈਕਟ ਧਿਆਨ 'ਚ ਰੱਖਣਾ ਜੀ। ਨਗਰ ਪੰਚਾਇਤ ਦੇ ਵਿੱਚ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਇਸਤਰੀਆਂ ਦੇ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ।
ਖੇਤਰ ਨਾਲ ਸੰਬੰਧ ਰੱਖਣ ਵਾਲਾ ਜਿਹੜਾ ਐਮਐਲਏ ਆ ਉਹ ਵੀ ਨਗਰ ਪੰਚਾਇਤ ਦਾ ਮੈਂਬਰ ਹੋਵੇਗਾ। ਠੀਕ ਹੈ ਜੀ। ਨਗਰ ਪੰਚਾਇਤ ਦਾ ਜਿਹੜਾ ਕਾਰਜਕਾਲ 5 ਸਾਲ ਹੁੰਦਾ ਹੈ, ਪਰ ਜੇ ਇਹਨੂੰ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤਾ ਜਾਵੇ ਤਾਂ 6 ਮਹੀਨੇ ਦੇ ਵਿੱਚ ਦੁਬਾਰਾ ਚੋਣਾਂ ਕਰਵਾ ਕੇ ਚੋਣਾਂ ਹੋਣਗੀਆਂ। ਠੀਕ ਹੈ ਜੀ। ਨਗਰ ਪੰਚਾਇਤ ਆਪਣੇ ਵਿੱਚੋਂ ਇੱਕ ਪ੍ਰਧਾਨ ਦੀ ਵੀ ਚੋਣ ਕਰਦੀ ਹੈ। ਠੀਕ ਹੈ, ਤੇ ਉਹ ਪ੍ਰਧਾਨ ਹੈ ਇਸ ਨਗਰ ਪੰਚਾਇਤ ਦੇ ਜਿਹੜੇ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖ ਲੈਣੇ ਜੀ। ਅਗਲਾ ਹੈ ਜੀ ਨਗਰਪਾਲਿਕਾ। ਹਾਂਜੀ, ਨਗਰਪਾਲਿਕਾ ਜਾਂ ਨਗਰ ਪ੍ਰੀਸ਼ਦ, ਠੀਕ ਹੈ, ਇਹ ਵਿਚਕਾਰਲੀ ਇਕਾਈ ਹੈ ਸ਼ਹਿਰੀ ਸਥਾਨਕ ਸੰਸਥਾਵਾਂ ਦੀ। ਠੀਕ ਹੈ, ਨਗਰਪਾਲਿਕਾ ਕਿਹਾ ਜਾਂਦਾ ਹੈ। ਅੱਜ ਦੇ ਸਮੇਂ ਦੀ ਗਿਣਤੀ 98 ਹੈ ਤੇ 1994 ਦਾ ਜਿਹੜਾ ਨਗਰਪਾਲਿਕਾ ਸੋਧ ਕਾਨੂੰਨ ਆਇਆ ਸੀਗਾ ਪੰਜਾਬ ਦਾ, ਉਹਦੇ ਵਿੱਚ ਨਗਰ ਪ੍ਰੀਸ਼ਦ ਦੀ ਸਥਾਪਨਾ ਕੀਤੀ ਗਈ ਸੀ ਤੇ ਸਰਕਾਰ ਦੁਆਰਾ ਨਗਰ ਪ੍ਰੀਸ਼ਦ ਦੇ ਮੈਂਬਰਾਂ ਦੀ ਗਿਣਤੀ ਆਬਾਦੀ ਦੇ ਆਧਾਰ ਤੇ ਨਿਸ਼ਚਿਤ ਕੀਤੀ ਜਾਂਦੀ ਹੈ। ਘੱਟੋ ਘੱਟ ਗਿਣਤੀ 9 ਤੇ ਵੱਧ ਤੋਂ ਵੱਧ ਗਿਣਤੀ 49 ਦੀ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ ਹੈ। ਗਿਣਤੀ ਜਿਹੜੀ ਹੈਗੀ ਨਗਰਪਾਲਿਕਾ ਦੀ ਮੈਂਬਰਾਂ ਦੀ ਗਿਣਤੀ 9 ਤੋਂ 49 ਤੱਕ ਹੁੰਦੀ ਹੈ। ਜਿਹੜੇ ਇਹਦੇ ਮੈਂਬਰ ਹੈ ਉਹ ਸਿੱਧੇ ਤੌਰ ਤੇ ਲੋਕਾਂ ਦੁਆਰਾ ਵੋਟਾਂ ਦੁਆਰਾ ਚੁਣੇ ਜਾਂਦੇ ਆ। ਸਾਰੇ ਨਗਰ ਨੂੰ ਵਾਰਡਾਂ ਵਿੱਚ ਵੰਡ ਲਿਆ ਜਾਂਦਾ ਹੈ। ਹਰੇਕ ਵਾਰਡ 'ਚ ਇੱਕ ਮੈਂਬਰ ਚੁਣਿਆ ਜਾਂਦਾ ਹੈ ਤੇ ਉਸ ਖੇਤਰ ਦਾ ਐਮਐਲਏ ਆ ਉਹ ਵੀ ਨਗਰਪਾਲਿਕਾ ਦਾ ਜਿਹੜਾ ਮੈਂਬਰ ਹੁੰਦਾ ਹੈ। ਠੀਕ ਹੈ, ਧਿਆਨ ਰੱਖ ਲੈਣਾ ਹੈ। ਨਗਰ ਪੰਚਾਇਤ ਵਿੱਚ ਵੀ ਐਮਐਲਏ ਮੈਂਬਰ ਹੁੰਦਾ ਹੈ ਤੇ ਨਗਰਪਾਲਿਕਾ 'ਚ ਵੀ ਹੁੰਦਾ ਹੈ। ਹਾਂਜੀ, ਹੁਣ ਗੱਲ ਕਰਦੇ ਹਾਂ ਯੋਗਤਾਵਾਂ ਦੀ। ਵੀ ਭਾਰਤ ਦਾ ਨਾਗਰਿਕ ਹੋਵੇ, ਸਰਕਾਰੀ ਕਰਮਚਾਰੀ ਨਾ ਹੋਵੇ, ਉਮਰ 21 ਸਾਲ ਤੋਂ ਘੱਟ ਨਾ ਹੋਵੇ ਤੇ ਉਹ ਅਪਰਾਧੀਆਂ ਦੀ ਲਿਸਟ ਦੇ ਵਿੱਚ ਉਹਦਾ ਨਾਮ ਨਾ ਦਰਜ ਹੋਵੇ ਤੇ ਉਹਦਾ ਨਾਮ ਸ਼ਹਿਰ ਦੀ ਵੋਟਰ ਸੂਚੀ ਵਿੱਚ ਹੋਵੇ। ਇਹ ਉਹਦੀਆਂ ਯੋਗਤਾਵਾਂ ਹੈ। ਹਾਂਜੀ, ਸੀਟਾਂ ਦੇ ਰਾਖਵੇਂ ਕਰਨ ਦੀ ਗੱਲ ਕਰਦੇ ਹਾਂ। ਹਾਂਜੀ, ਇਹਦੇ ਤੇ ਜਿਹੜੇ ਆਰਟੀਕਲ ਹੈ ਜਿਹੜੇ ਇਹ ਬਹੁਤੇ ਯਾਦ ਕਰਨ ਦੀ ਲੋੜ ਨਹੀਂ, ਪਰ ਜਿਹੜੇ ਨਗਰ ਪੰਚਾਇਤ ਦੇ ਆਰਟੀਕਲ ਯਾਦ ਰੱਖਣੇ ਆ। ਠੀਕ ਹੈ ਜੀ। ਹਾਂਜੀ, ਅਨੁਸੂਚਿਤ ਜਾਤੀਆਂ, ਪਛੜੀਆਂ, ਇਸਤਰੀਆਂ ਦੀ ਸੀਟਾਂ ਲਈ ਰਾਖਵੇਂ ਕਰਨ ਦਾ ਪ੍ਰਬੰਧ ਕੀਤਾ ਗਿਆ। ਠੀਕ ਹੈ ਜੀ। ਨਗਰ ਪ੍ਰੀਸ਼ਦ ਦੇ ਮੈਂਬਰ ਆਪਣੇ ਵਿੱਚੋਂ ਇੱਕ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਕਰਦੇ ਆ ਤੇ ਇਹਨਾਂ ਦਾ ਕਾਰਜਕਾਲ ਨਗਰ ਪ੍ਰੀਸ਼ਦ ਦੇ ਬਰਾਬਰ ਹੁੰਦਾ ਹੈ। ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਵੀ ਮੈਂਬਰ ਆਪਣਾ ਅਸਤੀਫਾ ਦੇ ਸਕਦੇ ਆ। ਪ੍ਰਧਾਨ ਤੇ ਉਪ ਪ੍ਰਧਾਨ ਹੈ ਜਿਹੜੀਆਂ ਜੇਕਰ ਆਪਣੀ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਤੇ ਸਰਕਾਰ ਇਹਨਾਂ ਨੂੰ ਹਟਾ ਸਕਦੀ ਹੈ, ਪਰ 2/3 ਬਹੁਮਤ ਦੇ ਨਾਲ ਮਤਾ ਪਾਇਆ ਹੋਵੇ ਬਾਕੀ ਮੈਂਬਰਾਂ ਦੁਆਰਾ। ਠੀਕ ਹੈ ਜੀ, ਇਹ ਸਾਰੇ ਪੁਆਇੰਟ ਧਿਆਨ 'ਚ ਰੱਖਣੇ ਆ। ਪ੍ਰਧਾਨਾਂ ਦੀ ਜੇ ਚੋਣ ਹੁੰਦੀ ਹੈ ਉਦੋਂ ਰਾਖਵੇਂ ਕਰਨ ਦੀ 5% ਸੀਟਾਂ ਐਸਸੀ ਦੇ ਲਈ ਰਾਖਵੀਆਂ ਹੋਣੀਆਂ, 5% ਸੀਟਾਂ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ, 2% ਪਛੜੀ ਸ਼੍ਰੇਣੀ ਦੀਆਂ ਲਈ। ਠੀਕ ਹੈ, ਧਿਆਨ ਰੱਖ ਲੈਣਾ। ਆਮਦਨ ਕਿੱਥੋਂ ਹੁੰਦੀ ਹੈ ਇਹਨਾਂ ਨੂੰ? ਚੁੰਗੀ ਤੋਂ ਹੁੰਦੀ ਹੈ, ਲਾਇਸੈਂਸ ਫੀਸ ਹੋ ਗਈ, ਜੁਰਮਾਨਿਆਂ ਤੋਂ ਆਮਦਨ ਹੋ ਜਾਂਦੀ ਹੈ, ਸਰਕਾਰੀ ਗ੍ਰਾਂਟਾਂ, ਕੂੜਾ ਕਰਕਟ ਗੰਦਗੀ ਵਿਕਰੀ ਤੋਂ ਆਮਦਨ ਹੋ ਜਾਂਦੀ ਹੈ, ਪਾਣੀ ਤੇ ਬਿਜਲੀ ਕਰ ਲੱਗਿਆ ਜਾਂਦਾ ਹੈ ਉਹ ਤੋਂ ਆਮਦਨ ਹੋ ਜਾਂਦੀ ਹੈ ਤੇ ਸੰਪੱਤੀ ਤੋਂ ਵੀ ਆਮਦਨ ਹੁੰਦੀ ਹੈ। ਇਹਦੀ ਆਪਦੀ ਸੰਪੱਤੀ ਹੁੰਦੀ ਹੈ ਨਗਰ ਦੇ ਵਿੱਚ, ਸ਼ਹਿਰ ਦੇ ਵਿੱਚ ਦੁਕਾਨਾਂ ਹੁੰਦੀਆਂ, ਜ਼ਮੀਨ ਹੁੰਦੀ ਹੈ, ਉਸ ਤੋਂ ਵੀ ਜਿਹੜੀ ਹੈਗੀ ਹੈ ਨਗਰ ਪ੍ਰੀਸ਼ਦ ਨੂੰ ਆਮਦਨ ਹੁੰਦੀ ਹੈ। ਹਾਂਜੀ, ਇਹਦੇ ਕੰਮ ਤੇ ਸ਼ਕਤੀਆਂ ਦੀ ਗੱਲ ਕਰਦੇ ਹਾਂ ਜੀ। ਪਾਣੀ ਦਾ ਪ੍ਰਬੰਧ ਕਰਨਾ, ਨਗਰ ਦੀ ਯੋਜਨਾਬੰਦੀ ਕਰਨਾ, ਜਨਤਕ ਸਿਹਤ, ਸਿੱਖਿਆ, ਸਥਾਨਕ ਆਵਾਜਾਈ, ਜਨਮ ਮਰਨ ਦਾ ਰਿਕਾਰਡ ਰੱਖਣਾ ਤੇ ਮਨੋਰੰਜਨ ਸੰਬੰਧੀ ਇਹ ਸਾਰੇ ਕੰਮ ਨਗਰ ਪੰਚਾਇਤ ਦੇ ਹੁੰਦੇ ਜੀ। ਠੀਕ ਹੈ ਜੀ। ਹਾਂਜੀ, ਪੰਚਾਇਤੀ ਰਾਜ ਬਾਰੇ ਕਿਹੜਾ ਕਥਨ ਸਹੀ ਹੈ ਇਹ ਦੱਸਣਾ ਆਪਾਂ। ਕਹਿੰਦੇ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਗਠਨ ਸਿੱਧੇ ਤੌਰ ਤੇ ਚੁਣੇ ਹੋਏ ਮੈਂਬਰਾਂ ਦੁਆਰਾ ਕੀਤਾ ਜਾਂਦਾ। ਨਹੀਂ, ਜੇ ਗਲਤ ਹੋ ਗਿਆ, ਕਿਉਂਕਿ ਜਿਹੜਾ ਪੰਚਾਇਤ ਸਮਿਤੀ ਹੈ ਇਹਦੇ ਵਿੱਚ ਵੀ ਐਮਐਲਏ ਆ ਸਿੱਧੇ ਤੌਰ ਤੇ ਹੁੰਦਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਪੰਚਾਇਤ ਸਮਿਤੀਆਂ ਦੇ ਚੇਅਰਮੈਨ ਤੇ ਐਮਪੀ ਤੇ ਐਮਐਲਏ ਦੇ ਮੈਂਬਰ ਹੁੰਦੇ ਆ। ਇਹ ਗਲਤ ਹੋ ਗਿਆ ਜੀ। ਠੀਕ ਹੈ, ਸਿੱਧੇ ਤੌਰ ਤੇ ਸਾਰੇ ਮੈਂਬਰ ਨਹੀਂ ਹੁੰਦੇ। ਪੰਚਾਇਤੀ ਪੱਧਰ ਤੇ ਚੋਣ ਲੜਨ ਦੇ ਲਈ ਘੱਟੋ ਘੱਟ 18 ਸਾਲ ਉਮਰ ਚਾਹੀਦੀ ਹੈ, ਇਹ ਵੀ ਗਲਤ ਹੈ ਜੀ। 21 ਸਾਲ ਉਮਰ ਚਾਹੀਦੀ ਹੈ ਜੀ। ਪੰਚਾਇਤੀ ਰਾਜ ਸੰਸਥਾਵਾਂ ਲਈ ਚੋਣ ਰਾਜ ਕਮਿਸ਼ਨ ਦੀ ਅਗਵਾਈ ਕਰਵਾਈ ਜਾਂਦੀ, ਇਹ ਸਹੀ ਹੈ ਜੀ। ਸਾਰੀਆਂ ਚੋਣਾਂ ਕੌਣ ਕਰਾਏਗਾ? ਰਾਜ ਚੋਣ ਕਮਿਸ਼ਨ ਦੁਆਰਾ ਕੀਤਾ ਜਾਏਗਾ ਜੀ। ਅਗਲਾ ਪੁਆਇੰਟ ਵੀ ਪੜ੍ਹ ਲੈਣੇ ਆ। ਪੰਚਾਇਤਾਂ ਦੀ ਵਿੱਤੀ ਸਮੀਖਿਆ ਦੇ ਲਈ 6 ਸਾਲਾਂ ਬਾਅਦ ਰਾਜ ਵਿੱਤ ਕਮਿਸ਼ਨ ਦੀ ਸਥਾਪਨਾ ਹੁੰਦੀ ਹੈ। ਇਹ 6 ਸਾਲਾਂ ਬਾਅਦ ਨਹੀਂ ਹੁੰਦੀ ਜੀ, 5 ਸਾਲ ਬਾਅਦ ਹੁੰਦੀ ਹੈ, ਧਿਆਨ ਰੱਖਣਾ ਜੀ। ਹਾਂਜੀ, ਨਗਰ ਨਿਗਮ ਦੀ ਗੱਲ ਕਰਦੇ ਹਾਂ। ਨਗਰ ਨਿਗਮ ਹੈ ਜਿਹੜੀ ਇਹ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਸਭ ਤੋਂ ਵੱਡੀ ਇਕਾਈ ਹੈ। ਇਸ ਸਮੇਂ ਮੌਜੂਦਾ ਸਮੇਂ ਦੇ ਵਿੱਚ 13 ਨਗਰ ਨਿਗਮ ਹੈ। ਵੱਡੇ ਸ਼ਹਿਰਾਂ ਵਿੱਚ ਸਾਰੀਆਂ ਬਣੀਆਂ ਹੋਈਆਂ। ਅੰਮ੍ਰਿਤਸਰ ਹੋ ਗਿਆ, ਜਲੰਧਰ ਹੋ ਗਿਆ, ਪਟਿਆਲਾ, ਲੁਧਿਆਣਾ, ਬਠਿੰਡਾ, ਮੋਹਾਲੀ, ਪਠਾਨਕੋਟ, ਫਗਵਾੜਾ, ਮੋਗਾ, ਹੁਸ਼ਿਆਰਪੁਰ, ਅਬੋਹਰ, ਬਟਾਲਾ ਤੇ ਕਪੂਰਥਲਾ, ਇੱਥੇ ਸਾਰੇ ਕਿਤੇ ਇਹ ਨਗਰ ਨਿਗਮ ਬਣੀਆਂ ਹੋਈਆਂ। ਭਾਰਤ ਦੇ ਵਿੱਚ ਪਹਿਲੀ ਜਿਹੜੀ ਨਗਰ ਨਿਗਮ ਹੈ ਚੇਨਈ ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਇਹ ਗੱਲ ਧਿਆਨ 'ਚ ਰੱਖ ਲੈਣੀ ਹੈ ਜੀ। ਵੱਡੇ ਸ਼ਹਿਰਾਂ ਦੇ ਵਿੱਚ ਆਬਾਦੀ ਦੇ ਆਧਾਰ ਤੇ ਵਾਰਡਾਂ ਦੇ ਵਿੱਚ ਵੰਡ ਲਿਆ ਜਾਂਦਾ ਸ਼ਹਿਰ ਨੂੰ। ਹਰੇਕ ਵਾਰਡ ਦੇ ਵਿੱਚੋਂ ਇੱਕ ਮੈਂਬਰ ਦੀ ਚੋਣ ਕੀਤੀ ਜਾਂਦੀ ਹੈ ਬਲਕ ਵੋਟ ਦੇ ਆਧਾਰ ਤੇ ਸ਼ਹਿਰ ਦੀ ਆਬਾਦੀ ਦੇ ਆਧਾਰ ਤੇ ਹੀ ਮੈਂਬਰ ਚੁਣੇ ਜਾਂਦੇ ਆ। ਅੰਮ੍ਰਿਤਸਰ ਦੇ ਵਿੱਚ 85, ਲੁਧਿਆਣੇ ਦੇ ਵਿੱਚ 95, ਪਟਿਆਲੇ 'ਚ 60 ਤੇ ਜਲੰਧਰ ਦੇ ਵਿੱਚ 80 ਮੈਂਬਰ ਚੁਣੇ ਜਾਂਦੇ ਆ। ਐਮਐਲਏ ਜੋ ਉਸ ਖੇਤਰ ਨਾਲ ਸੰਬੰਧਿਤ ਉਹ ਵੀ ਇਹਦਾ ਮੈਂਬਰ ਹੁੰਦਾ ਜੀ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ ਨਗਰ ਨਿਗਮ ਬਾਰੇ। ਹਾਂਜੀ, ਭਾਰਤ ਦੇ ਵਿੱਚ ਪਹਿਲੀ ਜਿਹੜੀ ਨਗਰ ਨਿਗਮ ਹੈ ਉਹ ਕਿੱਥੇ ਸਥਾਪਿਤ ਹੋਈ ਸੀ? ਉਹ ਚੇਨਈ ਦੇ ਵਿੱਚ ਹੋਈ ਸੀ। ਧਿਆਨ ਰੱਖ ਲੈਣਾ, ਚੇਨਈ ਹੈ ਜਿਹੜਾ ਤਮਿਲਨਾਡੂ ਦੇ ਵਿੱਚ ਹੀ ਹੈ ਜੀ। ਠੀਕ ਹੈ ਜੀ। ਹਾਂਜੀ, ਸੀਟਾਂ ਦੇ ਰਾਖਵੇਂ ਕਰ ਅਨੁਸੂਚਿਤ ਜਾਤੀ, ਪਿਛੜੀ ਸ਼੍ਰੇਣੀ ਔਰਤਾਂ ਦੇ ਲਈ ਰਾਖਵੇਂ ਕਰਨ ਦਾ ਪ੍ਰਬੰਧ ਕੀਤਾ ਗਿਆ ਜੀ। ਠੀਕ ਹੈ ਜੀ। ਯੋਗਤਾਵਾਂ ਉਹੀ ਨਗਰ ਪ੍ਰੀਸ਼ਦ ਵਾਲੀਆਂ ਹੀ ਹੈ, ਨਗਰਪਾਲਿਕਾ ਵਾਲੀਆਂ ਹੀ ਹੈ। 5 ਸਾਲ ਦਾ ਕਾਰਜਕਾਲ ਹੈ। ਜੇ ਇਸ ਤੋਂ ਪਹਿਲਾਂ ਨਗਰ ਨਿਗਮ ਭੰਗ ਹੋ ਜਾਂਦਾ ਤਾਂ 6 ਮਹੀਨੇ ਦੇ ਵਿੱਚ ਚੋਣਾਂ ਕਰਵਾਉਣੀਆਂ ਲਾਜ਼ਮੀ ਹੁੰਦੀਆਂ। ਨਗਰ ਨਿਗਮ ਦੇ ਕੰਮ ਕੀ ਹੈ? ਸਫਾਈ ਦਾ ਪ੍ਰਬੰਧ ਕਰਨਾ, ਆਵਾਜਾਈ ਸੰਬੰਧੀ ਪ੍ਰਬੰਧ, ਸਰਜਨਕ ਨਿਰਮਾਣ ਸੰਬੰਧੀ, ਸਿੱਖਿਆ ਸੰਬੰਧੀ ਕਾਰਜ, ਮਨੋਰੰਜਨ ਤੇ ਸਿਹਤ, ਡਾਕਟਰੀ ਸਹੂਲਤਾਂ ਸੰਬੰਧੀ ਕੰਮ। ਇਹ ਸਾਰੇ ਕੰਮ ਹੈ ਜੀ ਜਿਹੜੇ ਨਗਰ ਨਿਗਮ ਨੇ ਦੇਖਣੇ ਹੁੰਦੇ ਆ। ਹਾਂਜੀ, ਨਗਰ ਨਿਗਮ ਦੀ ਆਮਦਨ ਦੀ ਗੱਲ ਕਰੀਏ ਤਾਂ ਸੰਪੱਤੀ ਕਰ, ਪਸ਼ੂ ਕਰ, ਮਨੋਰੰਜਨ ਕਰ, ਮਕਾਨਾਂ ਦੇ ਨਕਸ਼ੇ ਪਾਸ ਕਰਨ ਤੇ ਕਿੱਤਾ ਕਰ, ਵਿੱਦਿਆ ਕਰ, ਟੋਲ ਟੈਕਸ, ਬਿਜਲੀ ਆਦਿ ਤੋਂ ਇਹਨਾਂ ਨੂੰ ਆਮਦਨ ਹੁੰਦੀ ਹੈ। ਫੀਸਾਂ ਤੋਂ ਆਮਦਨ ਹੁੰਦੀ ਹੈ। ਮਕਾਨ ਦੇ ਨਕਸ਼ੇ ਪਾਸ ਕਰਨ ਦੀ ਫੀਸ ਹੋ ਗਈ, ਟੈਕਸੀ, ਆਟੋ ਰਿਕਸ਼ਾ ਆਦਿ ਰਜਿਸਟਰ ਕਰਾਉਣ ਦੀ ਫੀਸ ਹੋ ਗਈ ਤੇ ਸੰਸਥਾਵਾਂ ਤੋਂ ਵੀ ਆਮਦਨ ਪ੍ਰਾਪਤ ਹੋ ਜਾਂਦੀ ਹੈ ਜਿਹੜੀ ਕਿ ਏਰੀਆ ਦੀ ਇਨਕਮ ਕਰਨੀ ਹੈ ਤੇ ਸਰਕਾਰੀ ਗ੍ਰਾਂਟਾਂ, ਸਰਕਾਰ ਵੱਲੋਂ ਗ੍ਰਾਂਟਾਂ ਮਿਲਦੀਆਂ ਉਸ ਤੋਂ ਵੀ ਨਗਰ ਨਿਗਮ ਨੂੰ ਆਮਦਨ ਹੋ ਜਾਂਦੀ ਹੈ। ਹਾਂਜੀ, ਉਸ ਤੋਂ ਬਾਅਦ ਹੈ ਜੀ ਨਗਰ ਸੁਧਾਰ ਟਰਸਟ। ਇਹ ਵੀ ਸ਼ਹਿਰੀ ਸਥਾਨਕ ਸਵੈ ਸ਼ਾਸਨ ਦੀ ਮਹੱਤਵਪੂਰਨ ਇਕਾਈ ਹੈ। ਕਈ ਵੱਡੇ ਸ਼ਹਿਰਾਂ ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਹੈ। ਇਹਦਾ ਚੇਅਰਮੈਨ ਸਰਕਾਰ ਦੁਆਰਾ ਲਗਾਇਆ ਜਾਂਦਾ ਹੈ। ਇਸ ਦਾ ਕਾਰਜਕਾਰੀ ਅਧਿਕਾਰੀ ਵੀ ਹੁੰਦਾ ਹੈ। ਨਗਰ ਸੁਧਾਰ ਟਰਸਟ ਦਾ ਮੁੱਖ ਕੰਮ ਸੁਧਾਰ ਦਾ ਸ਼ਹਿਰ ਦਾ ਵਿਕਾਸ ਕਰਨਾ ਤੇ ਸ਼ਹਿਰ ਨੂੰ ਹਰ ਪੱਖੋਂ ਸੋਹਣਾ ਸੁਨੱਖਾ ਬਣਾਉਣਾ ਹੁੰਦਾ ਹੈ। ਸ਼੍ਰੋਮਣੀ ਬੋਰਡ, ਕੁਝ ਵੱਡੇ ਸ਼ਹਿਰਾਂ ਦੇ ਵਿੱਚ ਸ਼੍ਰੋਮਣੀ ਬੋਰਡ ਦੀ ਸਥਾਪਨਾ ਕੀਤੀ ਜਾਂਦੀ ਹੈ। ਇਹ ਬੋਰਡ ਕੇਂਦਰ ਸਰਕਾਰ ਦੇ ਰੱਖਿਆ ਵਿਭਾਗ ਅਧੀਨ ਹੁੰਦਾ। ਧਿਆਨ ਰੱਖ ਲੈਣਾ, ਜਿਹੜਾ ਸ਼੍ਰੋਮਣੀ ਬੋਰਡ ਹੈ ਇਹ ਕੇਂਦਰ ਸਰਕਾਰ ਦੇ ਜਿਹੜਾ ਰੱਖਿਆ ਵਿਭਾਗ ਉਹਦੇ ਅਧੀਨ ਹੈ। ਇਹਨਾਂ ਸ਼੍ਰੋਣੀਆਂ ਦੇ ਵਿੱਚ ਗੈਰ ਸੈਨਿਕ ਲੋਕ ਵੀ ਰਹਿੰਦੇ ਹਨ ਤੇ ਇਹਨਾਂ ਦੇ ਸਥਾਨਕ ਕੰਮਾਂ ਨੂੰ ਕਰਨ ਦੇ ਲਈ ਇਸ ਬੋਰਡ ਦੀ ਸਥਾਪਨਾ ਕੀਤੀ ਜਾਂਦੀ ਹੈ। ਕਹਿਣ ਦਾ ਮਤਲਬ ਹੈ ਵੀ ਹਰੇਕ ਜਿਵੇਂ ਬਠਿੰਡਾ ਸ਼੍ਰੋਣੀ ਹੋ ਗਈ, ਫਿਰੋਜ਼ਪੁਰ ਸ਼੍ਰੋਣੀ ਹੋ ਗਈ, ਉੱਥੇ ਇਹ ਸ਼੍ਰੋਣੀ ਬੋਰਡ ਬਣਾਇਆ ਜਾਂਦਾ ਹੈ। ਠੀਕ ਹੈ ਜੀ। ਇਸ ਦਾ ਪ੍ਰਬੰਧਕ ਸੈਨਿਕ ਅਧਿਕਾਰੀ ਦੁਆਰਾ ਕੀਤਾ ਜਾਂਦਾ ਹੈ ਤੇ ਉਸ ਦਾ ਮੁੱਖ ਕੰਮ ਕੀ ਹੈ? ਪਾਣੀ, ਬਿਜਲੀ, ਸਿਹਤ, ਸਫਾਈ, ਵਿੱਦਿਆ ਆਦਿ ਸਹੂਲਤਾਂ ਦਾ ਪ੍ਰਬੰਧ ਕਰਨਾ ਹੁੰਦਾ ਹੈ। ਠੀਕ ਹੈ ਜੀ, ਕਲੀਅਰ ਹੋ ਗਿਆ ਜੀ। ਹਾਂਜੀ, ਪੋਰਟ ਟਰਸਟ। ਇਹ ਪੋਰਟ ਟਰਸਟ ਵੀ ਬਣਦੇ ਆ ਜੀ। ਇਹ ਉਹਨਾਂ ਵੱਡੇ ਸ਼ਹਿਰਾਂ 'ਚ ਬਣਦੇ ਆ ਜਿੱਥੇ ਸਮੁੰਦਰ ਨੇੜੇ ਲੱਗਦਾ ਹੈ, ਬੰਦਰਗਾਹ ਹੁੰਦੀਆਂ, ਸਮੁੰਦਰੀ ਜਹਾਜ਼ ਰੁਕਦੇ ਆ, ਬੰਦਰਗਾਹ ਦੀਆਂ ਸਮੱਸਿਆ ਨੂੰ ਹੱਲ ਕਰਨ ਦੇ ਲਈ ਬੰਦਰਗਾਹ ਟਰਸਟ ਬਣਾਏ ਜਾਂਦੇ ਆ। ਜਿਵੇਂ ਕਲਕੱਤਾ, ਬੰਬਈ, ਚੇਨਈ ਰਾਜਾਂ ਦੇ ਵਿੱਚ ਇਹ ਟਰਸਟ ਬਣਾਏ ਗਏ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ, ਇਹਨੂੰ ਪੋਰਟ ਟਰਸਟ ਕਿਹਾ ਜਾਂਦਾ। ਹਾਂਜੀ, ਇੱਕ ਹੋਰ ਇੰਪੋਰਟੈਂਟ ਜਿਹੜਾ ਕੰਸੈਪਟ ਅੱਜ ਦੇ ਸਮੇਂ PCS IAS ਐਗਜ਼ਾਮ ਦੇ ਵਿੱਚੋਂ ਜ਼ਿਆਦਾਤਰ ਕੁਐਸਚਨ ਜਿਹੜੇ ਇਸ ਪਾਰਟ ਦੇ ਵਿੱਚ ਪੁੱਛੇ ਜਾਂਦੇ ਆ ਉਹ ਹੈ PSAT। ਠੀਕ ਹੈ ਜੀ। ਇਹ ਪੰਚਾਇਤਾਂ ਨਾਲ ਸੰਬੰਧਿਤ ਸੰਵਿਧਾਨ ਦੇ ਭਾਗ 9ਵੇਂ ਦੇ ਉਪਬੰਧ 5ਵੀਂ ਅਨੁਸੂਚੀ ਵਾਲੇ ਖੇਤਰਾਂ ਤੇ ਲਾਗੂ ਨਹੀਂ ਹੁੰਦਾ। ਠੀਕ ਹੈ ਜੀ। ਜਿਹੜੀ 5ਵੀਂ ਅਨੁਸੂਚੀ ਦੇ ਵਿੱਚ
ਜਿਹੜੇ ਸਟੇਟ ਸ਼ਾਮਲ ਹੈ, ਠੀਕ ਹੈ, ਉਹਨਾਂ ਤੇ ਪੰਚਾਇਤੀ ਰਾਜ ਦਾ ਜਿਹੜਾ 9ਵਾਂ ਭਾਗ ਆ ਉਹ ਲਾਗੂ ਨਹੀਂ ਹੁੰਦਾ। ਪਰ ਇੱਕ ਗੱਲ ਧਿਆਨ ਰੱਖਣੀ ਹੈ, 5ਵੀਂ ਸੂਚੀ ਦੇ ਸਾਰੇ ਰਾਜਾਂ ਤੇ ਨਹੀਂ ਲਾਗੂ ਹੁੰਦਾ, ਕੁਝ ਕੁ ਰਾਜ ਹੈ ਉਹ ਆਪਾਂ ਪੜ੍ਹ ਕੇ ਗਏ ਹਾਂ। ਇੱਕ ਤਾਂ ਨਾਗਾਲੈਂਡ ਆ, ਇੱਕ ਮਿਜ਼ੋਰਮ ਹੈ ਤੇ ਇੱਕ ਮੇਘਾਲਿਆ, ਠੀਕ ਹੈ। ਤਿੰਨ ਹੈ ਇਹ, ਤਿੰਨਾਂ ਤੇ ਜਿਹੜਾ ਹੈ ਉਹ 9ਵਾਂ ਪੰਚਾਇਤੀ ਰਾਜ ਲਾਗੂ ਐਕਟ ਨਹੀਂ ਹੁੰਦਾ। ਉੱਥੇ ਕਿਹੜਾ ਐਕਟ ਲਾਗੂ ਹੁੰਦਾ? ਉੱਥੇ ਪੀਸਾ ਐਕਟ ਲਾਗੂ ਹੁੰਦਾ। ਕਲੀਅਰ ਹੋ ਗਿਆ ਜੀ। ਤੇ ਇਹ 5ਵੀਂ ਤੇ 6ਵੀਂ ਸੂਚੀ ਦਾ ਧਿਆਨ ਰੱਖਣਾ, ਠੀਕ ਹੈ ਜੀ। 5ਵੀਂ ਤੇ 6ਵੀਂ, 5ਵੀਂ ਵਾਲੀ ਸੂਚੀ 'ਚ ਲਗਭਗ ਸਾਰੇ ਲਾਗੂ ਹੁੰਦਾ, ਤੇ 6ਵੀਂ ਸੂਚੀ ਦੇ ਵਿੱਚ ਕਿਉਂਕਿ ਟਰਾਈਬ ਹੈ, ਟਰਾਈਬ ਨਾਲ ਸੰਬੰਧਿਤ ਹੈ ਪੀਸਾ ਐਕਟ, ਕਬੀਲਿਆਂ ਨਾਲ ਸੰਬੰਧਿਤ ਹੈ, ਧਿਆਨ ਰੱਖ ਲੈਣਾ, ਠੀਕ ਹੈ ਜੀ। ਹਾਂਜੀ, ਇਸ ਦੀ ਵਿਵਸਥਾ ਸੰਸਦ ਨੇ ਕੀਤੀ ਸੀਗੀ 1996 ਦੇ ਵਿੱਚ, ਠੀਕ ਹੈ। ਇਹਦੇ ਵਿੱਚ ਕੀ ਕੀਤਾ ਗਿਆ ਸੀ? ਅਨੁਸੂਚਿਤ ਖੇਤਰਾਂ ਦੇ ਪੰਚਾਇਤਾਂ ਦਾ ਪਾਬੰਦ ਕੀਤਾ ਗਿਆ ਸੀ। ਕਿੰਨਾ ਖੇਤਰਾਂ 'ਚ? ਅਨੁਸੂਚਿਤ ਖੇਤਰਾਂ ਦੇ ਵਿੱਚ, ਠੀਕ ਹੈ ਜੀ। ਇਹਨੂੰ ਪੀਸਾ ਐਕਟ ਕਿਹਾ ਜਾਂਦਾ ਹੈ, ਠੀਕ ਹੈ ਜੀ, ਜਾਂ ਐਕਸਟੈਂਸ਼ਨ ਐਕਟ ਵਜੋਂ ਵੀ ਜਾਣਿਆ ਜਾਂਦਾ ਹੈ, ਠੀਕ ਹੈ। ਇਹ ਵੈਸੇ ਤੁਹਾਨੂੰ ਦੱਸਿਆ ਗਿਆ ਵੀ 5ਵੀਂ ਸੂਚੀ ਦੇ ਵਿੱਚ ਕਿਹੜੇ ਕਿਹੜੇ ਖੇਤਰ ਹੈ, ਇਹ ਬਾਅਦ ਵਿੱਚ ਤੁਸੀਂ ਪੜ੍ਹ ਲੈਣਾ ਇਹਨੂੰ। ਹਾਂਜੀ, ਪੀਸਾ ਐਕਟ ਦੇ ਵਿੱਚ ਕੀ ਪ੍ਰੋਵੀਜ਼ਨਾਂ ਕੀਤੀਆਂ ਗਈਆਂ, ਠੀਕ ਹੈ। ਸਭ ਤੋਂ ਪਹਿਲਾਂ ਪੀਸਾ ਐਕਟ ਦੀ ਜਿਹੜੀ ਫੁੱਲ ਫਾਰਮ ਕੀ ਹੈ? ਇਹਦੀ ਫੁੱਲ ਫਾਰਮ ਹੈਗੀ ਪ੍ਰੋਵੀਜ਼ਨ ਆਫ ਦੀ ਪੰਚਾਇਤ ਐਕਸਟੈਂਸ਼ਨ ਟੂ ਦੀ ਸ਼ਡਿਊਲਡ ਏਰੀਆ ਐਕਟ 1996। ਧਿਆਨ ਰੱਖਣਾ 1996 ਦਾ ਐਕਟ ਹੈ ਇਹ, ਠੀਕ ਹੈ ਜੀ। ਤੇ ਪੰਚਾਇਤ ਨਾਲ ਸੰਬੰਧਿਤ ਸੰਵਿਧਾਨ ਦੇ ਭਾਗ 9ਵੇਂ ਦੇ ਪਾਬੰਦ ਨੂੰ ਕੁਝ ਸੋਧਾਂ ਨਾਲ ਅਨੁਸੂਚਿਤ ਖੇਤਰ ਤੱਕ ਵਧਾਉਣਾ ਹੈ, ਵੀ ਜਿਹੜਾ ਕੁਝ ਅਨੁਸੂਚਿਤ ਖੇਤਰਾਂ ਉੱਥੋਂ ਤੱਕ ਜਿਹੜੇ ਪੰਚਾਇਤੀ ਰਾਜ ਨੂੰ ਪਹੁੰਚਾਉਣਾ, ਇਹ ਇਹਦਾ ਹੈਗਾ ਮਕਸਦ। ਕਬਾਇਲੀ ਜਿਹੜੀ ਟਰਾਈਬ ਆਬਾਦੀ ਹੈ, ਠੀਕ ਹੈ ਜੀ, ਦੇ ਬਹੁਤੇ ਹਿੱਸੇ ਵਿੱਚ ਸਵੈ ਨਿਯਮ ਪ੍ਰਦਾਨ ਕਰਨਾ, ਵੀ ਜਿਹੜੇ ਟਰਾਈਬ ਲੋਕ ਹੈ ਉਹ ਆਪਣੇ ਕੁਝ ਨਿਯਮ ਬਣਾਉਣ ਜਿਹਦੇ ਤਹਿਤ ਉਹ ਉੱਥੋਂ ਦਾ ਸ਼ਾਸਨ ਕਰਨ। ਹਾਂਜੀ, ਲੋਕਤੰਤਰ ਦੇ ਵਿੱਚ ਉਹਨਾਂ ਦੀ ਜਿਹੜੀ ਭਾਗੀਦਾਰੀ ਹੈ ਉਹਨੂੰ ਵਧਾਉਣਾ, ਠੀਕ ਹੈ ਜੀ, ਕਬੀਲੇ ਦੇ ਲੋਕਾਂ ਦੀ। ਜਿਹੜੇ ਪਰੰਪਰਾਗਤ ਅਭਿਆਸਾਂ ਦੇ ਨਾਲ ਇਕਸਾਰ ਢੁਕਵੇਂ ਪ੍ਰਸ਼ਾਸਨਿਕ ਢਾਂਚੇ ਦਾ ਵਿਕਾਸ ਕਰਨਾ, ਠੀਕ ਹੈ ਜੀ, ਜਿਹੜਾ ਐਡਮਿਨਿਸਟ੍ਰੇਸ਼ਨ ਸਿਸਟਮ ਹੈ ਉਹਦੇ ਵਿੱਚ ਉਹਦਾ ਵੀ ਡਿਵੈਲਪਮੈਂਟ ਕਰਨੀ ਟਰਾਈਬਲ ਇਲਾਕਿਆਂ ਦੇ ਵਿੱਚ। ਹਾਂਜੀ, ਕਬਾਇਲੀ ਭਾਈਚਾਰੇ ਦੀਆਂ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਦੀ ਰਾਖੀ ਦੀ ਸਾਂਭ ਸੰਭਾਲ ਕਰਨੀ, ਕਿ ਇਹਦਾ ਉਦੇਸ਼ ਹੈ, ਠੀਕ ਹੈ ਜੀ। ਪੰਚਾਇਤਾਂ ਨੂੰ ਉਚਿਤ ਪੱਧਰਾਂ ਤੇ ਕਬਾਇਲੀ ਲੋੜਾਂ ਦੇ ਅਨੁਕੂਲ ਵਿਸ਼ੇਸ਼ ਸ਼ਕਤੀਆਂ ਵਿੱਚ ਸਸ਼ਕਤ ਕਰਨਾ, ਤੇ ਪੰਚਾਇਤਾਂ ਨੂੰ ਗ੍ਰਾਮ ਸਭਾ ਦੇ ਹੇਠਲੇ ਪੱਧਰ ਤੇ ਪੰਚਾਇਤਾਂ ਦੀਆਂ ਸ਼ਕਤੀਆਂ ਦੇ ਅਧਿਕਾਰ ਤੇ ਗ੍ਰਹਿਣ ਕਰਨ ਤੇ ਰੋਕ, ਠੀਕ ਹੈ ਜੀ। ਇਹ ਸਾਰੇ ਇਹਦੇ ਪੀਸਾ ਐਕਟ ਦੇ ਉਦੇਸ਼ ਹੈ, ਠੀਕ ਹੈ। ਇਹਦੇ ਵਿੱਚ ਕੁਐਸਚਨ ਅੱਜ ਕੱਲ੍ਹ ਬਹੁਤ ਜ਼ਿਆਦਾ ਬਣ ਕੇ ਆਉਣ ਲੱਗ ਪਏ, ਧਿਆਨ ਰੱਖਣਾ। ਸਭ ਤੋਂ ਪਹਿਲਾਂ ਤਾਂ ਧਿਆਨ ਇਹੀ ਰੱਖਣਾ ਵੀ ਪੀਸਾ ਐਕਟ ਹੈ ਉਹ ਕਿਹਦੇ ਨਾਲ ਸੰਬੰਧਿਤ ਹੈ? ਉਹ ਸ਼ਡਿਊਲ ਏਰੀਆਜ਼ ਦੇ ਨਾਲ ਸੰਬੰਧਿਤ ਹੈ, ਧਿਆਨ ਰੱਖ ਲੈਣਾ। 1996 ਦੇ ਵਿੱਚ ਇਹ ਐਕਟ ਆਇਆ ਸੀਗਾ। ਇਹ ਐਕਟ ਉਹਨਾਂ ਸਟੇਟਾਂ ਦੇ ਵਿੱਚ ਲੱਗਦਾ ਹੈ ਜਿੱਥੇ ਕਿ 9ਵੀਂ ਜਿਹੜੀ ਸ਼ਡਿਊਲ ਹੈ, ਠੀਕ ਹੈ ਜੀ, 9ਵਾਂ ਜਿਹੜਾ ਸੂਚੀ ਹੈ ਉਹ ਲਾਗੂ ਨਹੀਂ ਹੁੰਦੀ। ਹਾਂਜੀ, ਕਬਾਇਲੀ ਪੰਚਾਇਤੀ ਰਾਜ ਐਕਟ ਲਾਗੂ ਨਹੀਂ ਹੁੰਦਾ, ਕਹਿੰਦਾ ਮਤਲਬ ਇਹ ਹੈ। ਕਬਾਇਲੀ ਆਬਾਦੀ ਨੂੰ ਪੰਚਾਇਤੀ ਉਦੇਸ਼ਾਂ ਵਿੱਚ ਸ਼ਾਮਲ ਨਹੀਂ ਹੈ, ਦੱਸਣਾ ਕਿਹੜਾ ਸ਼ਾਮਲ ਨਹੀਂ ਹੈ। ਕਬਾਇਲੀ ਆਬਾਦੀ ਨੂੰ ਸਵੈ ਨਿਯਮ ਪ੍ਰਦਾਨ ਕਰਨਾ ਇਹ ਸ਼ਾਮਲ ਹੈ ਜੀ। ਕਬਾਇਲੀ ਭਾਈਚਾਰੇ ਦੀ ਪਰੰਪਰਾ ਰੀਤੀ ਰਿਵਾਜਾਂ ਨੂੰ ਸੁਰੱਖਿਅਤ ਕਰਨਾ ਇਹ ਵੀ ਸ਼ਾਮਲ ਹੈ ਜੀ, ਠੀਕ ਹੈ। ਕੁਝ ਸੋਧਾਂ ਦੇ ਨਾਲ ਅਨੁਸੂਚੀ ਖੇਤਰ ਦੇ ਵਿੱਚ ਭਾਗ 11 ਦੇ ਪ੍ਰਬੰਧ ਨੂੰ ਵਧਾਉਣਾ ਇਹ ਵੀ ਹੈਗਾ ਜੀ। ਤੇ ਆਹ ਸ਼ਾਮਲ ਹੈ ਨਹੀਂ ਜਿਹਦੇ ਵਿੱਚ ਖੁਦ ਮੁਖਤਿਆਰ ਕੌਂਸਲ ਦੀ ਸਥਾਪਨਾ ਕਰਨਾ, ਠੀਕ ਹੈ ਜੀ, ਇਹ ਇਹਦੇ ਵਿੱਚ ਨਹੀਂ ਹੈਗਾ, ਠੀਕ ਹੈ। ਜ਼ਿਆਦਾ ਸਵਾਲ ਇਹੀ ਪੁੱਛਿਆ ਗਿਆ ਤਾਂ ਕਿ ਮੈਂ ਇਸੇ ਕੁਐਸਚਨ ਨੂੰ ਇਹਦੇ ਵਿੱਚ ਐਡ ਕੀਤਾ ਜੀ ਤੁਹਾਨੂੰ। ਹਾਂਜੀ, ਇਹ ਲਿਖਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਇਹ ਦੱਸਣਾ ਆਪਾਂ। ਪੰਚਾਇਤੀ ਰਾਜ ਦੀ ਸਥਾਪਨਾ ਭਾਰਤ ਵਿੱਚ ਜਵਾਹਰ ਲਾਲ ਨਹਿਰੂ ਦੁਆਰਾ ਕੀਤੀ ਗਈ ਸੀ, ਬਿਲਕੁਲ ਸਹੀ ਹੈ। 2 ਅਕਤੂਬਰ 1959 ਦੇ ਵਿੱਚ ਨਗੌਰ ਰਾਜਸਥਾਨ ਦੇ ਵਿੱਚ ਸਥਾਪਨਾ ਕੀਤੀ ਗਈ ਸੀ ਪੰਚਾਇਤੀ ਰਾਜ ਦੀ ਜਵਾਹਰ ਲਾਲ ਨਹਿਰੂ ਦੁਆਰਾ। ਭਾਰਤ 73ਵੀਂ ਸੋਧ ਸੰਵਿਧਾਨਕ ਸੋਧ 1992 ਵਿੱਚ ਲਾਗੂ ਕੀਤੀ ਗਈ। ਹਾਂਜੀ, ਇੱਥੇ ਕਹਿ ਰਿਹਾ 73ਵੀਂ ਸੰਵਿਧਾਨਕ ਸੋਧ 1992 ਦੇ ਵਿੱਚ ਲਾਗੂ ਕੀਤੀ ਗਈ, ਇਹ ਗਲਤ ਹੋ ਗਿਆ ਜੀ, ਠੀਕ ਹੈ ਜੀ। ਇਹ ਤਾਂ 24 ਅਪ੍ਰੈਲ, ਠੀਕ ਹੈ ਜੀ, 1993 ਦੇ ਵਿੱਚ ਲਾਗੂ ਕੀਤੀ ਗਈ ਸੀ, ਠੀਕ ਹੈ ਜੀ। ਤਮਿਲਨਾਡੂ ਦੇ ਭਾਰਤ ਦੇ ਵਿੱਚ ਮੱਧ ਪ੍ਰਦੇਸ਼ ਪਹਿਲਾ ਰਾਜ ਸੀ ਜਿੱਥੇ ਪੰਚਾਇਤੀ ਰਾਜ, ਇਹ ਵੀ ਗਲਤ ਹੋ ਗਿਆ ਜੀ। ਇਹ ਅਸਲ ਦੇ ਵਿੱਚ ਇੱਥੇ ਸਵਾਲ ਹੋਣਾ ਸੀ ਕਿਹੜਾ ਸਹੀ ਹੈ, ਠੀਕ ਹੈ ਜੀ। ਸਹੀ ਹੈ ਜੀ, ਇਹ ਆਪਸ਼ਨ ਸਹੀ ਹੈ, ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਮੈਨੂੰ ਉਮੀਦ ਹੈ ਅੱਜ ਦਾ ਜਿਹੜਾ ਸੈਸ਼ਨ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।